ਜਦੋਂ ਫਗਵਾੜਾ ਜ਼ਿਲ੍ਹਾ ਬਣਾਇਆ ਜਾਵੇ ਤਾਂ ਦੋ ਕੰਮ ਕੀਤੇ ਜਾਣ। ਜਿਹੜਾ ਫਿਲੌਰ ਹੈ ਉਸ ਨੂੰ ਫਗਵਾੜੇ ਦੀ ਸਬ ਡਿਵੀਜ਼ਨ ਬਣਾਇਆ ਜਾਵੇ, ਬੰਗਾ ਨੂੰ ਫਗਵਾੜਾ ਦੀ ਸਬ ਡਿਵੀਜ਼ਨ ਬਣਾਇਆ ਜਾਵੇ ਔਰ ਨਕੋਦਰ ਨੂੰ ਫਗਵਾੜੇ ਦੀ ਸਬ ਡਿਵੀਜ਼ਨ ਬਣਾਇਆ ਜਾਵੇ। ਔਰ ਤੁਸੀਂ ਦੇਖੋ ਕਿ ਕਿੰਨਾ ਵਧੀਆ ਇਹ ਰੈਸ਼ਨਲਾਈਜ਼ਡ ਡਿਸੀਜਨ ਹੋਏਗਾ ਕਿ ਰੋਪੜ ਦੇ ਸਤਲੁਜ ਦਰਿਆ ਤੱਕ ਨਵੇਂ ਸ਼ਹਿਰ ਦੀ ਸੀਮਾ ਹੈ, ਜਦਕਿ ਉੱਥੋਂ ਡਿਸਟ੍ਰਿਕਟ ਹੈੱਡਕੁਆਟਰ ਜਿਹੜਾ ਰੂਪਨਗਰ ਦਾ ਹੈ ਉਹ 5-7 ਕਿਲੋਮੀਟਰ ਹੈ ਔਰ ਨਵਾਂ ਸ਼ਹਿਰ ਜੇ ਆਉਣਾ ਹੋਵੇ ਤਾਂ 55-60 ਕਿਲੋਮੀਟਰ ਹੈ। ਉਹਨਾਂ ਲੋਕਾਂ ਨੂੰ ਕੀ ਸਹੂਲਤ ਹੋਈ ਉਹ ਜ਼ਿਲ੍ਹਾ ਬਣਨ ਨਾਲ। ਪਰ ਜਦੋਂ ਲੋਕਸ਼ਾਹੀ ਆ ਗਈ, ਲੋਕਤੰਤਰ ਆ ਗਿਆ, ਪ੍ਰਜਾਤੰਤਰ ਆ ਗਿਆ ਤਾਂ ਸਾਨੂੰ ਆਪਣੀਆਂ ਜ਼ਿਲ੍ਹੇ ਦੀਆਂ ਜਿਹੜੀਆਂ ਬਾਉਂਡਰੀਜ਼ ਹੈ ਇਹਨੂੰ ਰੈਸ਼ਨਲਾਈਜ਼ ਕਰਨਾ ਚਾਹੀਦਾ। ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੀ ਹੁੰਦਾ ਹੈ ਕਿ ਜਿੱਥੇ ਦਾ ਤਾਂ ਰਾਜਨੀਤਿਕ ਰਸੂਖ ਜਿਸ ਏਰੀਏ ਦੇ ਕਿਸੇ ਲੀਡਰ ਦਾ ਹੋਵੇ ਉਹਨੂੰ ਤਾਂ ਜ਼ਿਲ੍ਹਾ ਬਣਾ ਦਿੱਤਾ ਜਾਂਦਾ ਤੇ ਬਾਕੀ ਸਾਰਿਆਂ ਨੂੰ ਚਾਹੇ ਉਹ ਕੰਪੈਰੀਟਿਵ ਮੈਰਿਟ ਵਧੀਆ ਰੱਖਦੇ ਹੋਣ ਉਹਨੂੰ ਦਰਕਨਾਰ ਕਰ ਦਿੱਤਾ ਜਾਂਦਾ ਹੈ। ਤੁਸੀਂ ਰਾਜਨੀਤਿਕ ਪ੍ਰਭਾਵ ਦੀ ਗੱਲ ਕੀਤੀ, ਜੇ ਮੈਂ ਗੱਲ ਕਰਾਂ ਪਹਿਲਾਂ ਚੌਧਰੀ ਸਵਰਨਾ ਰਾਮ, ਉਹਨਾਂ ਦਾ ਬੜਾ ਸੈਂਟਰ ਤੱਕ ਉਹਨਾਂ ਦਾ ਦਬਦਬਾ ਰਿਹਾ ਹੈ। ਜੇ ਗੱਲ ਕਰੀਏ ਫਿਰ ਉਸ ਤੋਂ ਬਾਅਦ ਆਪਣੇ ਜੋਗਿੰਦਰ ਸਿੰਘ ਮਾਨ ਹੋਣਾ ਦਾ ਬੜਾ ਰਸੂਖ ਰਿਹਾ। ਜੇ ਹੁਣ ਦੀ ਗੱਲ ਕਰੀਏ ਤੇ ਜਿਹੜੇ ਸਾਡੇ ਕੇਂਦਰੀ ਮੰਤਰੀ ਨੇ ਸੋਮ ਪ੍ਰਕਾਸ਼ ਜੀ ਤੇ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ, ਜਾਣੀ ਕਿ ਰਾਜਨੀਤਿਕ ਤੌਰ ਦੇ ਉੱਤੇ ਜੇ ਇਹ ਲੋਕ ਚਾਹਣ ਤੇ ਹੋ ਸਕਦਾ ਹੈ, ਕੰਮ ਹੋ ਸਕਦਾ ਸੀ। ਔਰ ਇੱਕ ਮੈਂ ਅੱਜ ਜੇ ਤੁਹਾਡੇ ਤੋਂ ਥੋੜ੍ਹਾ ਜਿਹਾ ਸਮਾਂ ਹੋਰ ਲੈ ਲਾਂ, ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸਣਾ ਕਿ ਫਗਵਾੜਾ ਦੇ ਲੋਕਾਂ ਦੀ ਇੱਕ ਹੋਰ ਵੀ ਸਮੱਸਿਆ ਉਹਨਾਂ ਨੂੰ ਕਾਫੀ ਜਲਦੀ ਹੀ ਦਰਪੇਸ਼ ਆਉਣ ਵਾਲੀ ਹੈ। ਹਿੰਦ ਜਾਗਰਤੀ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਵੀਨ ਕੁਮਾਰ। ਪੰਜਾਬ ਦੇ ਵਿੱਚ ਪਿਛਲੇ ਕਾਫੀ ਸਮੇਂ ਦੇ ਉੱਤੋਂ ਜੇਕਰ ਅਸੀਂ ਗੱਲ ਕਰੀਏ ਤੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਚਰਚਾ ਚੱਲ ਰਹੀ ਹੈ, ਕਿਉਂਕਿ ਵਿਧਾਨ ਸਭਾ ਜਿਹੜੀਆਂ ਚੋਣਾਂ ਨੇ 2022 ਦੇ ਵਿੱਚ ਆਉਣ ਵਾਲੀਆਂ ਨੇ ਤੇ ਸਿਆਸੀ ਪਾਰਟੀਆਂ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨੇ ਵੀ ਲੋਕਾਂ ਦੀਆਂ ਆਈਆਂ ਹੋਈਆਂ ਐਪਲੀਕੇਸ਼ਨਾਂ ਨੇ, ਜੋ ਵੀ ਉਹਨਾਂ ਦੇ ਮੁੱਦੇ ਨੇ, ਉਹਨਾਂ ਨੂੰ ਹੱਲ ਕੀਤਾ ਜਾਵੇ। ਜੋ ਪੰਜਾਬ ਦੇ ਵਿੱਚ ਇੱਕ ਪਿਛਲੇ ਕਾਫੀ ਸਮੇਂ ਦੇ ਉੱਤੋਂ ਮੁੱਦਾ ਜਿਹੜਾ ਚੱਲ ਰਿਹਾ ਸੀਗਾ ਕਿ ਪੰਜਾਬ ਦੇ ਸ਼ਹਿਰ ਫਗਵਾੜਾ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ, ਜ਼ਿਲ੍ਹਾ ਬਣਾਇਆ ਜਾਵੇ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹ ਮੰਗ ਹੈ ਕਿ ਫਗਵਾੜਾ ਦੇ ਲੋਕਾਂ ਨੂੰ ਕਪੂਰਥਲਾ ਦੇ ਵਿੱਚ ਜਾ ਕੇ, ਜਾਣੀ ਕਿ ਤੁਸੀਂ ਕਹੋ ਕਿ 40-42 ਕਿਲੋਮੀਟਰ ਦੂਰ ਜਾ ਕੇ ਆਪਣੇ ਜਿਹੜੇ ਕੰਮ ਕਰਵਾਉਣੇ ਪੈਂਦੇ ਨੇ ਕਪੂਰਥਲਾ ਤੋਂ। ਸੋ ਇਸ ਬਾਰੇ ਫਗਵਾੜੇ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ ਹੈ ਜਾਂ ਨਹੀਂ, ਉਹਦੇ ਬਾਰੇ ਵਿਚਾਰ ਕਰਨ ਲਈ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਹਿਮਾਂਸ਼ੂ ਪ੍ਰਾਸ਼ਰ ਜੀ, ਪ੍ਰੈਜ਼ੀਡੈਂਟ ਨੇ ਬਾਰ ਐਸੋਸੀਏਸ਼ਨ ਫਗਵਾੜਾ ਰਜਿਸਟਰਡ ਦੇ। ਇਹਨਾਂ ਦੇ ਕੋਲ ਅੱਜ ਅਸੀਂ ਇਸ ਕਰਕੇ ਪਹੁੰਚੇ ਹਾਂ ਕਿਉਂਕਿ ਅੱਜ ਦੇ ਦਿਨ ਹੀ ਜਿਹੜੇ ਕੇਂਦਰੀ ਮੰਤਰੀ ਨੇ ਫਗਵਾੜੇ ਤੋਂ ਸੋਮ ਪ੍ਰਕਾਸ਼ ਜੀ, ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਫਗਵਾੜੇ ਨੂੰ ਜਲਦ ਤੋਂ ਜਲਦ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ। ਇਹਦੇ ਬਾਰੇ ਐਡਵੋਕੇਟ ਸਾਹਿਬ ਕੀ ਸਮਝਦੇ ਨੇ, ਉਹਦੇ ਬਾਰੇ ਵਿਚਾਰ ਕਰਨ ਲਈ ਸਾਡੇ ਨਾਲ ਮੌਜੂਦ ਨੇ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਤੁਹਾਡਾ। ਧੰਨਵਾਦ ਸਰ। ਜੇਕਰ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ ਤੇ ਫਗਵਾੜੇ ਦੇ ਲੋਕਾਂ ਨੂੰ ਉਹਦੇ ਨਾਲ ਕੀ ਫਾਇਦੇ ਹੋ ਸਕਦੇ ਨੇ? ਅਗਰ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ ਤੇ ਇਸ ਦੇ ਨਾਲ ਆਪਾਂ ਜੇ ਇਹ ਪੁੱਛੀਏ ਕਿ ਫਗਵਾੜੇ ਦੇ ਲੋਕਾਂ ਨੂੰ ਕੀ ਫਾਇਦਾ ਨਹੀਂ ਹੋਵੇਗਾ ਤਾਂ ਉਹਦੇ ਬਾਰੇ ਮੇਰਾ ਜਵਾਬ ਹੈ ਕਿ ਅਜਿਹੀ ਕੋਈ ਵੀ ਆਸ਼ੰਕਾ ਨਹੀਂ ਹੈ ਕਿ ਫਗਵਾੜੇ ਦੇ ਲੋਕਾਂ ਨੂੰ ਫਾਇਦਾ ਨਹੀਂ ਹੋਵੇਗਾ ਜਾਂ ਫਗਵਾੜਾ ਦੇ ਵਿਕਾਸ ਨੂੰ ਫਾਇਦਾ ਨਹੀਂ ਹੋਵੇਗਾ। ਅਗਰ ਫਗਵਾੜਾ ਜ਼ਿਲ੍ਹਾ ਬਣਦਾ ਹੈ ਤਾਂ ਫਗਵਾੜੇ ਦਾ ਵਿਕਾਸ ਹੋਵੇਗਾ ਔਰ ਮੈਂ ਕਹਾਂਗਾ ਸਰਵਪੱਖੀ ਵਿਕਾਸ ਹੋਵੇਗਾ। ਔਰ ਦੂਸਰੀ ਗੱਲ ਇਹ ਹੈ ਕਿ ਜ਼ਿਲ੍ਹਾ ਬਣਨ ਦੇ ਨਾਲ ਬਹੁਤ ਸਾਰੇ ਇੱਦਾਂ ਦੇ ਪ੍ਰਸ਼ਾਸਨਿਕ ਔਰ ਕਹਿ ਲਈਏ ਪੁਲਿਸ ਨਾਲ ਸੰਬੰਧਿਤ ਔਰ ਅਲੱਗ-ਅਲੱਗ ਵਿਭਾਗਾਂ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਹੈੱਡਕੁਆਟਰ ਹੁੰਦੇ ਨੇ ਉਹ ਸਾਰੇ ਦੇ ਸਾਰੇ ਜ਼ਿਲ੍ਹੇ ਦੇ ਵਿੱਚ ਸਥਿਤ ਹੁੰਦੇ ਨੇ। ਔਰ ਅਗਰ ਅਸੀਂ ਉਹਨਾਂ ਸਾਰੇ ਚੀਜ਼ਾਂ ਨੂੰ ਦੇਖੀਏ, ਚਾਹੇ ਉਹ ਪ੍ਰਸ਼ਾਸਨਿਕ ਪੱਧਰ 'ਤੇ ਹੋਵੇ, ਚਾਹੇ ਉਹ ਜੁਡੀਸ਼ੀਅਲ ਪੱਧਰ 'ਤੇ ਹੋਵੇ, ਉਹ ਸਾਰੀਆਂ ਸੁਵਿਧਾਵਾਂ ਫਗਵਾੜਾ ਦੇ ਵਿੱਚ ਆ ਜਾਣਗੀਆਂ ਜ਼ਿਲ੍ਹਾ ਬਣਨ ਦੇ ਨਾਲ। ਔਰ ਫਗਵਾੜੇ ਦੇ ਲੋਕਾਂ ਨੂੰ ਜੋ ਆਪਣੇ ਕੰਮ ਕਰਵਾਉਣ ਲਈ ਇੱਥੋਂ 44 ਕਿਲੋਮੀਟਰ ਦੂਰ, ਔਰ ਮੈਂ ਤੁਹਾਨੂੰ ਦੱਸਦਾ ਅੱਜ ਕੱਲ੍ਹ ਦਾ ਜਿਹੜਾ ਯੁੱਗ ਹੈ ਉਹ ਬਹੁਤ ਬੜੀਆਂ ਚੌੜੀਆਂ ਸੜਕਾਂ ਬਣ ਗਈਆਂ, ਰੇਲਵੇ ਹੈ, ਸਭ ਕੁਛ ਹੈ। 44 ਕਿਲੋਮੀਟਰ ਕਹਿਣ ਨੂੰ ਕੁਛ ਨਹੀਂ ਹੁੰਦਾ, ਪਰ ਜੇ ਦੇਖੀਏ ਕਿ ਜਿੰਨਾ ਟ੍ਰੈਫਿਕ ਹੈ
ਕਿਉਂਕਿ ਕਾਰਨ ਕੀ ਹੈ, ਫਗਵਾੜਾ ਨੂੰ ਤੋਂ ਅਸੀਂ ਅਗਰ ਕਪੂਰਥਲਾ ਜਾਣਾ ਹੋਵੇ ਤਾਂ ਜਲੰਧਰ ਜ਼ਿਲ੍ਹੇ ਨੂੰ ਟੱਪ ਕੇ ਕ੍ਰੋਸ ਕਰਕੇ ਜਾਣਾ ਪਵੇਗਾ। ਔਰ ਤੁਹਾਨੂੰ ਪਤਾ ਹੈ ਕਿ ਜਲੰਧਰ ਜ਼ਿਲ੍ਹੇ ਨੂੰ ਰਾਮਾ ਮੰਡੀ ਤੋਂ ਲੈ ਕੇ, ਚਾਹੇ ਉਹ ਪੁਲ ਬਣ ਵੀ ਗਿਆ ਹੈ ਜਾਂ ਉਹ ਤੋਂ ਅੱਗੇ ਆਪਾਂ PAP ਚੌਂਕ ਤੋਂ ਲੈ ਕੇ ਕਪੂਰਥਲਾ ਚੌਂਕ ਤੱਕ, ਔਰ ਕਪੂਰਥਲਾ ਚੌਂਕ ਤੋਂ ਵੀ 2 ਕਿਲੋਮੀਟਰ ਅੱਗੇ ਤੱਕ ਇੰਨਾ ਜਾਮ ਰਹਿੰਦਾ ਹੈ ਔਰ ਇੰਨੀ ਉੱਥੇ ਟ੍ਰੈਫਿਕ ਦੀ ਸਮੱਸਿਆ ਹੈ। ਯਾਨੀ ਕਿ ਜਿਹੜਾ 44 ਕਿਲੋਮੀਟਰ ਦਾ ਰਸਤਾ, ਜੇ ਉਹ ਆਰਾਮ ਦੇ ਨਾਲ, ਜਿਹੜੀ ਕਿ ਆਪਾਂ ਨੂੰ ਸਪੀਡ ਲਿਮਿਟ ਸਰਕਾਰ ਨੇ ਹੀ ਪ੍ਰੋਵਾਈਡ ਕੀਤੀ ਹੋਈ ਹੈ, ਜੇ ਅਸੀਂ ਉਹਦਾ ਪਾਲਨ ਕਰਦੇ ਹੋਏ ਜਾਈਏ, ਜਿਹੜਾ ਕਿ ਸਾਡਾ 1 ਘੰਟੇ ਦੇ ਵਿੱਚ ਉਹ ਸਫ਼ਰ ਪੂਰਾ ਹੋਣਾ ਹੈ, ਉਸ ਨੂੰ ਪੂਰਾ ਕਰਦੇ ਕਰਦੇ 1.5 ਤੋਂ 2 ਘੰਟੇ ਇੱਕ ਤਰਫ ਤੋਂ ਲੱਗ ਜਾਂਦੇ ਹਨ। ਔਰ ਮੈਂ ਇੱਕ ਗੱਲ ਹੋਰ ਦੱਸਾਂ, ਫਗਵਾੜਾ ਜਿਹੜਾ ਇੱਕ ਸਬ ਡਿਵੀਜ਼ਨ ਹੈ ਇਸ ਸਮੇਂ, ਇਸ ਦਾ ਸਭ ਤੋਂ ਆਖਰੀ ਪਿੰਡ ਹੈ ਸ਼ਾਇਦ ਮਾਇਓ ਪੱਟੀ। ਉਹ ਪਾਂਸ਼ਟੇ ਤੋਂ ਵੀ 5-6-7 ਕਿਲੋਮੀਟਰ ਅੱਗੇ ਪੈਂਦਾ ਹੈ। ਔਰ ਪਾਂਸ਼ਟ ਜਿਹੜਾ ਪਿੰਡ ਹੈ, ਉਹ ਇੱਕ ਵੱਡਾ ਪਿੰਡ ਹੈ, ਫਗਵਾੜੇ ਤੋਂ ਤਕਰੀਬਨ 22 ਕਿਲੋਮੀਟਰ ਦੀ ਦੂਰੀ 'ਤੇ ਹੈ। ਅਗਰ ਮਾਇਓ ਪੱਟੀ ਜਾਂ ਪਾਂਸ਼ਟ ਜਾਂ ਇਸ ਬੈਲਟ ਦੇ ਲੋਕਾਂ ਨੇ ਕਪੂਰਥਲੇ ਆਪਣੇ, ਚਾਹੇ ਉਹ ਅਦਾਲਤਾਂ ਦੇ ਵਿੱਚ ਜਾਣਾ ਹੋਵੇ, ਜ਼ਿਲ੍ਹਾ ਅਦਾਲਤਾਂ 'ਚ, ਸੈਸ਼ਨ ਅਦਾਲਤ ਦੇ ਵਿੱਚ, ਚਾਹੇ ਪ੍ਰਸ਼ਾਸਨਿਕ ਕੰਮ ਲਈ ਜਾਣਾ ਹੋਵੇ, ਚਾਹੇ ਪੁਲਿਸ ਹੈੱਡਕੁਆਟਰ 'ਚ ਜਾਣਾ ਹੋਵੇ ਜਿਹੜਾ ਕਿ ਜ਼ਿਲ੍ਹੇ ਦੇ ਵਿੱਚ ਹੁੰਦਾ, ਤਾਂ ਉਹਨਾਂ ਨੂੰ 22 ਤੋਂ ਲੈ ਕੇ 25 ਕਿਲੋਮੀਟਰ ਫਗਵਾੜੇ ਤੱਕ ਦਾ ਸਫ਼ਰ, ਫਿਰ ਉਹ ਤੋਂ ਬਾਅਦ ਜਿਹੜਾ 44 ਕਿਲੋਮੀਟਰ ਅਸੀਂ ਕਿਹਾ, ਜਿਹੜਾ ਕਿ 1.5 ਤੋਂ 2 ਘੰਟੇ ਜਿਸ ਦੇ ਵਿੱਚ ਉਹਨਾਂ ਦੇ ਲੱਗਣਗੇ, ਆਹ ਸਫ਼ਰ ਤੈਅ ਕਰਨਾ ਪਵੇਗਾ, ਯਾਨੀ ਕਿ ਟੋਟਲ 66 ਕਿਲੋਮੀਟਰ। ਔਰ ਉਹਦੇ ਲਈ ਉਹ ਤਕਰੀਬਨ ਆਉਣ ਜਾਣ ਦਾ ਜੇ ਅਸੀਂ ਲਾਈਏ 4-5 ਘੰਟੇ ਜੇ ਆਪਣੇ ਵਹੀਕਲ 'ਤੇ ਜਾਂਦੇ ਨੇ ਤਾਂ ਉਹ ਵੇਸਟ ਕਰਨਗੇ, ਉਹਨਾਂ ਦੇ ਇੰਨਾ ਟਾਈਮ ਲੱਗੇਗਾ। ਜੇ ਉਹ ਆਪਣਾ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਨੇ ਤਾਂ ਇਹ ਤੋਂ ਵੱਧ ਵੀ ਸਮਾਂ ਲੱਗ ਸਕਦਾ, ਕਿਉਂਕਿ ਬੱਸਾਂ ਬਦਲਣੀਆਂ ਪੈਣਗੀਆਂ। ਇੱਥੋਂ ਕੋਈ ਵੀ ਬੱਸ ਕਪੂਰਥਲੇ ਲਈ, ਜਦ ਕਿ ਅਸੀਂ GT ਰੋਡ 'ਤੇ ਹੈ, ਮੈਂ ਤੁਹਾਨੂੰ ਦੱਸ ਦੇਵਾਂ, ਇਹਨੂੰ ਅੱਜ ਕੱਲ੍ਹ ਨੈਸ਼ਨਲ ਹਾਈਵੇ ਨੰਬਰ 44 ਕਿਹਾ ਜਾਂਦਾ, ਲੇਕਿਨ ਇਹਨੂੰ ਨੈਸ਼ਨਲ ਹਾਈਵੇ ਨੰਬਰ 1 ਵੀ ਕਿਹਾ ਜਾਂਦਾ, ਕਿਉਂਕਿ ਇਹ ਜਿਹੜਾ ਸ਼ੇਰਸ਼ਾਹ ਸੂਰੀ ਮਾਰਗ ਇਹਨੂੰ ਅਸੀਂ ਕਹਿ ਦਿੰਦੇ ਹਾਂ, ਲੇਕਿਨ ਇਹਦਾ ਪਿਛੋਕੜ ਅਸੀਂ ਅਗਰ ਜੇ ਲਈਏ ਮੌਰਿਆ ਕਾਲ ਤੋਂ ਵੀ ਪੁਰਾਣਾ ਹੈ। ਇਹ ਜਿਹੜਾ ਰੋਡ ਹੈ ਇਹ ਉਸ ਸਮੇਂ ਤੋਂ ਵੀ ਪੁਰਾਣਾ ਹੈ। ਔਰ ਅਗਰ ਇਸ ਉੱਤੇ ਰਹਿੰਦੇ ਹੋਏ ਵੀ ਸਾਡੇ ਕੋਲ, ਅਗਰ ਅਸੀਂ ਆਪਣੇ ਜ਼ਿਲ੍ਹਾ ਹੈੱਡਕੁਆਟਰ ਨੂੰ ਪਬਲਿਕ ਟਰਾਂਸਪੋਰਟ ਰਾਹੀਂ ਜਾਣਾ ਹੋਵੇ ਤਾਂ ਜਲੰਧਰੋਂ ਬੱਸ ਬਦਲਣੀ ਪਵੇ, ਕੋਈ ਸਿੱਧੀ ਬੱਸ ਨਹੀਂ ਹੈ ਸਾਡੇ ਇੱਥੋਂ, ਤਾਂ ਤੁਸੀਂ ਸਮਝ ਸਕਦੇ ਹੋ ਕਿ ਆਮ ਲੋਕਾਂ ਨੂੰ ਕਿੰਨਾ ਪਰੇਸ਼ਾਨ ਹੋਣਾ ਪਵੇਗਾ। ਪਹਿਲਾਂ ਪਾਂਸ਼ਟ ਤੋਂ ਆਉਣਗੇ ਫਗਵਾੜੇ ਤੱਕ ਦੀ ਬੱਸ, ਫਗਵਾੜੇ ਤੋਂ ਬੱਸ ਬਦਲਣਗੇ ਜਲੰਧਰ ਲਈ, ਜਲੰਧਰ ਤੋਂ ਬੱਸ ਬਦਲਣਗੇ ਕਪੂਰਥਲੇ ਵਾਸਤੇ। ਔਰ ਮੈਂ ਸਮਝਦਾ ਕਿ 1956 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਪੈਪਸੂ ਸਟੇਟਸ ਨੂੰ ਮਰਜ ਕੀਤਾ ਗਿਆ, ਕਿਉਂਕਿ ਪੰਜਾਬ ਅਲੱਗ ਹੁੰਦੀ ਸੀ, ਪੈਪਸੂ ਅਲੱਗ ਹੁੰਦਾ ਸੀ। ਉਸ ਸਮੇਂ ਕਿਉਂਕਿ ਇਹ ਪੈਪਸੂ ਦਾ ਹਿੱਸਾ ਸੀ ਔਰ ਫਗਵਾੜਾ ਇੱਕ, ਜੇ ਆਪਾਂ ਉਹਦੇ ਅਨੁਸਾਰ ਦੇਖ ਲਿਆ ਜਾਵੇ, ਚਾਰੋਂ ਤਰਫ ਤੋਂ ਪੰਜਾਬ ਦੇ ਨਾਲ ਘਿਰਿਆ ਹੋਇਆ ਸੀ। ਕਪੂਰਥਲਾ ਰਿਆਸਤ ਅਲੱਗ ਸੀ, ਉਹ ਜਿਹੜੇ ਕਿ ਪੈਪਸੂ ਦਾ ਹਿੱਸਾ ਸੀ, ਔਰ ਫਗਵਾੜਾ ਕਪੂਰਥਲੇ ਦਾ ਹਿੱਸਾ ਸੀ। ਤਾਂ ਉਸ ਸਮੇਂ ਜਦੋਂ ਇਹਨਾਂ ਦੀ ਮਰਜਰ ਹੋਈ ਹੈ ਤਾਂ ਉਸ ਸਮੇਂ ਤਾਂ ਠੀਕ ਹੈ ਕਿ ਇਹਨੂੰ ਕਪੂਰਥਲਾ ਜ਼ਿਲ੍ਹਾ ਰੱਖ ਲਿਆ ਗਿਆ, ਲੇਕਿਨ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਕਿ ਐਡਮਿਨਿਸਟ੍ਰੇਟਿਵ ਰੀਜ਼ਨਸ ਦੇ ਕਰਕੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦੇ ਸਾਡੇ ਜਿਹੜੇ ਨੀਤੀ ਨਿਰਧਾਰਕ ਹੈ, ਨੀਤੀ ਨਿਰਮਾਤਾ ਨੇ, ਚਾਹੇ ਉਹ ਸਾਡੀ ਬਿਊਰੋਕ੍ਰੇਸੀ ਹੈ, ਉਹਨੂੰ ਇਹ ਸੋਚਣਾ ਚਾਹੀਦਾ ਸੀ ਕਿ ਅਸੀਂ ਜਦੋਂ ਆਪਾਂ ਕਹਿ ਲਈਏ ਭਾਰਤ ਦੇ ਪੱਧਰ ਦੇ ਉੱਤੇ ਸਟੇਟ ਰੀਆਰਗੇਨਾਈਜੇਸ਼ਨ ਕਈ ਵਾਰ ਹੋ ਚੁੱਕੀ ਹੈ। ਤੁਹਾਨੂੰ ਪਤਾ ਹੈ ਕਿ ਸਟੇਟਸ ਦੀਆਂ ਬਾਉਂਡਰੀਜ਼ ਕਈ ਵਾਰ ਅਲੱਗ-ਅਲੱਗ ਦੇਸ਼ ਦੇ ਹਿੱਸਿਆਂ ਦੇ ਵਿੱਚ ਨਿਰਧਾਰਿਤ ਹੋਈਆਂ, ਔਰ ਤਾਂ ਕੀ ਗੱਲ ਹੈ ਕਿ ਇੱਕ ਸਟੇਟ ਦੇ ਵਿੱਚ ਜ਼ਿਲ੍ਹੇ ਦੀਆਂ ਬਾਉਂਡਰੀਜ਼ ਅਸੀਂ ਰੈਸ਼ਨਲਾਈਜ਼ ਨਹੀਂ ਕਰ ਸਕਦੇ ਸੀ। ਮੈਂ ਤੁਹਾਨੂੰ ਦੱਸ ਰਿਹਾ ਕਿ 15 ਅਗਸਤ 1947 ਤੋਂ ਲੈ ਕੇ ਪਹਿਲਾਂ ਅਸੀਂ ਮੰਨਦੇ ਹਾਂ ਕਿ ਅੰਗਰੇਜ਼ਾਂ ਦਾ ਸਿਰਫ ਇਹ ਸੀਗਾ ਕਿ ਆਪਣਾ ਰਾਜ ਕਰਨਾ ਹੈ, ਉਹਨਾਂ ਨੇ ਆਪਣੀ ਸਹੂਲਤ ਦੇਖਣੀ ਹੈ, ਲੋਕਾਂ ਦੀ ਸਹੂਲਤ ਨਹੀਂ ਦੇਖਣੀ। ਪਰ ਜਦੋਂ ਲੋਕਸ਼ਾਹੀ ਆ ਗਈ, ਲੋਕਤੰਤਰ ਆ ਗਿਆ, ਪ੍ਰਜਾਤੰਤਰ ਆ ਗਿਆ, ਤਾਂ ਸਾਨੂੰ ਆਪਣੀਆਂ ਜ਼ਿਲ੍ਹੇ ਦੀਆਂ ਜਿਹੜੀਆਂ ਬਾਉਂਡਰੀਜ਼ ਹੈ ਇਹਨੂੰ ਰੈਸ਼ਨਲਾਈਜ਼ ਕਰਨਾ ਚਾਹੀਦਾ ਹੈ। ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੀ ਹੁੰਦਾ ਹੈ ਕਿ ਜਿੱਥੇ ਦਾ ਤਾਂ ਰਾਜਨੀਤਿਕ ਰਸੂਖ ਜਿਸ ਏਰੀਏ ਦੇ ਕਿਸੇ ਲੀਡਰ ਦਾ ਹੋਵੇ ਉਹਨੂੰ ਤਾਂ ਜ਼ਿਲ੍ਹਾ ਬਣਾ ਦਿੱਤਾ ਜਾਂਦਾ ਹੈ, ਅਤੇ ਬਾਕੀ ਸਾਰਿਆਂ ਨੂੰ, ਚਾਹੇ ਉਹ ਕੰਪੈਰੇਟਿਵ ਮੈਰਿਟ ਵਧੀਆ ਰੱਖਦੇ ਹੋਣ, ਉਹਨੂੰ ਦਰਕਨਾਰ ਕਰ ਦਿੱਤਾ ਜਾਂਦਾ ਹੈ। ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ
ਕਿ ਸ਼੍ਰੀ ਦਿਲਬਾਗ ਸਿੰਘ ਜਿਹੜੇ ਕਿ ਹੁਣ ਸਾਡੇ ਵਿੱਚ ਨਹੀਂ ਰਹੇ, ਕਾਂਗਰਸ ਦੇ ਇੱਕ ਬਹੁਤ ਅੱਛੇ ਨੇਤਾ ਹੁੰਦੇ ਸੀ, ਮੰਤਰੀ ਵੀ ਰਹੇ ਔਰ ਉਹਨਾਂ ਦਾ ਅੱਛਾ ਰਸੂਖ ਸੀ ਔਰ ਉਹਨਾਂ ਲੋਕਾਂ ਦੇ ਕੰਮ ਵੀ ਕਰਵਾਉਂਦੇ ਸੀ। ਔਰ ਉਹਨਾਂ ਨੇ ਜ਼ੋਰ ਲਗਾ ਕੇ ਆਪਣੇ ਵੱਲੋਂ ਵੀ ਪ੍ਰੈਸ਼ਰਾਈਜ਼ ਕਰਕੇ ਸਭ ਤਰੀਕੇ ਦੇ ਨਾਲ ਜੋ ਕਾਨੂੰਨ ਦੇ ਵਿੱਚ ਜਿੰਨੇ ਵੀ ਉਹਨਾਂ ਨੂੰ ਐਵੇਨਿਊਜ਼ ਅਵੇਲੇਬਲ ਸੀ ਉਹਨਾਂ ਨੇ ਇਸਤੇਮਾਲ ਕੀਤਾ ਔਰ ਉਸ ਸਮੇਂ ਦੇ ਮੁੱਖ ਮੰਤਰੀ ਸਾਹਿਬ ਨੂੰ ਕਨਵਿੰਸ ਕਰਕੇ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਘੋਸ਼ਿਤ ਕਰਵਾ ਲਿਆ। ਜਦ ਕਿ ਅਗਰ ਅਸੀਂ ਉਸ ਸਮੇਂ ਦੇ ਨਵਾਂ ਸ਼ਹਿਰ ਨੂੰ ਉਸ ਸਮੇਂ ਦੇ ਫਗਵਾੜੇ ਨਾਲ ਕੰਪੇਅਰ ਕਰੀਏ ਤਾਂ ਫਗਵਾੜੇ ਦੀ ਮੈਰਿਟ ਜ਼ਿਆਦਾ ਸੀ। ਅਸੀਂ ਜ਼ਿਲ੍ਹਾ ਕਿਉਂ ਨਹੀਂ ਬਣ ਸਕੇ? ਕਿਉਂਕਿ ਸਾਡੇ ਕੋਲ ਰਾਜਨੀਤਿਕ ਐਦਾ ਪ੍ਰਭਾਵ ਨਹੀਂ ਸੀ ਇਸ ਇਲਾਕੇ ਦਾ। ਔਰ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਕਿ ਰਾਜਨੀਤਿਕ ਪ੍ਰਭਾਵ ਨਾ ਹੁੰਦੇ ਸੋ ਹੁੰਦੇ ਵੀ ਅੱਜ ਵੀ ਜੇ ਅਸੀਂ ਦੇਖੀਏ ਫਗਵਾੜਾ ਸ਼ਹਿਰ ਦੇ ਪੱਖੋਂ ਸਟ੍ਰੈਟੇਜਿਕ ਚਾਹੇ ਇਹਦੀ ਲੋਕੇਸ਼ਨ ਦੇਖ ਲਈਏ, ਲੁਧਿਆਣੇ ਤੋਂ ਵੀ ਨਜ਼ਦੀਕ ਹੈ, ਸਤਲੁਜ ਦਰਿਆ ਤੋਂ ਵੀ ਨਜ਼ਦੀਕ ਹੈ, ਜਲੰਧਰ ਦੇ ਵੀ ਨਜ਼ਦੀਕ ਹੈ। ਹਰ ਚੀਜ਼ ਨੂੰ ਅਗਰ ਅਸੀਂ ਇਹਦੇ 'ਚ ਹਰ ਪੱਖ ਤੋਂ ਦੇਖੀਏ ਤਾਂ ਫਗਵਾੜਾ ਤਰੱਕੀ ਨਵੇਂ ਸ਼ਹਿਰ ਨਾਲੋਂ ਜ਼ਿਆਦਾ ਕੀਤੀ ਹੈ। ਅਗਰ ਅਸੀਂ ਦੇਖੀਏ ਲੋਕ ਜੇ ਕਿਸੇ ਨੂੰ ਪੁੱਛਿਆ ਜਾਵੇ ਭਾਈ ਤੂੰ ਕਿੱਥੇ ਰਹਿਣਾ ਚਾਹੁੰਦਾ, ਕਿਹੜੇ ਸ਼ਹਿਰ ਦੇ ਵਿੱਚ ਰਹਿਣਾ ਚਾਹੁੰਦਾ, ਨਵੇਂ ਸ਼ਹਿਰ ਔਰ ਫਗਵਾੜਾ ਦਾ ਜੇ ਉਹਨੂੰ ਆਪਾਂ ਦੇ ਦਈਏ ਵੀ ਇਹਨਾਂ ਦੋਨਾਂ ਵਿੱਚੋਂ ਚੁਣਨਾ ਤਾਂ ਉਹ ਫਗਵਾੜਾ ਚੁਣੇਗਾ। ਕਾਰਨ ਕੀ? ਇਹਦੀ ਲੋਕੇਸ਼ਨ GT ਰੋਡ ਦੇ ਉੱਤੇ ਹੈ, ਮੇਨ ਰੇਲਵੇ ਲਾਈਨ ਦੇ ਉੱਤੇ ਹੈ, ਸਭ ਕੁਝ ਇੱਥੇ ਦਾ ਸਭ ਕੁਝ ਠੀਕ ਹੈ। ਲੇਕਿਨ ਸਾਡੇ ਕੋਲ ਰਾਜਨੀਤਿਕ ਪ੍ਰਭਾਵ ਕਾਫੀ ਸਮੇਂ ਤੋਂ ਨਹੀਂ ਰਿਹਾ ਹੈ। ਸਰ ਤੁਸੀਂ ਰਾਜਨੀਤਿਕ ਪ੍ਰਭਾਵ ਦੀ ਗੱਲ ਕੀਤੀ, ਜੇ ਮੈਂ ਗੱਲ ਕਰਾਂ ਪਹਿਲਾਂ ਚੌਧਰੀ ਸਵਰਨਾ ਰਾਮ ਉਹਨਾਂ ਦਾ ਬੜਾ ਸੈਂਟਰ ਤੱਕ ਉਹਨਾਂ ਦਾ ਦਬਦਬਾ ਰਿਹਾ ਹੈ। ਜੇ ਗੱਲ ਕਰੀਏ ਫਿਰ ਉਸ ਤੋਂ ਬਾਅਦ ਆਪਣੇ ਜੋਗਿੰਦਰ ਸਿੰਘ ਮਾਨ ਹੋਣਾ ਦਾ ਬੜਾ ਰਸੂਖ ਰਿਹਾ। ਜੇ ਹੁਣ ਦੀ ਗੱਲ ਕਰੀਏ ਤੇ ਜਿਹੜੇ ਸਾਡੇ ਕੇਂਦਰੀ ਮੰਤਰੀ ਨੇ ਸੋਮ ਪ੍ਰਕਾਸ਼ ਜੀ ਤੇ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ, ਜਾਣੀ ਕਿ ਰਾਜਨੀਤਿਕ ਤੌਰ ਦੇ ਉੱਤੇ ਜੇ ਇਹ ਲੋਕ ਚਾਹਣ ਤੇ ਹੋ ਸਕਦਾ ਹੈ, ਕੰਮ ਹੋ ਸਕਦਾ ਸੀ। ਮੈਂ ਆਪਣੇ ਇਹਨਾਂ ਸਾਰੇ ਹੀ ਜਿਹੜੇ ਸਾਨੂੰ ਰਿਪਰੈਜ਼ੈਂਟ ਕਰਦੇ ਨੇ, ਚਾਹੇ ਪੰਜਾਬ ਅਸੈਂਬਲੀ 'ਚ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਹਨ ਜਾਂ ਕੇਂਦਰ ਸਰਕਾਰ ਦੇ ਵਿੱਚ ਸ਼੍ਰੀ ਸੋਮ ਪ੍ਰਕਾਸ਼ ਜੀ ਹਨ, ਮੈਂ ਇਹਨਾਂ ਅੱਗੇ ਗੁਜ਼ਾਰਿਸ਼ ਕਰਾਂਗਾ ਫਗਵਾੜੇ ਦਾ ਇੱਕ ਵਸਨੀਕ ਹੋਣ ਦੇ ਨਾਤੇ ਕਿ ਜੇਕਰ ਅਸੀਂ ਫਗਵਾੜੇ ਦਾ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਕਿਸੇ ਵੀ ਤਰੀਕੇ ਦੇ ਜੋ ਰਾਜਨੀਤਿਕ ਡਿਫਰੈਂਸਿਸ ਹੈ ਉਹਨਾਂ ਨੂੰ ਦਰਕਨਾਰ ਰੱਖ ਦੇਣਾ ਚਾਹੀਦਾ ਹੈ। ਔਰ ਮੈਂ ਕਹਿੰਦਾ ਕਿ ਇਹਨਾਂ ਦੋਨਾਂ ਨੂੰ ਵੀ ਔਰ ਹੋਰ ਵੀ ਜਿਹੜੇ ਰਾਜਨੀਤਿਕ ਦਲ ਨੇ ਉਹਨਾਂ ਦੇ ਵਿਅਕਤੀਆਂ ਨੂੰ ਵੀ ਇੱਕਸਾਰ ਹੋ ਕੇ ਇੱਕ ਆਵਾਜ਼ ਬੁਲੰਦ ਸਾਨੂੰ ਸਾਰਿਆਂ ਨੂੰ ਕਰ ਲੈਣੀ ਚਾਹੀਦੀ ਹੈ ਤਾਂ ਕਿ ਸਾਡਾ ਰਾਜਨੀਤਿਕ ਪ੍ਰਭਾਵ ਵਧੇ। ਔਰ ਰਾਜਨੀਤਿਕ ਪ੍ਰਭਾਵ ਕੀ ਹੈ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਜੋ ਅੱਜ ਦੇ ਨੇ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਨੂੰ ਲੱਗੇ ਕਿ ਇਹ ਲੋਕਾਂ ਦੀ ਮੰਗ ਹੈ, ਇਸ ਕਰਕੇ ਹਰ ਪਾਰਟੀ ਵਾਲਾ, ਹਰ ਰਾਜਨੀਤਿਕ ਦਲ ਵਾਲਾ, ਹਰ ਸਮਾਜਿਕ ਸੰਗਠਨ ਇਹ ਮੰਗ ਮੇਰੇ ਅੱਗੇ ਚੱਕ ਰਿਹਾ ਹੈ। ਔਰ ਉਸ ਤਰੀਕੇ ਦੇ ਨਾਲ ਜਿੱਦਾਂ ਨਵੇਂ ਸ਼ਹਿਰ ਦੇ ਬਾਰੇ ਹੋਇਆ, ਉੱਥੇ ਸਾਰੇ ਲੋਕਾਂ ਨੇ ਦਿਲਬਾਗ ਸਿੰਘ ਜੀ ਦਾ ਸਾਥ ਦਿੱਤਾ ਔਰ ਦਿਲਬਾਗ ਸਿੰਘ ਜੀ ਨੇ ਆਪਣਾ ਰਾਜਨੀਤਿਕ ਰਸੂਖ ਵਰਤਦੇ ਹੋਏ ਨਵੇਂ ਸ਼ਹਿਰ ਨੂੰ ਜ਼ਿਲ੍ਹਾ ਘੋਸ਼ਿਤ ਕਰਵਾ ਦਿੱਤਾ। ਮੈਂ ਤੁਹਾਨੂੰ ਦੱਸਦਾ ਸੀ ਰੈਸ਼ਨਲਾਈਜੇਸ਼ਨ। ਨਵਾਂ ਸ਼ਹਿਰ ਤੋਂ ਤੁਹਾਨੂੰ ਪਤਾ ਹੈ ਕਿ ਰੋਪੜ ਜਿਹੜਾ ਸਤਲੁਜ ਦਾ ਦਰਿਆ ਹੈ ਉਹ ਕਿੰਨੀ ਦੂਰੀ 'ਤੇ ਹੈ? ਕਾਫੀ ਦੂਰੀ 'ਤੇ ਹੈ। ਬਲਾਚੌਰ ਲੰਘ ਕੇ ਜਾਣਾ ਪੈਂਦਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ 60 ਕਿਲੋਮੀਟਰ ਦਾ ਫਰਕ ਹੈ। ਜਿੱਥੇ ਰੋਪੜ ਦਰਿਆ ਦੀ ਹੱਦ ਸ਼ੁਰੂ ਹੁੰਦੀ ਹੈ ਨਾ, ਉਹ ਜਿਹੜਾ ਪੁਲ ਹੈ ਉੱਥੇ ਬਣਿਆ ਹੋਇਆ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਟਰੀਟੀ ਹੋਈ ਸੀ ਬ੍ਰਿਟਿਸ਼ਰਸ ਦੇ ਨਾਲ, ਉਹ ਪਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਉਹ ਜਗ੍ਹਾ ਬਣੀ ਹੋਈ ਹੈ ਜਿੱਥੇ ਉਹਨਾਂ ਦੇ ਨਾਲ ਸੰਧੀ ਹੋਈ ਸੀਗੀ ਉਸ ਸਮੇਂ ਉਹਨਾਂ ਦੇ ਐਮਪਾਇਰ ਦੀ। ਪੁਲ ਦੇ ਇੱਧਰ ਤੱਕ ਨਵਾਂ ਸ਼ਹਿਰ ਜ਼ਿਲ੍ਹਾ ਹੈ। ਮੈਂ ਤੁਹਾਨੂੰ ਕਿਉਂ ਦੱਸ ਰਿਹਾ ਕਿ ਉਹ 60 ਕਿਲੋਮੀਟਰ ਦਾ ਫੇਰ ਫਰਕ ਹੈ। ਰੈਸ਼ਨਲਾਈਜੇਸ਼ਨ ਦੀ ਜ਼ਰੂਰਤ ਹੈ। ਜਦਕਿ ਰੋਪੜ ਉੱਥੇ ਦੇ ਲੋਕਾਂ ਨੂੰ ਮਹਿਜ 4 ਕਿਲੋਮੀਟਰ ਦੂਰੀ ਤੇ ਡਿਸਟ੍ਰਿਕਟ ਹੈੱਡਕੁਆਟਰ ਹੈ। ਪੁਲ ਪਾਰ ਕਰਕੇ ਨਾਲ ਹੀ ਰੋਪੜ ਦੀਆਂ ਜ਼ਿਲ੍ਹਾ ਕਚਹਿਰੀਆਂ ਨੇ ਔਰ ਨਾਲ ਹੀ ਉੱਥੇ DC ਆਫਿਸ ਯਾਨੀ ਕਿ ਐਡਮਿਨਿਸਟ੍ਰੇਟਿਵ ਆਫਿਸ ਹੈ। ਯਾਨੀ ਕਿ ਇਸ ਚੀਜ਼ ਨੂੰ ਇਹ ਰਾਜਨੀਤਿਕ ਲੋਕਾਂ ਨੇ ਜਿੰਨੇ ਵੀ ਸਾਡੇ ਰਾਜਨੀਤਿਕ ਲੋਕ ਨੇ, ਪਾਰਟੀਆਂ ਬਦਲਦੀਆਂ ਰਹਿੰਦੀਆਂ ਨੇ, ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਲੇਕਿਨ ਬਿਊਰੋਕ੍ਰੇਸੀ ਉਹੀ ਰਹਿੰਦੀ ਹੈ। ਬਿਊਰੋਕ੍ਰੇਸੀ ਨੂੰ ਚਾਹੀਦਾ ਹੈ ਕਿ ਰਾਜਨੀਤਿਕ ਜਿਹੜੇ ਇੱਛਾ ਸ਼ਕਤੀ ਰੱਖਣ ਵਾਲੇ ਸਾਡੇ ਨੇਤਾ ਹਨ, ਜਿਹੜੇ ਕਿ ਇਸ ਸਮੇਂ ਸ਼ਕਤੀ ਦੇ ਵਿੱਚ ਹਨ, ਉਹਨਾਂ ਨੂੰ ਦੱਸੇ ਕਿ ਇਸ ਚੀਜ਼ ਨੂੰ, ਇਹਦੀ ਬਾਉਂਡਰੀਜ਼ ਨੂੰ ਅਸੀਂ ਇੱਦਾਂ ਨਿਰਧਾਰਿਤ ਕਰੀਏ ਤਾਂ ਕਿ ਲੋਕਾਂ ਨੂੰ ਆਸਾਨੀ ਹੋਵੇ। ਹੁਣ ਜਿਵੇਂ ਅਗਰ ਫਗਵਾੜਾ ਨੂੰ ਜ਼ਿਲ੍ਹਾ ਬਣਾਉਣਾ ਹੈ ਤਾਂ ਮੈਂ ਸਮਝਦਾ ਹਾਂ ਇੱਕ ਪਾਸਿਓਂ ਦੀ ਜੇ ਫਗਵਾੜਾ ਦੇ ਪੱਛਮੀ ਹਿੱਸੇ ਤੋਂ ਲੈ ਲਈਏ, ਇੱਥੋਂ
7-8 ਕਿਲੋਮੀਟਰ ਦੀ ਦੂਰੀ ਤੇ ਜਦੋਂ ਅਸੀਂ ਨਕੋਦਰ ਵੱਲ ਨੂੰ ਜਾਂਦੇ ਹਾਂ ਜਲੰਧਰ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ ਔਰ ਉਹ ਵਾਲਾ ਇਲਾਕਾ ਜਿਹੜਾ ਹੈ ਉਹ ਫਿਲੌਰ ਦੇ ਵਿੱਚ ਪੈਂਦਾ ਹੈ। ਲੇਕਿਨ ਜੇ ਫਿਲੌਰ ਤੋਂ ਆਪਾਂ ਜਾਣਾ ਹੋਵੇ ਜਲੰਧਰ ਨੂੰ ਤਾਂ ਫਗਵਾੜਾ ਕ੍ਰੋਸ ਕਰਕੇ ਜਾਣਾ ਪਏਗਾ। 12 ਕਿਲੋਮੀਟਰ ਦਾ ਸਟ੍ਰੈਚ ਇੱਦਾਂ ਦਾ ਆਉਂਦਾ ਹੈ ਜਿਹੜਾ ਕਿ ਇੱਥੇ ਚਾਚੋਕੀ ਤੋਂ ਜਮਾਲਪੁਰ ਤੋਂ ਸ਼ੁਰੂ ਹੋ ਜਾਂਦਾ ਹੈ, ਚਚਰਾੜੀ ਜਮਾਲਪੁਰ ਤੋਂ ਸ਼ੁਰੂ ਹੋ ਜਾਂਦਾ ਹੈ ਔਰ ਉਹ ਹਵੇਲੀ ਤੱਕ ਜਾਂਦਾ ਹੈ। 12-14 ਕਿਲੋਮੀਟਰ ਦਾ ਸਟ੍ਰੈਚ ਇਹ ਹੈ। ਪਰ ਜਦੋਂ ਫਗਵਾੜਾ ਜ਼ਿਲ੍ਹਾ ਬਣਾਇਆ ਜਾਵੇ ਤਾਂ ਦੋ ਕੰਮ ਕੀਤੇ ਜਾਣ। ਜਿਹੜਾ ਫਿਲੌਰ ਹੈ ਉਸ ਨੂੰ ਫਗਵਾੜੇ ਦੀ ਸਬ ਡਿਵੀਜ਼ਨ ਬਣਾਇਆ ਜਾਵੇ, ਬੰਗਾ ਨੂੰ ਫਗਵਾੜਾ ਦੀ ਸਬ ਡਿਵੀਜ਼ਨ ਬਣਾਇਆ ਜਾਵੇ ਔਰ ਨਕੋਦਰ ਨੂੰ ਫਗਵਾੜੇ ਦੀ ਸਬ ਡਿਵੀਜ਼ਨ ਬਣਾਇਆ ਜਾਵੇ। ਔਰ ਤੁਸੀਂ ਦੇਖੋ ਕਿ ਕਿੰਨਾ ਵਧੀਆ ਇਹ ਰੈਸ਼ਨਲਾਈਜ਼ਡ ਡਿਸੀਜਨ ਹੋਏਗਾ। ਕਾਰਨ ਕੀ ਹੈ, 22 ਕਿਲੋਮੀਟਰ ਦੀ ਦੂਰੀ ਤੇ ਇੱਥੋਂ ਬੰਗਾ, 22 ਕਿਲੋਮੀਟਰ ਦੀ ਦੂਰੀ ਤੇ ਇੱਥੋਂ ਫਿਲੌਰ, 22 ਕਿਲੋਮੀਟਰ ਦੀ ਦੂਰੀ ਤੋਂ ਇੱਥੋਂ ਨਕੋਦਰ ਔਰ ਫਗਵਾੜਾ ਇੱਕ ਸੈਂਟਰਲਾਈਜ਼ਡ ਲੋਕੇਸ਼ਨ ਹੋ ਗਈ। ਸੈਂਟਰਲਾਈਜ਼ਡ ਲੋਕੇਸ਼ਨ ਮੈਂ ਕਿਉਂ ਕਹਿੰਦਾ, ਕਿਉਂਕਿ ਫਗਵਾੜੇ ਦਾ ਆਲਰੇਡੀ ਵਿਕਾਸ ਹੋਇਆ ਹੈ ਔਰ ਜਦੋਂ ਇਹ ਜ਼ਿਲ੍ਹਾ ਬਣੇਗਾ ਤਾਂ ਇੱਥੇ ਹੋਰ ਸਹੂਲਤਾਂ ਸਾਰੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ, ਜਿਵੇਂ ਜ਼ਿਲ੍ਹਾ ਤੇ ਸੈਸ਼ਨ ਕੋਰਟਸ ਔਰ ਇਹਦੇ ਨਾਲ ਦੇ ਨਾਲ DC ਆਫਿਸ, DDPO ਦਾ ਆਫਿਸ, ਡਾਇਰੈਕਟਰ ਪੰਚਾਇਤ ਦਾ ਆਫਿਸ, ਹੋਰ ਅਲੱਗ-ਅਲੱਗ ਤਰੀਕੇ ਦੇ ਦਫ਼ਤਰ ਸਾਰੇ ਜਦੋਂ ਇੱਥੇ ਉਪਲਬਧ ਹੋਣਗੇ, ਨਾ ਕੇਵਲ ਫਗਵਾੜੇ ਦਾ ਇਹਦੇ ਨਾਲ ਸਰਬਪੱਖੀ ਵਿਕਾਸ ਹੋਵੇਗਾ ਬਲਕਿ ਆਹ ਜਿਹੜੀਆਂ ਸਬ ਡਿਵੀਜ਼ਨਸ ਨੇ, ਅੱਜ ਵੀ ਜੇ ਜਾਣਾ ਹੋਵੇ ਫਿਲੌਰ ਤੋਂ 44 ਕਿਲੋਮੀਟਰ ਲੱਗਦੇ ਨੇ ਜਲੰਧਰ ਨੂੰ। ਜੇ ਅਸੀਂ ਬੰਗੇ ਦਾ ਕੁਝ ਹਿੱਸਾ ਲੈ ਲੈਂਦੇ ਹਾਂ, ਮੰਨ ਲਓ ਪੂਰਾ ਬੰਗਾ ਨਹੀਂ ਵੀ ਲਗਾਉਂਦੇ, ਅਗਰ ਆਪਾਂ ਕਹਿ ਲਈਏ ਕਿ ਬਹਿਰਾਮ ਤੋਂ 5 ਕਿਲੋਮੀਟਰ ਅੱਗੇ ਤੱਕ ਦਾ ਹਿੱਸਾ ਇੱਧਰ ਲਾ ਦਿੰਦੇ ਨੇ, ਜਿੱਥੋਂ ਕਿ ਫਗਵਾੜੇ ਦਾ ਡਿਸਟੈਂਸ ਸਿਰਫ 12-14 ਕਿਲੋਮੀਟਰ ਹੈ ਔਰ ਜਦਕਿ ਨਵੇਂ ਸ਼ਹਿਰ ਹੈੱਡਕੁਆਟਰ ਦਾ ਡਿਸਟੈਂਸ 28-30 ਕਿਲੋਮੀਟਰ ਹੈ, ਤਾਂ ਉਹਨਾਂ ਲੋਕਾਂ ਨੂੰ ਸਹੂਲਤ ਕਿੱਧਰ ਹੈ? ਉਹਨਾਂ ਲੋਕਾਂ ਨੂੰ ਸਹੂਲਤ ਇੱਥੇ ਆਉਣ 'ਚ ਹੋਏਗੀ। ਔਰ ਉੱਦਾਂ ਵੀ ਜੇ ਅਸੀਂ ਦੇਖੀਏ, ਚਾਹੇ ਸ਼ਾਪਿੰਗ ਕਰਨੀ ਹੋਵੇ, ਹੋਰ ਕੁਝ ਕਰਨਾ ਹੋਵੇ, ਉਹ ਫਗਵਾੜਾ ਦੇ ਵਿੱਚ ਨਾਰਮਲੀ ਲੋਕ ਆਉਂਦੇ ਨੇ। ਤੇ ਇਸ ਕਰਕੇ ਇਸ ਤਰੀਕੇ ਦੇ ਨਾਲ ਜ਼ਿਲ੍ਹਾ ਦੀ ਰੀਆਰਗੇਨਾਈਜੇਸ਼ਨ ਕੀਤੀ ਜਾਵੇ। ਨਵੇਂ ਜ਼ਿਲ੍ਹੇ ਜਿੱਥੇ ਵੀ ਬਣਾਉਣੇ ਹੈ, ਮੈਂ ਤਾਂ ਇਹ ਕਹਿੰਦਾ ਕਿ ਆਹ ਪਿੱਛੇ ਜੇ ਸਾਨੂੰ ਪਤਾ ਲੱਗਿਆ ਕਿ ਬਟਾਲਾ ਨੂੰ ਸ਼ਾਇਦ ਕਵਾਇਦ ਚੱਲ ਰਹੀ ਹੈ ਕਿ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ, ਤਾਂ ਮੇਰੀ ਆਪਣੇ ਚੀਫ ਮਿਨਿਸਟਰ ਸਾਹਿਬ ਨੂੰ ਵੀ ਬੇਨਤੀ ਇਹੀ ਹੈ, ਜ਼ਿਲ੍ਹਾ ਬਣਾਓ, ਇਹਦੇ ਤੇ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਜੇ ਛੋਟੇ ਜ਼ਿਲ੍ਹੇ ਵੀ ਬਣਨਗੇ ਤਾਂ ਲੋਕਾਂ ਦਾ ਸਰਬਪੱਖੀ ਵਿਕਾਸ ਹੋਵੇਗਾ, ਲੋਕਾਂ ਨੂੰ ਆਪਣੇ ਡੋਰ ਸਟੈਪ ਤੇ ਨਿਆਂ ਮਿਲੂਗਾ, ਸਰਵਿਸਿਜ਼ ਮਿਲਣਗੀਆਂ ਜਿਹੜੀਆਂ ਸਰਕਾਰ ਦੀਆਂ ਨੇ। ਇਹਦੇ ਵਿੱਚ ਅਸੀਂ ਕੋਈ ਓਪੋਜ਼ ਨਹੀਂ ਕਰਦੇ, ਕਿਉਂਕਿ ਕਾਰਨ ਕੀ ਹੈ, ਓਪੋਜੀਸ਼ਨ ਦੀ ਜਿਹੜੀ ਰਾਜਨੀਤੀ ਹੈ ਉਹ ਹਮੇਸ਼ਾ ਲੋਕਾਂ ਦੇ ਭਲੇ ਲਈ ਨਹੀਂ ਹੁੰਦੀ, ਜਦਕਿ ਇੱਕ ਦੂਜੇ ਦੇ ਨਾਲ ਮਿਲ ਕੇ ਲੋਕਾਂ ਦੇ ਵਿਕਾਸ ਦੇ ਲਈ ਜਦੋਂ ਅਸੀਂ ਗੱਲ ਕਰਾਂਗੇ ਤਾਂ ਉਹਨਾਂ ਲੋਕਾਂ ਦਾ ਵੀ ਭਲਾ ਹੋਵੇਗਾ ਔਰ ਸਾਡੇ ਸਮਾਜ ਔਰ ਰਾਸ਼ਟਰ ਦਾ ਵੀ ਭਲਾ ਹੋਵੇਗਾ। ਅਗਰ ਜੇ ਅਸੀਂ ਇਸ ਚੀਜ਼ ਨੂੰ ਦੇਖੀਏ, ਜੇ ਬਟਾਲਾ ਵੀ ਜ਼ਿਲ੍ਹਾ ਬਣਾਉਣਾ ਹੈ ਤਾਂ ਰੈਸ਼ਨਲਾਈਜ਼ ਕੀਤਾ ਜਾਵੇ, ਤਾਂ ਉਹਦੀ ਜਿਹੜੀ ਲੋਕੇਸ਼ਨ ਜਦੋਂ ਤੱਕ ਤੁਸੀਂ ਨਿਰਧਾਰਿਤ ਕਰ ਹੀ ਲਓਗੇ ਕਿ ਬਟਾਲਾ ਬਣਾਉਣੀ ਹੈ, ਲੇਕਿਨ ਉਹਦੇ 'ਚ ਏਰੀਆ ਕਿੱਦਾਂ ਪਾਉਣਾ ਹੈ, ਕਿਹੜੇ ਐਡਜੋਇਨਿੰਗ ਖੇਤਰ ਉਹਦੇ ਵਿੱਚ ਐਡ ਕਰਨੇ ਹੈ, ਉਹ ਇਸ ਹਿਸਾਬ ਨਾਲ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ ਔਰ ਜ਼ਿਲ੍ਹੇ ਬਟਾਲਾ ਸ਼ਹਿਰ ਨੂੰ ਤਾਂ ਫਾਇਦਾ ਹੋਏਗਾ ਹੀ, ਲੇਕਿਨ ਬਟਾਲਾ ਦੇ ਇਸ ਤਰੀਕੇ ਨਾਲ ਕਾਰਵ ਆਊਟ ਕੀਤਾ ਜਾਵੇ, ਗੁਰਦਾਸਪੁਰ ਦੇ ਵਿੱਚੋਂ, ਤਰਨਤਾਰਨ ਦੇ ਵਿੱਚੋਂ, ਪਠਾਨਕੋਟ ਦੇ ਵਿੱਚੋਂ, ਉਹਨੂੰ ਇਸ ਤਰੀਕੇ ਨਾਲ ਕੱਢਿਆ ਜਾਵੇ, ਉਸ ਖੇਤਰ ਨੂੰ ਉਹਦੀ ਵਿਉਂਤ ਇੱਦਾਂ ਦੀ ਬਣਾਈ ਜਾਵੇ ਤਾਂ ਕਿ ਸੈਂਟਰਲਾਈਜ਼ਡ ਲੋਕੇਸ਼ਨ ਤੇ ਡਿਸਟ੍ਰਿਕਟ ਹੈੱਡਕੁਆਟਰ ਹਰੇਕ ਤਰੀਕੇ ਦੇ ਹੋਣ ਔਰ ਲੋਕਾਂ ਨੂੰ ਉਹ ਸਹੂਲਤ ਮਿਲ ਸਕੇ ਔਰ ਇੰਝ ਨਾ ਹੋਵੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਵਾਂ ਸ਼ਹਿਰ ਦੇ ਕੇਸ ਦੇ ਵਿੱਚ ਕਿ ਰੋਪੜ ਦੇ ਸਤਲੁਜ ਦਰਿਆ ਤੱਕ ਨਵੇਂ ਸ਼ਹਿਰ ਦੀ ਸੀਮਾ ਹੈ, ਜਦਕਿ ਉੱਥੋਂ ਡਿਸਟ੍ਰਿਕਟ ਹੈੱਡਕੁਆਟਰ ਜਿਹੜਾ ਰੂਪਨਗਰ ਦਾ ਹੈ ਉਹ 5-7 ਕਿਲੋਮੀਟਰ ਹੈ ਔਰ ਨਵਾਂ ਸ਼ਹਿਰ ਜੇ ਆਉਣਾ ਹੋਵੇ ਤਾਂ 55-60 ਕਿਲੋਮੀਟਰ ਹੈ। ਉਹਨਾਂ ਲੋਕਾਂ ਨੂੰ ਕੀ ਸਹੂਲਤ ਹੋਈ ਉਹ ਜ਼ਿਲ੍ਹਾ ਬਣਨ ਨਾਲ? ਔਰ ਉਹ ਤੋਂ ਪਹਿਲਾਂ ਕੀ ਸੀ, ਜਾਂ ਉਹ ਰੂਪਨਗਰ ਦਾ ਹਿੱਸਾ ਸੀ ਜਾਂ ਉਹਦੇ ਨਾਲ ਦੇ ਜਿਹੜੇ ਏਰੀਆ ਸੀਗੇ, ਖੇਤਰ ਸੀਗੇ, ਉਹ ਹੁਸ਼ਿਆਰਪੁਰ ਦਾ ਹਿੱਸਾ ਸੀ, ਲੇਕਿਨ ਉਹਨਾਂ ਲੋਕਾਂ ਨੂੰ ਤਾਂ ਕੋਈ ਬੈਨੀਫਿਟ ਨਹੀਂ ਹੋਇਆ, ਕੋਈ ਉਹਨਾਂ ਦਾ ਉਹ ਨਹੀਂ ਹੋਇਆ। ਜਿਹੜੇ ਰੂਪਨਗਰ ਨਾਲ ਲੱਗਦੇ ਸੀ ਉਹਨਾਂ ਨੂੰ ਨੁਕਸਾਨ ਹੋ ਗਿਆ ਔਰ ਇਸ ਸਾਰੀ ਚੀਜ਼ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਔਰ ਫਗਵਾੜਾ ਨੂੰ ਵੀ ਇਸ ਤਰੀਕੇ ਨਾਲ ਜ਼ਿਲ੍ਹਾ ਬਣਾਇਆ ਜਾਵੇ ਜਿੱਦਾਂ ਮੈਂ ਤੁਹਾਨੂੰ ਦੱਸਿਆ 15 ਕਿਲੋਮੀਟਰ ਬੰਗਾ ਤੱਕ ਦਾ ਏਰੀਆ, ਫਿਲੌਰ ਸਾਰਾ ਪਾਇਆ ਜਾਵੇ, ਇੱਧਰ ਨਕੋਦਰ ਤੋਂ ਵੀ 15 ਕਿਲੋਮੀਟਰ ਦਾ ਏਰੀਆ ਪਾ ਲਿਆ ਜਾਵੇ
ਅਗਰ ਨਕੋਦਰ ਸ਼ਹਿਰ ਨੂੰ ਨਹੀਂ ਵੀ ਪਾਣਾ ਤਾਂ 15 ਕਿਲੋਮੀਟਰ ਦਾ ਏਰੀਆ ਪਾ ਦਿੱਤਾ ਜਾਵੇ। ਔਰ ਇਧਰਲੇ ਪਾਸੇ ਸਾਡੇ ਕੋਲ ਮੈਂ ਤੁਹਾਨੂੰ ਦੱਸਿਆ 65 22 24 ਕਿਲੋਮੀਟਰ ਤੱਕ ਮਾਇਓ ਪੱਟੀ, 26 ਕਿਲੋਮੀਟਰ ਤੱਕ ਸਾਡਾ ਏਰੀਆ ਜਾਂਦਾ ਹੈ। ਔਰ ਥੋੜਾ ਏਰੀਆ ਹੁਸ਼ਿਆਰਪੁਰ ਦਾ ਜਿਹੜਾ ਇਧਰਲੇ ਪਾਸੇ ਜਾਂ ਜਲੰਧਰ ਤੋਂ, ਉਹ ਵੀ ਵਿੱਚ ਇੱਦਾਂ ਦਾ ਮਿਲਾਇਆ ਜਾਵੇ ਤਾਂ ਕਿ ਉੱਥੇ ਦੇ ਰਹਿਣ ਵਾਲੇ ਵਸਨੀਕਾਂ ਨੂੰ ਫਾਇਦਾ ਹੋਵੇ। ਔਰ ਫਗਵਾੜਾ ਨੂੰ ਤਾਂ ਫਾਇਦਾ ਇਸ ਚੀਜ਼ ਦਾ ਹੋਵੇਗਾ ਹੀ ਹੋਵੇਗਾ। ਔਰ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਅਰਜ਼ ਕਰ ਚੁੱਕਾ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਿੰਨੀ ਖੇਚਲ ਕਰਨੀ ਪੈਂਦੀ ਹੈ। ਔਰ ਕਈ ਲੋਕ ਤਾਂ ਇਹ ਵੀ ਸੋਚਦੇ ਹੋਣਗੇ ਕਿ ਕੰਮ ਕਰਵਾਉਣ ਆਪਾਂ ਜਾਈਏ ਹੀ ਨਾ, ਜਾਂ ਉਹਨੂੰ ਅੱਗੇ ਪੋਸਟਪੋਨ ਕਰਦੇ ਰਹਿੰਦੇ ਹੋਣੇ ਹੈ। ਔਰ ਇਸ ਤਰੀਕੇ ਦੇ ਨਾਲ, ਔਰ ਮੈਂ ਤੁਹਾਨੂੰ ਇਹਦੇ ਨਾਲ ਲੱਗਦੀ ਹੋਰ ਗੱਲ ਦੱਸ ਦਿੰਦਾ, ਫਗਵਾੜਾ ਦੇ ਵਿੱਚ ਸਬ ਡਿਵੀਜ਼ਨ ਹੋਣ ਕਰਕੇ ਇੱਥੇ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਇੱਕ ਅਦਾਲਤ ਹੈ ਅਤੇ ਇੱਥੇ 3 ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀਆਂ ਅਦਾਲਤਾਂ ਨੇ। ਅਤੇ ਹੁਣ ਪਿਛਲੇ ਕੁਝ ਸਮੇਂ ਤੋਂ ਫਗਵਾੜਾ ਦੇ ਲੋਕਾਂ ਦੀ ਮੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਔਰ ਸਾਡੀ ਬਾਰ ਐਸੋਸੀਏਸ਼ਨ ਦੀ ਮੰਗ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ, ਸੰਬੰਧਿਤ ਅਥਾਰਟੀਜ਼ ਨੇ, ਚਾਹੇ ਉਹ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੋਵੇ, ਔਰ ਠੀਕ ਹੈ ਕਿ ਪੰਜਾਬ ਸਰਕਾਰ ਦਾ ਤਾਂ ਸਹਿਯੋਗ ਉਹਦੇ ਵਿੱਚ ਰਹਿੰਦਾ ਹੀ ਰਹਿੰਦਾ ਹੈ ਹਮੇਸ਼ਾ ਜਦੋਂ ਹਾਈ ਕੋਰਟ ਕਿਸੇ ਚੀਜ਼ ਨੂੰ ਚਾਹੁੰਦੀ ਹੈ। ਇੱਥੇ ਇੱਕ ਦਿਨ ਫੈਮਿਲੀ ਕੋਰਟ, ਜਿਹਨਾਂ ਦਾ ਡੈਜ਼ਿਗਨੇਸ਼ਨ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਸ ਜੱਜ ਹੁੰਦਾ ਹੈ, ਇੱਕ ਦਿਨ ਸ਼ੁੱਕਰਵਾਰ ਨੂੰ ਫੈਮਿਲੀ ਕੋਰਟ ਵੀ ਲੱਗਦੀ ਹੈ। ਮੈਟਰੀਮੋਨੀਅਲ ਜਿੰਨੇ ਵੀ ਮੈਟਰ ਹੈ ਉਹ ਫਗਵਾੜਾ ਦੇ ਵਿੱਚ ਦੇਖਣੇ ਸ਼ੁਰੂ ਹੋ ਗਏ ਹਨ। ਉਹਦੇ ਲਈ ਸਾਨੂੰ ਹੁਣ ਕਪੂਰਥਲਾ ਨਹੀਂ ਜਾਣਾ ਪੈਂਦਾ, ਲੇਕਿਨ ਉਹ ਸਿਰਫ ਹਫਤੇ ਦੇ ਵਿੱਚ ਇੱਕ ਦਿਨ ਸਹੂਲਤ ਮੌਜੂਦ ਹੈ। ਲੇਕਿਨ ਇਸ ਤੋਂ ਇਲਾਵਾ ਅਗਰ ਕੋਈ ਸਿਵਲ ਕ੍ਰਿਮੀਨਲ ਅਪੀਲਸ ਕਰਨੀਆਂ ਹੋਣ, ਕ੍ਰਿਮੀਨਲ ਰਿਵਿਜ਼ਨਸ ਕਰਨੀਆਂ ਹੋਣ, ਜਾਂ ਕਹਿ ਲਓ ਪ੍ਰੀ ਅਰੈਸਟ ਬੇਲ ਜਿਹਨੂੰ ਆਪਾਂ ਐਂਟੀਸਪੇਟਰੀ ਬੇਲ ਕਹਿ ਦਿੰਦੇ ਨੇ, ਜਾਂ ਜਿਹੜੇ ਸੈਸ਼ਨ ਟਰਾਇਲ ਨੇ, ਜਾਂ ਜਿਹੜੇ ਹੋਰ ਇੱਦਾਂ ਦੇ ਮੁੱਦੇ ਨੇ ਜਿਸ 'ਚ ਸਿਰਫ ਡਿਸਟ੍ਰਿਕਟ ਜੱਜ ਦੀ ਹੀ ਜੁਰਿਸਡਿਕਸ਼ਨ ਹੈ, ਉਹਨਾਂ ਸਾਰੇ ਮੁੱਦਿਆਂ ਵਾਸਤੇ ਇਸ ਸਬ ਡਿਵੀਜ਼ਨ ਦੇ ਲੋਕਾਂ ਨੂੰ ਕਪੂਰਥਲਾ ਜਾਣਾ ਪੈਂਦਾ ਹੈ। ਔਰ ਦਿੱਕਤ ਉਹੀ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਡਿਸਟੈਂਸ ਬਹੁਤ ਜ਼ਿਆਦਾ ਹੈ। ਔਰ ਇਸੇ ਤਰੀਕੇ ਨਾਲ ਜਲੰਧਰ ਦੇ ਫਿਲੌਰ ਦੇ ਲੋਕਾਂ ਨੂੰ ਜਲੰਧਰ ਜਾਣਾ ਪੈਂਦਾ ਹੈ, ਨਕੋਦਰ ਦੇ ਲੋਕਾਂ ਨੂੰ ਵੀ ਜਲੰਧਰ ਜਾਣਾ ਪੈਂਦਾ ਹੈ, ਬੰਗਾ ਦੇ ਲੋਕਾਂ ਨੂੰ ਨਵਾਂ ਸ਼ਹਿਰ, ਚਾਹੇ ਉਹ ਮੈਂ ਤੁਹਾਨੂੰ ਦੱਸਦਾ ਕਿ ਫਗਵਾੜਾ ਤੋਂ 4 ਕਿਲੋਮੀਟਰ ਵੀ ਦੂਰ ਨਹੀਂ ਹੈ ਮੇਲੀ ਪਿੰਡ। ਮੇਲੀ ਪਿੰਡ ਨਵਾਂ ਸ਼ਹਿਰ ਯਾਨੀ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪੈਂਦਾ ਹੈ। ਔਰ ਤੁਸੀਂ ਇਹ ਦੇਖੋ 4 ਕਿਲੋਮੀਟਰ ਦੀ ਦੂਰੀ 'ਤੇ ਸਬ ਡਿਵੀਜ਼ਨ ਫਗਵਾੜਾ ਹੈ, ਉਹਨਾਂ ਲਈ ਸਬ ਡਿਵੀਜ਼ਨਲ ਕੋਰਟਸ ਵੀ 38 ਕਿਲੋਮੀਟਰ ਦੂਰ ਸ਼ਹੀਦ ਭਗਤ ਸਿੰਘ ਨਗਰ ਸ਼ਹਿਰ ਦੇ ਵਿੱਚ ਹੈ, 38 ਕਿਲੋਮੀਟਰ ਦੂਰ। ਅਗਰ ਮੈਂ ਤੁਹਾਨੂੰ ਇਹੀ ਕਹਿਣਾ ਕਿ ਰੈਸ਼ਨਲਾਈਜ਼ ਕਰਕੇ ਸੀਮਾਵਾਂ ਨੂੰ ਇੱਦਾਂ ਦਾ ਨਿਰਧਾਰਨ ਕੀਤਾ ਜਾਵੇ, ਲੋਕਾਂ ਨੂੰ ਫਾਇਦਾ ਹੋਵੇ। ਇਹ ਸਾਰੇ ਜਿੰਨੇ ਵੀ ਪਿੰਡ ਨੇ ਬਹਿਰਾਮ ਤੋਂ 5 ਕਿਲੋਮੀਟਰ ਤੋਂ ਅੱਗੇ ਤੱਕ ਦੇ ਖੇਤਰ ਵਾਲੇ, ਜਾਂ ਬੰਗਾ ਤੱਕ ਦੇ ਖੇਤਰ ਵਾਲੇ ਵੀ, ਉਹਨਾਂ ਨੂੰ ਸਬ ਡਿਵੀਜ਼ਨਲ ਕੋਰਟ ਬਹੁਤ ਨਜ਼ਦੀਕ ਪੈਣਗੀਆਂ। ਔਰ ਨਾ ਕੇਵਲ ਸਬ ਡਿਵੀਜ਼ਨਲ ਕੋਰਟ ਬਲਕਿ ਜ਼ਿਲ੍ਹਾ ਕਚਹਿਰੀਆਂ ਵੀ ਬਹੁਤ ਨਜ਼ਦੀਕ ਪੈਣਗੀਆਂ। ਔਰ ਇਸ ਤਰੀਕੇ ਦੇ ਨਾਲ ਮੈਂ ਇਹ ਚਾਹੁੰਦਾ ਹਾਂ ਕਿ ਸਾਡੀ ਸਰਕਾਰ ਇਹਦੇ ਉੱਤੇ ਧਿਆਨ ਦੇਵੇ, ਕਿਉਂਕਿ ਜਦੋਂ ਇੱਕ ਵਾਰ ਜ਼ਿਲ੍ਹਾ ਨਿਰਧਾਰਿਤ ਹੋ ਜਾਂਦਾ, ਘੋਸ਼ਿਤ ਹੋ ਜਾਂਦਾ, ਤਾਂ ਮੇਰਾ ਅਜਿਹਾ ਮੰਨਣਾ ਹੈ, ਔਰ ਇੱਦਾਂ ਦਾ ਐਕਸਪੀਰੀਅੰਸ ਵੀ ਹੈ, ਤਜਰਬਾ ਵੀ ਹੈ, ਕਿ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਮੀਡੀਏਟਲੀ ਜਦੋਂ ਕੋਈ ਵੀ ਜ਼ਿਲ੍ਹਾ ਬਣਦਾ ਹੈ, ਉਹਦੇ ਕੁਝ ਸਮੇਂ ਦੇ ਅੰਦਰ ਅੰਦਰ ਜ਼ਿਲ੍ਹਾ ਕਚਹਿਰੀਆਂ ਵੀ ਉੱਥੇ ਲਈ ਸੈਂਕਸ਼ਨ ਕਰ ਦਿੰਦੀ ਹੈ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਉੱਥੇ ਉਸ ਇਲਾਕੇ ਦੇ ਵਿੱਚ ਵੀ ਬੈਠਿਆ ਕਰਨਗੇ, ਔਰ ਉੱਥੇ ਸੈਸ਼ਨਸ ਡਿਵੀਜ਼ਨ ਬਣ ਜਾਂਦੀ ਹੈ। ਔਰ ਉਹ ਆਪਣੇ ਆਪ ਕੰਮ ਹੋ ਜਾਂਦਾ ਹੈ ਜੇਕਰ ਪ੍ਰਸ਼ਾਸਨਿਕ ਪੱਧਰ 'ਤੇ ਸਰਕਾਰ ਇਹ ਨਿਰਧਾਰਿਤ ਕਰਦੇ ਵੀ ਇਹ ਇੱਕ ਖੇਤਰ ਨੂੰ ਅਸੀਂ ਜ਼ਿਲ੍ਹਾ ਕਹਿ ਦਿੱਤਾ ਹੈ। ਔਰ ਇਸ ਦੇ ਨਾਲ ਹੀ ਅਗਰ ਦੇਖੀਏ ਪੁਲਿਸ ਦੀ ਐਫੀਸ਼ੀਐਂਸੀ, ਮੈਂ ਤੁਹਾਨੂੰ ਇਹਦੇ ਨਾਲ ਜੁੜਦੀ ਇੱਕ ਗੱਲ ਹੋਰ ਵੀ ਦੱਸਦਾ। ਫਗਵਾੜਾ ਦੇ ਵਿੱਚ ਅਗਰ ਦੇਖੀਏ ਇੱਕ ਸੈਂਸਿਟਿਵ ਟਾਊਨ ਹੈ ਨਾ, ਕਈ ਵਾਰ ਇੱਥੇ ਅਲੱਗ-ਅਲੱਗ ਤਰੀਕੇ ਦੀਆਂ ਕਿਸੇ ਨਾ ਕਿਸੇ ਤਰੀਕੇ ਦੇ ਆਪਾਂ ਕਹਿ ਲਈਏ ਸਮਾਜਿਕ ਸੌਹਾਰਦ ਵੀ ਵਿਗੜ ਜਾਂਦਾ ਹੈ ਕਈ ਵਾਰ। ਲੇਕਿਨ ਉਹਦੇ ਲਈ ਕੀ ਹੁੰਦਾ ਹੈ, ਸਾਡੇ ਜਿਹੜੇ ਜ਼ਿਲ੍ਹੇ ਦੇ ਮੁਖੀ ਨੇ, ਚਾਹੇ ਉਹ ਪੁਲਿਸ ਮੁਖੀ ਨੇ, ਚਾਹੇ ਉਹ ਡਿਪਟੀ ਕਮਿਸ਼ਨਰ, ਡਿਸਟ੍ਰਿਕਟ ਮੈਜਿਸਟਰੇਟ ਜਿਹਨੂੰ ਕਹਿ ਦਿੰਦੇ ਨੇ, ਉਹ ਇੱਥੋਂ ਕਾਫੀ ਦੂਰੀ 'ਤੇ ਨੇ। ਉਹਨਾਂ ਦਾ ਇਸ ਇਲਾਕੇ ਦੀ ਪਲਸ ਦੇ ਉੱਤੇ ਹੱਥ ਨਹੀਂ ਰਹਿੰਦਾ, ਔਰ ਉਹਨਾਂ ਨੂੰ ਆਉਂਦੇ ਵੀ ਸਮਾਂ ਲੱਗਦਾ ਹੈ। ਸਮਾਂ ਉਹੀ ਮਿਨੀਮਮ 1 ਘੰਟਾ, ਮੈਕਸੀਮਮ 1.5 ਤੋਂ 2 ਘੰਟੇ। ਔਰ ਐਨੇ ਨੂੰ ਸਥਿਤੀ ਵਿਗੜ ਜਾਂਦੀ ਹੈ, ਤਣਾਅਪੂਰਨ ਬਣੀ ਰਹਿੰਦੀ ਹੈ। ਔਰ ਅਜਿਹਾ ਤੁਸੀਂ ਦੇਖਿਆ ਵੀ ਹੈ, ਅਪ੍ਰੈਲ 2018 ਚੇਤੇ ਕਰ ਲਓ, ਜੇ ਅਗਰ ਪ੍ਰਸ਼ਾਸਨ ਸਮੇਂ ਸਿਰ ਕੰਮ ਕਰ ਦਿੰਦਾ ਤਾਂ ਫਗਵਾੜਾ ਦੇ ਵਿੱਚ ਜੋ ਸਮਾਜਿਕ ਸੌਹਾਰਦ ਦਾ ਇੰਨਾ ਵਧੀਆ ਤਾਣਾ ਬਾਣਾ ਬਣਿਆ ਹੋਇਆ ਸੀ,
ਉਹ ਵਿਗੜਦਾ ਨਾ ਕਿਸੇ ਵੀ ਤਰੀਕੇ ਨਾਲ। ਅਗਰ ਉੱਥੇ ਮੁੱਖ ਅਫਸਰ ਉਸੇ ਸਮੇਂ ਹੁੰਦੇ, ਡਿਸੀਜਨ ਲੈਂਦੇ, ਹਰ ਧਿਰ ਨੂੰ ਸਮਝਾਉਂਦੇ ਔਰ ਕਿਸੇ ਵੀ ਤਰੀਕੇ ਦੀ ਯਾਨੀ ਕਿ ਜੋ ਲੜਾਈ ਹੋਈ ਕੋਈ ਜਾਂ ਨਹੀਂ ਹੋਈ, ਇਹ ਉਹਨਾਂ ਦੇ ਉੱਤੇ ਹੈ। ਜੋ ਵੀ ਉਸ ਸਮੇਂ ਮਾਹੌਲ ਬਣਿਆ ਉਹ ਮਾਹੌਲ ਨਹੀਂ ਬਣਨਾ ਸੀ। ਤਾਂ ਇਸ ਤਰੀਕੇ ਨੂੰ ਵੀ ਅਗਰ ਅਸੀਂ ਦੇਖੀਏ, ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇਣ ਦੀ ਲੋੜ ਹੈ ਔਰ ਅੱਜ ਇਹਨਾਂ ਦੇ ਉੱਤੇ ਵਾਕਈ ਧਿਆਨ ਦੇਣ ਦੀ ਲੋੜ ਹੈ। ਔਰ ਮੈਂ ਅਜਿਹਾ ਸਮਝਦਾ ਕਿ ਸਾਡੀ ਜਿਹੜੀ ਹੁਣ ਦੀ ਪੰਜਾਬ ਸਰਕਾਰ ਹੈ 2017 'ਚ ਬਣ ਗਈ ਸੀ ਔਰ 2018 ਦਾ ਇਹ ਵਾਕਿਆ ਹੈ, ਜਿਹੜਾ ਮੰਦਭਾਗਾ ਵਾਕਿਆ ਮੈਂ ਤੁਹਾਨੂੰ ਦੱਸ ਰਿਹਾ ਹਾਂ। ਅਗਰ ਇਸ ਸਾਰੀ ਚੀਜ਼ ਨੂੰ ਅਸੀਂ ਦੇਖੀਏ, ਆਪਣੇ ਧਿਆਨ ਦੇ ਵਿੱਚ ਰੱਖੀਏ, ਤਾਂ ਮੈਂ ਚਾਹੂੰਗਾ ਕਿ ਜੇ ਅਸੀਂ ਇਹ ਗੱਲ ਆਪਣੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਈਏ ਕਿ ਅਗਰ ਫਗਵਾੜਾ ਜ਼ਿਲ੍ਹਾ ਬੜਿਆ ਹੁੰਦਾ ਔਰ ਇੱਥੇ ਐਡਮਿਨਿਸਟ੍ਰੇਟਿਵ ਆਫਿਸਰਸ ਇਸ ਲੈਵਲ ਦੇ ਜਿਹੜੇ ਕਿ IPS IAS ਲੈਵਲ ਦੇ, ਕਿਉਂਕਿ ਜਿਨ੍ਹਾਂ ਦਾ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਦੀ ਟ੍ਰੇਨਿੰਗ ਹੀ ਇੱਦਾਂ ਦੀ ਹੈ ਕਿ ਉਹਨਾਂ ਨੇ ਲੋਕਾਂ ਦੇ ਵਿੱਚ ਹਰੇਕ ਦਾ ਕਸ਼ਟ, ਹਰੇਕ ਦਾ ਦੁੱਖ, ਹਰੇਕ ਦੀ ਤਕਲੀਫ ਨੂੰ ਸਮਝਣਾ ਹੈ ਔਰ ਉਸ ਨੂੰ ਸਮਝਦੇ ਹੋਏ ਇੱਕਦਮ ਨਿਰਣਾ ਲੈਣਾ। ਤੋ ਅਗਰ ਉੱਦਾਂ ਦੇ ਨਿਰਣੇ ਲੈਣ ਲਈ ਇੱਦਾਂ ਦੇ ਸਾਡੇ ਕੋਲ ਬਿਊਰੋਕਰੇਟਸ ਮੌਜੂਦ ਹੁੰਦੇ ਤਾਂ ਅਜਿਹੀ ਮੰਦਭਾਗੀ ਘਟਨਾ ਨਹੀਂ ਘਟ ਪਾਣੀ ਸੀ। ਔਰ ਦੂਸਰੀ ਗੱਲ ਇਹ ਹੈ ਕਿ ਅਲੱਗ-ਅਲੱਗ ਜਿਵੇਂ ਆਪਾਂ ਕਹਿ ਲਈਏ, ਅਗਰ ਸਮਝਾਉਣਾ ਵੀ ਹੋਵੇ ਤਾਂ ਸਾਨੂੰ ਕਿਵੇਂ ਲੋਕਾਂ ਨੂੰ ਸਮਝਾਇਆ ਜਾਵੇਗਾ। ਸਾਡੇ ਜਿਹੜੇ ਰਾਜਨੀਤਿਕ ਨੁਮਾਇੰਦੇ ਹੈ ਜਿਨ੍ਹਾਂ ਨੂੰ ਅਸੀਂ ਚੁਣਿਆ ਹੋਇਆ ਹੈ, ਅਗਰ ਅਸੀਂ ਦੇਖੀਏ ਜ਼ਿਲ੍ਹਾ ਪਰਿਸ਼ਦ ਹੁੰਦੀ ਹੈ ਇੱਕ, ਜਿਹੜੀ ਕਿ ਪਿੰਡਾਂ ਦੇ ਆਲੇ ਦੁਆਲੇ ਦੇ ਸਾਰੇ ਉਹਨੂੰ ਦੇਖਦੀ ਹੈ, ਉਹਦੇ ਮੈਂਬਰ ਚੁਣਦੇ ਨੇ। ਉਹਨਾਂ ਦਾ ਦਫ਼ਤਰ ਕਿੱਥੇ ਹੁੰਦਾ? ਪ੍ਰਸ਼ਾਸਨਿਕ ਕੰਪਲੈਕਸ ਦੇ ਵਿੱਚ। ਅਗਰ ਸਾਰੀ ਚੀਜ਼ ਨੂੰ ਮੈਨੇਜ ਕਰਨਾ ਹੋਵੇ, ਹਰ ਚੀਜ਼ ਨੂੰ ਰਾਤੋਂ ਰਾਤ ਬੰਦੇ ਇਕੱਠੇ ਹੋ ਸਕਦੇ ਨੇ, ਉਹ ਫੈਸਲਾ ਲੈ ਸਕਦੇ ਨੇ, ਬਿਊਰੋਕਰੇਟਸ ਨੂੰ ਉਹ ਸਪੋਰਟ ਕਰ ਸਕਦੇ ਨੇ ਤਾਂ ਕਿ ਐਦਾਂ ਦੀ ਸਥਿਤੀ ਨੂੰ ਹੱਥੋਂ ਬਾਹਰ ਨਾ ਨਿਕਲ ਸਕੇ। ਤਾਂ ਦੇਖਣ ਵਾਲੀ, ਕਹਿਣ ਵਾਲੀ ਗੱਲ ਇਹ ਹੈ ਕਿ ਲੋਕਾਂ ਦੇ ਕੰਮ ਦੇ ਵਿੱਚ ਹੀ ਸਹੂਲਤ ਨਹੀਂ ਹੋਏਗੀ, ਸਮਾਜ ਦਾ ਤਾਨਾ ਬਾਨਾ ਬਣਾਉਣ ਦੇ ਵਿੱਚ ਵੀ ਸਾਨੂੰ ਇੱਕ ਬਹੁਤ ਬੜੀ ਇੱਕ ਸੁੱਖ ਦਾ ਸਾਹ ਨਸੀਬ ਹੋਵੇਗਾ ਜੇਕਰ ਫਗਵਾੜਾ ਨੂੰ ਜ਼ਿਲ੍ਹਾ ਬਣਾ ਦਿੱਤਾ ਜਾਂਦਾ ਹੈ। ਜੀ ਜੀ, ਜਿੱਦਾਂ ਕਿ ਐਡਵੋਕੇਟ ਸਾਹਿਬ ਨੇ ਦੱਸਿਆ ਹੈ ਕਿ ਮੈਨੂੰ ਲੱਗਦਾ ਕਿ ਅੱਜ ਜੋ ਇਹ ਗੱਲਾਂ ਦੱਸ ਰਹੇ ਨੇ, ਜੇ ਇਹਨਾਂ ਦੇ ਮੱਦੇਨਜ਼ਰ ਇਹਨਾਂ ਦੇ ਉੱਤੇ ਗੌਰ ਕੀਤਾ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਮਲੇਰਕੋਟਲੇ ਤੋਂ ਵੀ ਪਹਿਲਾਂ ਫਗਵਾੜੇ ਨੂੰ ਜ਼ਿਲ੍ਹਾ ਬਣਾਉਣਾ ਕੋਸ਼ਿਸ਼ ਕਰਨਾ ਬੜਾ ਜ਼ਰੂਰੀ ਸੀਗਾ, ਜੋ ਇਹਨਾਂ ਦੀਆਂ ਗੱਲਾਂ ਤੋਂ ਅੱਜ ਮਹਿਸੂਸ ਹੋ ਰਿਹਾ। ਸਰ, ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਦੇ ਲਈ, ਕਿਉਂਕਿ ਮੌਜੂਦਾ ਸਰਕਾਰ ਦਾ ਬਹੁਤ, ਫਗਵਾੜਾ ਹੋਵੇ ਚਾਹੇ ਕੋਈ ਵੀ ਜ਼ਿਲ੍ਹਾ ਹੋਵੇ, ਮੌਜੂਦਾ ਸਰਕਾਰ ਦਾ ਬਹੁਤ ਬੜਾ ਯੋਗਦਾਨ ਰਹਿੰਦਾ ਹੈ। ਹੁਣ ਜੇ ਗੱਲ ਕਰੀਏ ਅਸੀਂ ਬਟਾਲੇ ਦੀ, ਤੇ ਉੱਥੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਐਪਲੀਕੇਸ਼ਨ ਲਿਖ ਦਿੱਤੀ, ਰੰਧਾਵਾ ਜੀ ਨੇ ਕਹਿ ਦਿੱਤਾ, ਠੀਕ ਹੈ ਜੀ। ਪਰ ਫਗਵਾੜੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਇੱਕ ਉਹਨਾਂ ਵੱਲੋਂ ਬਾਰ-ਬਾਰ ਇਹ ਮੰਗ ਉਠਾਈ ਜਾਂਦੀ, ਪਰ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਬੈਠੇ ਨੇ ਸਾਡੇ ਵਿਧਾਇਕ ਸਾਹਿਬ, ਉਹਨਾਂ ਦੇ ਵੱਲੋਂ ਕੋਈ ਇੱਦਾਂ ਦੀ ਕੋਈ ਹਾਲੇ ਤੱਕ ਸਟੇਟਮੈਂਟ ਨਹੀਂ ਆਈ। ਤੁਹਾਨੂੰ ਕੀ ਲੱਗਦਾ ਜਾਂ ਤੁਸੀਂ ਕੀ ਰਿਕੁਐਸਟ ਕਰਨਾ ਚਾਹੋਗੇ? ਦੇਖੋ, ਮੈਨੂੰ ਦੋ ਚੀਜ਼ਾਂ ਇਹਦੇ ਵਿੱਚ ਲੱਗਦੀਆਂ ਹਨ। ਜਿਹੜੇ ਸਾਡੇ ਮਾਣਯੋਗ ਵਿਧਾਇਕ ਨੇ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਹਨਾਂ ਨੇ ਆਪਣੇ ਦਫ਼ਤਰੀ ਪੱਧਰ ਤੇ ਕੀਤੀਆਂ ਹੁੰਦੀਆਂ ਨੇ। ਹੋ ਸਕਦਾ ਹੈ ਉਹ ਸਾਡੇ ਜਾਣਕਾਰੀ 'ਚ ਨਾ ਹੋ ਸਕਦਾ ਹੈ ਕਿ ਉਹ ਇਸ ਬਾਰੇ 'ਚ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਜਾਂ ਬਿਊਰੋਕਰੇਸੀ ਨੂੰ ਮਿਲਦੇ ਵੀ ਹੋਣ, ਜਾਂ ਉਹਨਾਂ ਨੇ ਇੱਦਾਂ ਦੇ ਪੱਤਰ ਉਹਨਾਂ ਨੂੰ ਕੱਢੇ ਵੀ ਹੋਣ। ਲੇਕਿਨ ਮੈਂ ਇਹਦੇ ਨਾਲ ਹੀ ਉਹਨਾਂ ਨੂੰ ਇਹ ਤੁਹਾਡੇ ਮਾਧਿਅਮ ਰਾਹੀਂ, ਤੁਹਾਡੇ ਰਾਹੀਂ ਇਹ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਹੋਰ ਜ਼ਿਆਦਾ ਸਪੀਅਰ ਹੈਡ ਕੀਤਾ ਜਾਵੇ। ਇਹਦੇ ਲਈ ਫਗਵਾੜਾ ਦੇ ਨਿਵਾਸੀਆਂ ਦੀ ਮਦਦ ਲੈ ਲਈ ਜਾਵੇ। ਫਗਵਾੜਾ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ ਜਿਹੜਾ ਪ੍ਰਬੰਧ ਹੈ, ਜਾਂ ਅਲੱਗ-ਅਲੱਗ ਸੰਸਥਾਵਾਂ ਨੇ, ਜਾਂ ਅਲੱਗ-ਅਲੱਗ ਰਾਜਨੀਤਿਕ ਦਲ ਨੇ, ਜਾਂ ਅਲੱਗ-ਅਲੱਗ ਹੋਰ ਤਰੀਕੇ ਦੇ ਦਲ ਬਣੇ ਹੋਏ ਨੇ, ਉਹਨਾਂ ਸਾਰਿਆਂ ਦੀ ਇੱਕ ਉਹ ਮੀਟਿੰਗ ਬੁਲਾਉਣ ਔਰ ਉਹ ਮੀਟਿੰਗ ਬੁਲਾ ਕੇ, ਕਿਉਂਕਿ ਉਹ ਸਾਡੇ ਨੁਮਾਇੰਦੇ ਨੇ, ਔਰ ਮੈਂ ਇਹ ਸਮਝਦਾ ਹਾਂ ਕਿ ਜਦੋਂ ਉਹ ਮੀਟਿੰਗ ਬੁਲਾਉਣਗੇ ਤਾਂ ਕੋਈ ਵੀ ਬੰਦਾ, ਚਾਹੇ ਉਹ ਕਿਸੇ ਵੀ ਦਲ ਦਾ ਹੋਵੇ, ਕਿੱਦਾਂ ਦੀ ਵੀ ਵਿਚਾਰਧਾਰਾ ਦਾ ਹੋਵੇ, ਉਹ ਇਸ ਚੀਜ਼ ਦੇ, ਕਿਉਂਕਿ ਵਿਕਾਸ ਦੇ ਉੱਤੇ ਸਾਡੀ ਵਿਚਾਰਧਾਰਾ ਇੱਕ ਹੈ। ਤੁਹਾਡੀ ਵਿਚਾਰਧਾਰਾ ਹੋ ਸਕਦੀ ਹੈ ਸੱਜੇ ਪੱਖੀ ਹੋਵੇ, ਮੇਰੀ ਵਿਚਾਰਧਾਰਾ ਹੋ ਸਕਦੀ ਹੈ ਖੱਬੇ ਪੱਖੀ ਹੋਵੇ। ਆ ਜਿਹੜੇ ਸਾਡੇ ਕੈਮਰਾਮੈਨ ਬੈਠੇ ਨੇ, ਇਹਨਾਂ ਦੀ ਵਿਚਾਰਧਾਰਾ ਹੋਵੇ ਕਿ ਸੈਂਟਰਿਸਟ ਹੋਵੇ, ਕਿਸੇ ਦੀ ਫਾਰ ਰਾਈਟ, ਕਿਸੇ ਦੀ ਫਾਰ ਲੈਫਟ, ਇੱਦਾਂ ਦੀ ਬਦਲ ਕੇ ਹੋ ਸਕਦੀ ਹੈ। ਲੇਕਿਨ ਵਿਕਾਸ ਦੇ ਮੁੱਦੇ 'ਤੇ ਸਾਡੀ ਸਾਰਿਆਂ ਦੀ ਵਿਚਾਰਧਾਰਾ ਇੱਕ ਹੈ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਰੁਜ਼ਗਾਰ ਮਿਲੇ, ਸਾਰਿਆਂ ਨੂੰ ਹਰ ਤਰੀਕੇ ਦੀ ਸਹੂਲਤ ਮਿਲੇ, ਹਰ ਸਰਕਾਰੀ ਸਕੀਮ ਦਾ ਫਾਇਦਾ ਸਾਨੂੰ ਸਾਰਿਆਂ ਨੂੰ ਨਾ ਕੇਵਲ ਜਾਣਕਾਰੀ ਹੋਵੇ, ਬਲਕਿ ਸਾਡੇ ਘਰਾਂ ਦੇ ਨੇੜੇ ਤੇੜੇ ਸਾਨੂੰ ਉਹ ਸਹੂਲਤ ਮਿਲ ਜਾਵੇ, ਤਾਂ ਕਿ ਅਸੀਂ ਦਰਵਾਜ਼ਾ ਖੜਕਾਈਏ ਤੇ ਅੰਦਰੋਂ ਦੀ ਸਾਨੂੰ
ਆਵਾਜ਼ ਆ ਜਾਵੇ ਵੀ ਆਹ ਤੁਸੀਂ ਫਾਰਮ ਭਰ ਕੇ ਦਿਓ, ਇੱਥੇ ਦਿਓ ਤੇ ਆਪਣੀ ਆ ਸਹੂਲਤ ਲੈ ਕੇ ਜਾਓ ਜਾਂ ਆਪਣਾ ਕੰਮ ਕਰਵਾ ਕੇ ਜਾਓ, ਤਾਂ ਕਿ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਹੋਵੇ। ਤਾਂ ਮੇਰੀ ਉਹਨਾਂ ਅੱਗੇ ਬੇਨਤੀ ਇਹ ਹੈ ਕਿ ਉਹ ਸਾਡੇ ਨੇਤਾ ਹਨ ਔਰ ਅਸੀਂ ਸਾਰੇ ਹੀ ਉਹਨਾਂ ਨੂੰ ਨੇਤਾ ਮੰਨਦੇ ਹਾਂ, ਤਾਂ ਹੀ ਉਹ ਵਿਧਾਇਕ ਬਣੇ ਆ ਸਾਡੇ, ਤੇ ਉਹਨਾਂ ਕੋਲੇ ਬੜਾ ਹੀ ਸੁਨਹਿਰੀ ਮੌਕਾ ਆਇਆ ਹੈ ਕਿ ਉਹ ਇਸ ਮੌਕੇ ਦਾ ਫਾਇਦਾ ਉਠਾਉਣ ਔਰ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ, ਔਰ ਮੈਂ ਆਪਣੇ ਪੱਧਰ ਤੇ ਤਾਂ ਇਹ ਕਹਾਂਗਾ ਕਿ ਅਸੀਂ ਹਰ ਤਰੀਕੇ ਦਾ ਸਹਿਯੋਗ ਉਹਨਾਂ ਨੂੰ ਵੀ ਦੇਵਾਂਗੇ। ਸਾਡੇ ਮਾਣਯੋਗ ਸੋਮ ਪ੍ਰਕਾਸ਼ ਜੀ, ਜਿਨ੍ਹਾਂ ਨੇ ਇਹ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਿਆ ਕਿ ਇਹ ਉਪਰਾਲਾ ਕੀਤਾ ਹੈ, ਤੇ ਅਸੀਂ ਉਹਨਾਂ ਦਾ ਵੀ ਸਹਿਯੋਗ ਕਰਾਂਗੇ ਕਿ ਇਹ ਸਾਰੇ ਇਕੱਠੇ ਹੋ ਕੇ ਸਾਡੀ ਇਸ ਮੰਗ ਨੂੰ ਸਪੀਅਰ ਹੈਡ ਕਰਨ, ਔਰ ਨਾ ਕੇਵਲ ਸਪੀਅਰ ਹੈਡ ਕਰਨ, ਇਹਨੂੰ ਇੱਕ ਲੌਜੀਕਲ ਵੇ ਨਾਲ। ਦੇਖੋ, ਹਰ ਚੀਜ਼ ਜਿੰਦਾਬਾਦ ਮੁਰਦਾਬਾਦ ਦੇ ਨਾਲ ਅਚੀਵ ਨਹੀਂ ਕੀਤੀ ਜਾ ਸਕਦੀ। ਅਸੀਂ ਲੌਜੀਕਲ ਵੇ ਦੇ ਨਾਲ, ਰੀਜ਼ਨਿੰਗ ਦੇ ਨਾਲ, ਔਰ ਮੈਂ ਸਮਝਦਾ ਕਿ ਸਾਡਾ ਇਹ ਸੁਭਾਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਇੱਕ ਪੜ੍ਹੇ ਲਿਖੇ ਔਰ ਬੜੇ ਹੀ ਸੂਝਵਾਨ ਰਾਜਨੀਤਿਕ ਨੇਤਾ ਹਨ, ਔਰ ਮੈਂ ਇਹ ਸਮਝਦਾ ਹਾਂ ਕਿ ਉਹਨਾਂ ਨੂੰ ਪ੍ਰਸ਼ਾਸਨਿਕ ਤਜਰਬਾ ਵੀ ਬਹੁਤ ਜ਼ਿਆਦਾ ਹੈ, ਕਿ ਅਗਰ ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੀਏ ਔਰ ਉਹਨਾਂ ਨੂੰ ਰੀਜ਼ਨਿੰਗ ਦੇ ਨਾਲ ਲੌਜੀਕਲੀ ਇੱਕ ਇੱਕ ਗੱਲ ਸਮਝਾ ਦਈਏ, ਤਾਂ ਮੈਨੂੰ ਅਜਿਹੀ ਕੋਈ ਵੀ ਅੜਚਨ ਨਜ਼ਰ ਨਹੀਂ ਆਉਂਦੀ ਕਿ ਉਹ ਸਾਡੀ ਇਸ ਮਾਮੂਲੀ ਮੰਗ ਹੈ। ਔਰ ਕਾਰਨ ਕੀ ਹੈ? ਇਹਦੇ ਨਾਲ ਸਾਡਾ ਕਿਸੇ ਦਾ ਫਾਇਦਾ ਨਹੀਂ ਹੋਣਾ, ਨਿੱਜੀ ਲਾਭ, ਨਿੱਜੀ ਸਵਾਰਥ ਇਹਦੇ ਵਿੱਚ ਕਿਸੇ ਦਾ ਨਹੀਂ ਹੈ। ਔਰ ਇਹਦੇ ਨਾਲ ਫਾਇਦਾ ਕਿਹਨੂੰ ਹੋਣਾ ਹੈ? ਜੇ ਇੱਥੇ ਦੇ ਲੋਕਾਂ ਨੂੰ ਫਾਇਦਾ ਹੋਇਆ ਤਾਂ ਇੱਕ ਗੱਲ ਹੋਏਗੀ ਕਿ ਉਹਨਾਂ ਲੋਕਾਂ ਦਾ ਫਾਇਦਾ ਜਦੋਂ ਹੋਏਗਾ ਤਾਂ ਇਸ ਇਲਾਕੇ ਖਿੱਤੇ ਦੇ ਵਿੱਚ ਰਹਿੰਦੇ ਜਿਹੜੇ ਸਮਾਜ ਦੇ ਵਿੱਚ ਲੋਕ ਨੇ, ਉਸ ਸਮਾਜ ਦਾ ਫਾਇਦਾ ਹੋਏਗਾ। ਸਮਾਜ ਦਾ ਫਾਇਦਾ ਹੋਏਗਾ ਤਾਂ ਇਸ ਪ੍ਰਦੇਸ਼ ਦਾ ਫਾਇਦਾ ਹੋਏਗਾ, ਪ੍ਰਦੇਸ਼ ਦਾ ਫਾਇਦਾ ਹੋਏਗਾ ਤਾਂ ਸਾਡੇ ਪੂਰੇ ਰਾਸ਼ਟਰ ਦਾ ਫਾਇਦਾ ਹੋਏਗਾ। ਔਰ ਮੈਂ ਇਹ ਸਮਝਦਾ ਹਾਂ ਕਿ ਇਸ ਮੰਗ ਨੂੰ ਪੂਰਾ ਕਰਨ ਦੇ ਵਿੱਚ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਅੜਚਨ ਦਰਪੇਸ਼ ਨਹੀਂ ਆਣੀ ਚਾਹੀਦੀ। ਔਰ ਮੈਂ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਜੀ ਔਰ ਸ਼੍ਰੀ ਸੋਮ ਪ੍ਰਕਾਸ਼ ਜੀ ਔਰ ਹੋਰ ਆਪਣੇ ਮਾਣਯੋਗ ਜਿੰਨੇ ਵੀ ਰਾਜਨੀਤਿਕ ਜਾਂ ਸਮਾਜਿਕ ਸਾਡੇ ਆਗੂ ਹਨ, ਉਹਨਾਂ ਸਾਰਿਆਂ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ ਮੰਚ 'ਤੇ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਅਸੀਂ ਇੱਕ ਆਪਣਾ ਵਿਉਂਤਬੰਦੀ ਬਣਾ ਲਈਏ ਕਿ ਅਸੀਂ ਕਿਹੜੇ ਕਿਹੜੇ ਤਰਕਾਂ ਦੇ ਨਾਲ ਆਪਣਾ ਪੱਖ ਉਹਨਾਂ ਦੇ ਸਾਹਮਣੇ ਰੱਖਣਾ ਹੈ, ਪ੍ਰਦੇਸ਼ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ, ਔਰ ਉਹਨਾਂ ਦੇ ਸਾਹਮਣੇ ਰੱਖਦੇ ਹੋਏ, ਤਾਂ ਕਿ ਇਸ ਬਾਰੇ ਚਾਹੇ ਵਿਧਾਨ ਸਭਾ ਦਾ ਸਪੈਸ਼ਲ ਸੱਤਰ ਬੁਲਾਇਆ ਜਾਵੇ ਜਾਂ ਅਗਰ ਇਹਨੂੰ ਪ੍ਰਸ਼ਾਸਨਿਕ ਪੱਧਰ ਤੇ ਹੀ ਕੀਤਾ ਜਾ ਸਕਦਾ, ਉਸ ਪ੍ਰਸ਼ਾਸਨਿਕ ਪੱਧਰ ਤੇ, ਉਸ ਬੜੇ ਪੱਧਰ ਤੇ ਇਹ ਸਾਰਾ ਕੰਮ ਨੂੰ ਨੇਪਰੇ ਚਾੜਿਆ ਜਾਵੇ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਕਈ ਮਹਿਕਮੇ ਹੁੰਦੇ ਹਨ, ਜਿਹੜੇ ਮਹਿਕਮਿਆਂ ਦੀ ਕਮਾਨ ਪ੍ਰਦੇਸ਼ ਦੇ ਮੁੱਖ ਮੰਤਰੀ ਸਾਹਿਬ ਔਰ ਗ੍ਰਹਿ ਮੰਤਰੀ ਸਾਹਿਬ, ਜੋ ਕਿ ਮੈਨੂੰ ਲੱਗਦਾ ਹੈ ਸ਼੍ਰੀ ਕੈਪਟਨ ਅਮਰਿੰਦਰ ਸਿੰਘ ਜੀ ਹੀ ਹਨ, ਉਹਨਾਂ ਦੇ ਹੱਥ ਦੇ ਵਿੱਚ ਹੀ ਹੈ। ਔਰ ਉਹ ਸਾਰੇ ਮਹਿਕਮਿਆਂ ਤੋਂ ਰਿਪੋਰਟ ਲੈ ਕੇ ਇਸ ਕੰਮ ਨੂੰ ਛੇਤੀ ਤੋਂ ਛੇਤੀ ਪੂਰਾ ਕਰਵਾ ਸਕਦੇ ਹਨ। ਔਰ ਇੱਕ ਮੈਂ ਅੱਜ ਜੇ ਤੁਹਾਡੇ ਤੋਂ ਥੋੜ੍ਹਾ ਜਿਹਾ ਸਮਾਂ ਹੋਰ ਲੈ ਲਾਂ, ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸਣਾ ਕਿ ਫਗਵਾੜਾ ਦੇ ਲੋਕਾਂ ਦੀ ਇੱਕ ਹੋਰ ਵੀ ਸਮੱਸਿਆ ਉਹਨਾਂ ਨੂੰ ਕਾਫੀ ਜਲਦੀ ਹੀ ਦਰਪੇਸ਼ ਆਉਣ ਵਾਲੀ ਹੈ। ਔਰ ਉਹ ਸਮੱਸਿਆ ਕੀ ਹੈ ਕਿ ਫਗਵਾੜਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜੀਆਂ ਪ੍ਰਸ਼ਾਸਨਿਕ ਕੰਪਲੈਕਸ ਹੈ ਜਾਂ ਜਿੱਥੇ ਕਿ ਅਦਾਲਤਾਂ ਵੀ ਇਸ ਸਮੇਂ ਮੌਜੂਦ ਨੇ ਸਬ ਡਿਵੀਜ਼ਨ ਦੀਆਂ, ਉਹ ਇੱਕ ਹੀ ਕੰਪਲੈਕਸ ਦੇ ਵਿੱਚ ਹੈ। ਅੱਧਾ ਹਿੱਸਾ ਜੁਡੀਸ਼ੀਅਲ ਕੰਪਲੈਕਸ ਹੈ, ਅੱਧਾ ਹਿੱਸਾ ਪ੍ਰਸ਼ਾਸਨਿਕ ਕੰਪਲੈਕਸ ਹੈ। ਲੇਕਿਨ ਜੁਡੀਸ਼ੀਅਲ ਇਹ ਸਾਰੀ ਜਿਹੜੀ ਬਿਲਡਿੰਗ ਹੈ, ਅੱਜ ਤੋਂ ਮੇਰਾ ਵਿਚਾਰ ਇਹ ਹੈ ਕਿ ਤਕਰੀਬਨ 38-40 ਸਾਲ ਪਹਿਲਾਂ ਬਣ ਚੁੱਕੀ ਹੈ, ਲੇਕਿਨ ਇਹ ਹਲੇ ਕਾਫੀ ਜਿਹੜਾ ਬਿਲਡਿੰਗ ਦਾ ਹਿੱਸਾ ਹੈ ਹਲੇ ਆਪਾਂ ਇਹ ਕਹਿ ਲਈਏ ਅਨਫਿਟ ਨਹੀਂ ਹੋਇਆ। ਜਿਹੜਾ ਅਨਫਿਟ ਹੋ ਗਿਆ ਉਹਨੂੰ ਤਾਂ ਸਰਕਾਰ ਰਿਮੂਵ ਕਰਕੇ ਉਹਦੀ ਥਾਂ 'ਤੇ ਨਵਾਂ ਬਣਾਉਣ ਦੀ ਤਜਵੀਜ਼ ਕਰ ਦਿੰਦੀ ਹੈ। ਲੇਕਿਨ ਹੁਣ ਇੱਕ ਜਿਹੜੀ ਤਜਵੀਜ਼ ਕਾਫੀ ਸਮੇਂ ਤੋਂ ਚੱਲ ਵੀ ਰਹੀ ਹੈ ਔਰ ਸਾਡੀ ਬਾਰ ਐਸੋਸੀਏਸ਼ਨ ਫਗਵਾੜਾ ਰਜਿਸਟਰਡ ਬਾਰ-ਬਾਰ ਇਹਦੇ 'ਤੇ ਪ੍ਰਯਤਨ ਵੀ ਕਰ ਰਹੀ ਹੈ ਕਿ ਜਿਹੜਾ ਪ੍ਰਸ਼ਾਸਨਿਕ ਕੰਪਲੈਕਸ ਔਰ ਜਿਹੜਾ ਜੁਡੀਸ਼ੀਅਲ ਕੰਪਲੈਕਸ ਹੈ, ਇਹ ਇੱਕ ਦੂਜੇ ਦੇ ਐਡਜੈਸੈਂਟ ਰਹਿਣੇ ਚਾਹੀਦੇ ਹੈ, ਨੇੜੇ। ਉਹਦਾ ਕਾਰਨ ਕੀ ਹੈ? ਅਗਰ ਕਿਸੇ ਵਿਅਕਤੀ ਨੇ ਕੋਈ ਅਦਾਲਤ ਦੇ ਵਿੱਚ ਸਿਵਲ ਜਾਂ ਕ੍ਰਿਮੀਨਲ ਮੁਕੱਦਮਾ ਲੜਨਾ ਹੈ, ਉਹ ਜੁਡੀਸ਼ੀਅਲ ਕੰਪਲੈਕਸ ਜਾਏਗਾ। ਜੇ ਉਹਨੇ ਰੈਵਨਿਊ ਕੋਰਟ ਦੇ ਵਿੱਚ ਜਾਣਾ ਹੈ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਇਹਨਾਂ ਨੂੰ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਕਹਿੰਦੇ ਹਨ, ਔਰ SDM, ਇਹਨੂੰ ਜਦੋਂ ਰੈਵਨਿਊ ਅਦਾਲਤ ਦੇ ਵਿੱਚ ਬਹਿੰਦੇ ਹਨ, ਇਹਨਾਂ ਨੂੰ ਕਹਿੰਦੇ ਹਾਂ ਆਪਾਂ ਕਲੈਕਟਰ ਫਗਵਾੜਾ। ਔਰ ਇਹਨਾਂ ਦੇ ਜਿਹੜੇ ਦਫ਼ਤਰ ਨੇ, ਇਹ
ਇਸ ਸਮੇਂ ਇसी ਕੰਪਲੈਕਸ ਦੇ ਵਿੱਚ ਮੌਜੂਦ ਹੈ। ਯਾਨੀ ਕਿ ਹਰ ਤਰੀਕੇ ਦੇ ਕੇਸ ਲੋਕ ਇੱਕ ਹੀ ਕੰਪਲੈਕਸ ਦੇ ਵਿੱਚ ਭੁਗਤ ਲੈਂਦੇ ਆ। ਔਰ ਮੈਂ ਤੁਹਾਨੂੰ ਅਮੂਮਨ ਦੱਸਦਾ ਕਿ ਅਗਰ ਕਿਸੇ ਦਾ ਦੀਵਾਨੀ ਮੁਕੱਦਮਾ ਚੱਲਦਾ ਹੈ ਤਾਂ ਉਹਦਾ ਹੋ ਸਕਦਾ ਹੈ ਕਿ ਰੈਵਨਿਊ ਕੋਰਟ ਦੇ ਵਿੱਚ ਵੀ, ਮਾਲ ਮਹਿਕਮੇ ਦੀ ਅਦਾਲਤ ਦੇ ਵਿੱਚ ਵੀ ਕੋਈ ਮੁਕੱਦਮਾ ਜ਼ਮੀਨ ਦਾ ਚੱਲਦਾ ਹੋਵੇਗਾ। ਜੇ ਮਾਲ ਮਹਿਕਮੇ 'ਚ ਚੱਲਦਾ ਹੈ ਤਾਂ ਜਾਂ ਤਾਂ ਉਹਦਾ ਦੀਵਾਨੀ ਮੁਕੱਦਮਾ ਵੀ ਚੱਲਣਾ ਚਾਲੂ ਹੋ ਜਾਂਦਾ ਹੈ ਔਰ ਹੋਰ ਤਰੀਕੇ ਦਾ ਵੀ ਕੋਈ ਨਾ ਕੋਈ ਮੁਕੱਦਮਾ ਹੁੰਦਾ ਹੈ। ਔਰ ਇਸ ਦੇ ਨਾਲ ਹੀ ਜਿਹੜੇ ਆਪਾਂ ਦੇਖੀਏ ਕਿ ਇਹ ਜਿਹੜੀ ਰੈਵਨਿਊ ਕੋਰਟਸ ਹੈ, ਮਾਲ ਮਹਿਕਮੇ ਦੀਆਂ ਅਦਾਲਤਾਂ ਨੇ, ਇਹ ਕਈ ਤਰੀਕੇ ਦੇ ਫੰਕਸ਼ਨਸ ਅਦਾ ਕਰਦੀਆਂ ਨੇ। ਆਪਾਂ ਜੇ ਸੀਨੀਅਰ ਸਿਟੀਜ਼ਨਸ ਬਾਰੇ ਇੱਕ ਐਕਟ ਬਣਿਆ ਹੋਇਆ, ਉਹਦੇ ਲਈ ਵੀ SDM ਨੂੰ ਟ੍ਰਾਈਬਿਊਨਲ ਬਣਾਇਆ ਹੋਇਆ। ਉਹ SDM ਹੀ ਦੇਖਦੇ ਆ, ਉਹ ਵੀ ਇੱਕ ਜੁਡੀਸ਼ੀਅਲ ਪਾਵਰਸ ਐਕਸਰਸਾਈਜ਼ ਕਰਦੇ ਨੇ। ਉਹਦੀ ਪਾਵਰ ਵੀ ਕਲੈਕਟਰ ਯਾਨੀ ਕਿ SDM ਕੋਲ ਹੈ, ਕਿਉਂਕਿ ਉਹ ਟ੍ਰਾਈਬਿਊਨਲ ਦੇ ਤੌਰ 'ਤੇ ਸੀਨੀਅਰ ਸਿਟੀਜ਼ਨ ਐਕਟ ਦੇ ਥੱਲੇ ਕੰਮ ਕਰਦਾ ਹੈ। ਔਰ ਇਸ ਦੇ ਨਾਲ ਹੀ ਜੇ ਕਿਸੇ ਨੇ ਆਪਣੀਆਂ ਸਬ ਰਜਿਸਟਰਾਰ ਦੇ ਆਫਿਸ 'ਚ ਅਲੱਗ-ਅਲੱਗ ਆਪਣੀਆਂ ਰਜਿਸਟਰਡ ਉਹ ਕਰਵਾਉਣੀਆਂ ਹੁੰਦੀਆਂ ਨੇ, ਉਹ ਵੀ ਇੱਥੇ ਹੀ ਆਉਂਦੇ ਨੇ। ਔਰ ਅਗਰ ਸੁਵਿਧਾ ਸੈਂਟਰ 'ਚ ਕਿਸੇ ਨੇ ਆਉਣਾ ਹੈ, ਫਰਦ ਸੈਂਟਰ 'ਚ ਕਿਸੇ ਨੇ ਆਉਣਾ ਹੈ, ਆਪਣੀ ਜ਼ਮੀਨ ਦਾ ਕੋਈ ਇੰਤਕਾਲ ਕਰਵਾਉਣ ਲਈ ਆਉਣਾ ਹੈ, ਉਹਨਾਂ ਨੇ ਵੀ ਇੱਥੇ ਹੀ ਆਉਣਾ ਹੈ। ਔਰ ਲੇਕਿਨ ਹੁਣ ਕਵਾਇਦ ਕੀ ਹੋਈ ਹੈ ਕਿ ਹੁਸ਼ਿਆਰਪੁਰ ਰੋਡ ਦੇ ਉੱਤੇ ਇਸ ਇੱਦਾਂ ਦਾ ਤਜਵੀਜ਼ ਵੀ ਆ ਗਈ ਹੈ ਔਰ ਇੱਦਾਂ ਦੀ ਪ੍ਰਪੋਜ਼ਲ ਨੇਪਰੇ ਵੀ ਅੱਗੇ ਚੱਲਣੀ ਚਾਲੂ ਹੋ ਗਈ ਹੈ। ਔਰ ਉੱਥੇ ਜਿਹੜੀਆਂ ਜੁਡੀਸ਼ੀਅਲ ਕੋਰਟਸ ਹੈ ਉੱਥੇ ਸ਼ਿਫਟ ਹੋ ਜਾਣਗੀਆਂ। ਕੋਰਟ ਹਲੇ ਸਿਰਫ ਮੇਰੇ ਖਿਆਲ ਨਾਲ, ਜਿੱਥੇ ਤੱਕ ਮੈਨੂੰ ਜਾਣਕਾਰੀ ਹੈ, ਸਿਰਫ ਇੰਤਕਾਲ ਦਾ ਮੈਟਰ ਰੁਕਿਆ ਹੋਇਆ, ਕਿਉਂਕਿ ਸਰਕਾਰ ਨੇ ਜਗ੍ਹਾ ਦਾ ਸਰਕਾਰ ਨੂੰ ਅਵੇਲੇਬਲ ਹੋ ਹੀ ਜਾਂਦੀ ਹੈ, ਕਿਉਂਕਿ ਸਰਕਾਰ ਦੀ ਇੱਛਾ ਸ਼ਕਤੀ ਔਰ ਧਨ ਬਲ ਹਰ ਤਰੀਕੇ ਦਾ ਮੌਜੂਦ ਹੁੰਦਾ ਹੈ। ਔਰ ਇਹਦੇ ਵਿੱਚ ਨੋ ਡਾਊਟ ਇੱਕ ਬਿਲਡਿੰਗ ਕਮੇਟੀ ਸਾਡੀ ਮਾਨਯੋਗ ਹਾਈ ਕੋਰਟ ਦੀ ਬਣੀ ਹੁੰਦੀ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ। ਉਹਨਾਂ ਦੇ ਸੰਜਾਨ ਦੇ ਵਿੱਚ, ਯਾਨੀ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਸਾਰਾ ਕੰਮ ਕਾਜ ਕੀਤਾ ਜਾਣਾ ਹੈ। ਲੇਕਿਨ ਮੈਂ ਫਿਰ ਤੁਹਾਨੂੰ ਕਹਿ ਦੇਵਾਂ, ਇੱਕ ਗੱਲ ਦੱਸ ਦੇਵਾਂ ਕਿ ਮਾਨਯੋਗ ਜਿਹੜੀ ਬਿਲਡਿੰਗ ਕਮੇਟੀ ਹੈ, ਉਹ ਜੋ ਵੀ ਨਿਰਣਾ ਲੈਂਦੀ ਹੈ, ਉਹ ਜਿਹੜੇ ਸਰਕਾਰ ਦੇ ਅਲੱਗ-ਅਲੱਗ ਅਦਾਰੇ ਹੈ, ਖਾਸ ਕਰਕੇ ਪੰਜਾਬ ਟਾਊਨ ਪਲਾਨਰ ਹੈ ਨਾ, ਜਾਂ PWD ਦੇ ਆਫਿਸਿਸ, ਇਹਨਾਂ ਸਾਰਿਆਂ ਦੇ ਰਾਹੀਂ ਹੀ ਉਹ ਬਿਲਡਿੰਗਸ ਵਗੈਰਾ ਬਣਦੀਆਂ ਨੇ, ਜਾਂ ਹੋਰ ਅਲੱਗ-ਅਲੱਗ ਅਦਾਰਿਆਂ ਤੋਂ ਜਿਹਨੂੰ ਕਹਿੰਦੇ ਆ ਵੀ ਮਦਦ ਲਈ ਜਾਂਦੀ ਹੈ ਇਸ ਕੰਮ ਨੂੰ ਕਰਨ ਵਾਸਤੇ। ਉਹ ਜਿਹੜਾ ਪੰਜਾਬ ਟਾਊਨ ਪਲਾਨਰ ਹੈ, ਉਹਦਾ ਆਫਿਸ ਇਹ ਦੱਸਦਾ ਹੈ ਕਿ ਕਿੱਥੇ ਬਿਲਡਿੰਗ ਬਣਾਉਣੀ ਉਚਿਤ ਹੈ, ਕਿੱਥੇ ਬਿਲਡਿੰਗ ਬਣਾਉਣੀ ਉਚਿਤ ਨਹੀਂ ਹੈ। ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਐਕਸਪਰਟ ਡਿਸੀਸ਼ਨ ਹੈ ਉਹ ਐਕਸਪਰਟਸ ਲੈਂਦੇ ਨੇ ਅਤੇ ਉਹ ਉਹਨੂੰ ਮਾਣਯੋਗ ਬਿਲਡਿੰਗ ਕਮੇਟੀ ਦੇ ਮੂਹਰੇ ਰੱਖਦੇ ਹਨ। ਬਿਲਡਿੰਗ ਕਮੇਟੀ ਉਸ ਐਕਸਪਰਟ ਓਪੀਨੀਅਨ ਦੇ ਉੱਤੇ ਅਮੂਮਨ ਉਹਨੂੰ ਮੋਹਰ ਲਗਾ ਦਿੰਦੀ ਹੈ, ਕਿਉਂਕਿ ਐਕਸਪਰਟਸ ਦਾ ਕਹਿਣਾ ਇੱਕ ਤਰੀਕੇ ਦਾ ਉਹ ਸਮਝਿਆ ਜਾਂਦਾ ਹੈ ਕਿ ਇਹਨਾਂ ਨੇ ਹਰ ਪੱਖ ਨੂੰ ਦੇਖ ਕੇ ਹੀ, ਸਰਵੇਖਣ ਕਰਨ ਦੇ ਬਾਅਦ ਹੀ ਇਸ ਚੀਜ਼ ਨੂੰ ਕੀਤਾ ਗਿਆ। ਔਰ ਇਸ ਤੋਂ ਇਲਾਵਾ ਬਿਲਡਿੰਗ ਕਮੇਟੀ ਆਪਣੀਆਂ ਚਰਚਾਵਾਂ ਵੀ ਕਰਦੀ ਹੈ ਔਰ ਜਗ੍ਹਾ ਨੂੰ ਵੀ ਦੇਖਦੀ ਹੈ। ਹੁਣ ਇਸ ਸਾਰੀ ਚੀਜ਼ ਨੂੰ ਕਰਦੇ ਹੋਏ ਜਿਹੜਾ ਸਰਕਾਰ ਦਾ ਸਾਡਾ ਮਹਿਕਮਾ ਹੈ, ਉਹਨਾਂ ਨੇ ਮਾਣਯੋਗ ਬਿਲਡਿੰਗ ਕਮੇਟੀ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੀ ਹੈ, ਉਹਨਾਂ ਨੂੰ ਉਹ ਜਗ੍ਹਾ ਦੇ ਬਾਰੇ ਦੱਸਤਾ ਅਤੇ ਉੱਥੇ ਉਹ ਕਵਾਇਦ ਸ਼ੁਰੂ ਹੋ ਗਈ। ਲੇਕਿਨ ਉਹਦਾ ਕੀ ਗੱਲ ਹੋਏਗੀ, ਮੈਨੂੰ ਜੋ ਲੱਗਦਾ ਹੈ ਕਿ ਜਿਹੜੇ ਉੱਥੇ 6 ਅਦਾਲਤਾਂ ਬਣਨਗੀਆਂ, ਮਲਟੀ ਸਟੋਰੀ ਬਿਲਡਿੰਗ ਬਣੇਗੀ। ਉਹ ਤੋਂ ਬਾਅਦ ਲਾਇਰਸ ਦੇ ਚੈਂਬਰਸ ਵੀ ਤਰਤੀਬ ਵਾਈਜ਼ ਉਹ ਵੀ ਮਲਟੀ ਸਟੋਰੀ ਹੀ ਬਣਨਗੇ ਔਰ ਅਦਾਲਤ ਨਾਲ ਸੰਬੰਧਿਤ ਹੋਰ ਵੀ ਦਫ਼ਤਰ ਉੱਥੇ ਸ਼ਿਫਟ ਹੋ ਜਾਣਗੇ। ਔਰ ਇੱਥੇ 6 ਜਿਹੜੇ ਜੁਡੀਸ਼ੀਅਲ ਆਫਿਸਰਸ ਦੇ ਲਈ ਘਰ ਹੈ, ਉਹ ਬੈਕ ਸਾਈਡ 'ਤੇ ਜਿਹੜੀ ਜਗ੍ਹਾ ਖਾਲੀ ਹੈ ਉੱਥੇ ਬਣਾਉਣ ਦੀ ਉਹਨਾਂ ਦੀ ਪ੍ਰਪੋਜ਼ਲ ਹੈ। ਔਰ ਇਹ ਮੈਂ ਜੋ ਸਮਝਦਾ ਹਾਂ ਕਿ ਇਹ ਸਾਰੀ ਜਿਹੜੀ ਕਵਾਇਦ ਹੈ ਇਹ ਉਸ ਸਮੇਂ ਹੋ ਰਹੀ ਹੈ ਜਦੋਂ ਫਗਵਾੜਾ ਸਬ ਡਿਵੀਜ਼ਨ ਹੈ। ਲੇਕਿਨ ਅਗਰ ਮੰਨ ਲਓ ਇਹ ਜ਼ਿਲ੍ਹਾ ਨਹੀਂ ਬਣਦਾ ਹਲੇ ਕਾਫੀ ਸਮੇਂ ਤੱਕ, ਇਹ ਸਬ ਡਿਵੀਜ਼ਨ ਹੀ ਰਹਿੰਦੀ ਹੈ, ਤਾਂ ਹੁਣ ਦੀਆਂ ਜਿਹੜੀਆਂ ਅਦਾਲਤਾਂ ਨੇ ਔਰ ਹੁਸ਼ਿਆਰਪੁਰ ਰੋਡ ਦੇ ਵਿੱਚ ਤਕਰੀਬਨ 3 ਕਿਲੋਮੀਟਰ ਦਾ ਘੱਟੋ ਘੱਟ ਫਾਸਲਾ ਹੈ। ਔਰ ਦੂਸਰੀ ਗੱਲ ਇਹ ਹੈ, ਹੁਣ ਦੀ ਅਦਾਲਤ GT ਰੋਡ ਦੇ ਉੱਤੇ ਸਥਿਤ ਹੈ। ਉਹ ਜਿਹੜੀ ਹੁਸ਼ਿਆਰਪੁਰ ਰੋਡ ਜਿਹੜੀਆਂ ਨਵੀਆਂ ਅਦਾਲਤਾਂ ਹਲੇ ਬਣਨੀਆਂ ਨੇ, ਸ਼ੁਰੂ ਨਹੀਂ ਹੋਈਆਂ, ਕਿਉਂਕਿ ਹਲੇ ਬਿਲਡਿੰਗ ਲੈਂਡ ਦੀ ਮਿਊਟੇਸ਼ਨ ਸ਼ਾਇਦ ਟਰਾਂਸਫਰ ਹੋਣੀ ਹੈ, ਹੋਈ ਜਾਂ ਨਹੀਂ ਇਹਦੇ ਬਾਰੇ ਮੈਨੂੰ ਪਤਾ ਨਹੀਂ ਹੈ, ਕਿਉਂਕਿ ਇਹ ਮਹਿਕਮਿਆਂ ਦੀ ਗੱਲ ਹੈ, ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ। ਹਲੇ ਚਰਚਾ ਹੈਗੀ ਹੈ, ਉਨੀ ਕੰਮ ਵੀ ਚੱਲ ਰਿਹਾ, ਜਿੱਥੇ ਤੱਕ ਸਾਨੂੰ ਪਤਾ ਹੈ ਕਿ ਉੱਥੇ ਹੀ ਬਣਨਾ ਹੈ, ਪਾਸ ਹੋ ਗਿਆ ਹੋਇਆ, ਮਨਜ਼ੂਰੀ ਹੋ ਗਈ ਹੋਈ ਹੈ। ਔਰ ਉਹ ਤੁਸੀਂ ਦੇਖਿਆ ਕਿ ਰੋਡ ਵੀ ਛੋਟਾ ਹੈ, ਔਰ ਜੇ GT ਰੋਡ ਤੋਂ ਅਸੀਂ ਜਾਣਾ ਹੋਵੇ ਤਾਂ ਇੱਕ ਇਸ ਕਿਸਮ ਦਾ ਪੁਲ ਬਣਿਆ ਹੋਇਆ ਕਿ ਉਹ ਸਿੰਗਲ ਪੁਲ ਉਤਰਦਾ ਹੈ।
ਟ੍ਰੈਫਿਕ ਦੀ ਉੱਥੇ ਬੜੀ ਸਮੱਸਿਆ ਹੈ। ਔਰ ਤੁਸੀਂ ਦੇਖਿਆ ਹੋਣਾ ਉੱਥੇ ਅਨਾਜ ਮੰਡੀ ਵੀ ਹੈ, ਦਾਣਾ ਮੰਡੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਅਤੇ ਸਬਜ਼ੀ ਮੰਡੀ ਵੀ ਹੈ ਮੇਨ। ਔਰ ਉਹ ਤੋਂ ਇਲਾਵਾ ਉਸ ਜਿਹੜੀ ਜਗ੍ਹਾ ਹੈ ਇਹ ਜਿੱਥੇ ਇਹ ਬਣਨੀ ਹੈ, ਉਹਦੇ ਸਾਹਮਣੇ ਹੀ ਜਿੱਦਾਂ ਆਰਿਆ ਹਾਈ ਸਕੂਲ ਦੀ ਇੱਧਰਲੀ ਬਿਲਡਿੰਗ ਹੈ ਜਾਂ ਹੋਰ ਹੈ, ਉੱਥੇ ਤੁਸੀਂ ਦੇਖਿਆ ਕਿ ਖਚਾ ਖਚ ਮਾਰਕੀਟ ਹੈ। ਔਰ ਇੱਧਰਲੇ ਪਾਸੇ ਰੇਹੜੀਆਂ ਰੂੜੀਆਂ ਲੱਗਦੀਆਂ, ਸਬਜ਼ੀਆਂ ਅੱਜ ਦੀਆਂ ਨਹੀਂ 20-25 ਸਾਲ ਤੋਂ ਲੱਗਦੀਆਂ, ਔਰ ਮੈਨੂੰ ਲੱਗਦਾ ਹੈ ਉੱਥੇ ਹੀ ਰਹਿਣਗੀਆਂ। ਔਰ ਇੱਧਰ ਦੇ ਲੋਕ ਵੀ ਉੱਥੋਂ ਕਰਦੇ ਨੇ, ਇੱਧਰ ਦੇ ਲੋਕ ਵੀ ਉੱਥੋਂ ਆਉਂਦੇ ਜਾਂਦੇ ਨੇ, ਯਾਨੀ ਕਿ ਉੱਥੇ ਕਾਫੀ ਕੰਜਸਟਡ ਏਰੀਆ। ਉੱਥੇ ਜਦੋਂ ਇਹ ਅਦਾਲਤਾਂ ਸ਼ਿਫਟ ਹੋ ਜਾਣਗੀਆਂ ਤਾਂ ਇੱਕ ਤਾਂ ਲੋਕਾਂ ਨੂੰ ਕਮਿਊਟ ਕਰਨ ਦੇ ਵਿੱਚ ਦਿੱਕਤ ਆਏਗੀ। ਔਰ ਕਮਿਊਟ ਕਰਨ ਦੀ ਵੀ ਮੈਂ ਤੁਹਾਨੂੰ ਕਹਿੰਦਾ ਕਿ ਅੱਜ ਕੱਲ੍ਹ ਦੇ ਜਿੱਦਾਂ ਦੇ ਸਾਧਨ ਨੇ, ਆਪਾਂ ਨਹੀਂ ਮੰਨਦੇ ਕਿ ਕੋਈ ਦਿੱਕਤ ਇੱਥੇ ਨਹੀਂ ਹੈ ਇਸ ਸਮੇਂ, ਲੇਕਿਨ ਪ੍ਰਸ਼ਾਸਨਿਕ ਅਦਾਲਤਾਂ, ਰੈਵਨਿਊ ਅਦਾਲਤਾਂ ਇਸੀ ਕੰਪਲੈਕਸ 'ਚ ਰਹਿ ਜਾਣਗੀਆਂ, ਪ੍ਰਸ਼ਾਸਨਿਕ ਦਫ਼ਤਰ ਇਸੀ ਕੰਪਲੈਕਸ ਦੇ ਵਿੱਚ ਰਹਿ ਜਾਣਗੇ। ਸਾਨੂੰ ਨਵੀਂ ਬਿਲਡਿੰਗ ਬਣਨ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ, ਇਹ ਤਾਂ ਵਿਕਾਸ ਦੀ ਗੱਲ ਹੈ, ਹੋਣਾ ਚਾਹੀਦਾ, ਕਿਉਂਕਿ ਲੋਕਾਂ ਨੇ ਕੋਰਟ ਫੀਸ ਦੇ ਕੇ ਅਦਾਲਤਾਂ ਦੇ ਵਿੱਚ ਨਿਆਂ ਲੈਣ ਆਉਂਦੇ ਨੇ, ਉਹਨਾਂ ਨੂੰ ਏਸੀ ਕਮਰੇ ਚਾਹੀਦੇ ਨੇ, ਹਰ ਚੀਜ਼ ਚਾਹੀਦੀ ਹੈ ਜਿਹੜੀ ਕਿ ਹਲੇ ਇੱਥੇ ਸੁਵਿਧਾ ਨਹੀਂ ਮਿਲ ਰਹੀ। ਔਰ ਜ਼ਿਲ੍ਹਾ ਹੈੱਡਕੁਆਟਰ 'ਤੇ ਇਹ ਸੁਵਿਧਾ ਅਵੇਲੇਬਲ ਹੈ। ਲੇਕਿਨ ਅਗਰ ਅਸੀਂ ਇਹਨੂੰ ਢੰਗ ਦੇ ਨਾਲ ਸਾਰੀ ਚੀਜ਼ ਨੂੰ ਵਾਚੀਏ ਤਾਂ ਅਸੀਂ ਪਾਵਾਂਗੇ ਕਿ ਅੰਤ ਦੇ ਵਿੱਚ ਲੋਕ ਉੱਥੇ ਕੇਵਲ ਆਹੀ ਨਹੀਂ ਆਉਂਦੇ ਕਿ ਮੈਨੂੰ ਬੈਠਣ ਨੂੰ ਜਗ੍ਹਾ ਮਿਲ ਗਈ ਜਾਂ ਮੈਨੂੰ ਅਦਾਲਤ ਏਸੀ ਕਮਰੇ ਵਾਲੀ 'ਚ ਮੈਂ ਗਵਾਹੀ ਦੇ ਰਿਹਾ ਜਾਂ ਮੈਂ ਆਪਣਾ ਕੇਸ ਕਰਵਾਉਣ ਲਈ ਆ ਰਿਹਾ। ਲੋਕ ਆਉਂਦੇ ਕਿ ਮੇਰਾ ਸਬਸਟੈਂਟਿਵ ਜਿਹੜਾ ਮੁੱਦੇ ਦਾ ਹੈ, ਮੇਰਾ ਕੰਮ ਹੋ ਗਿਆ, ਔਰ ਕੰਮ ਕਿੰਨੀ ਦੇਰ 'ਚ ਹੋ ਗਿਆ, ਔਰ ਕੰਮ ਕਰਾਉਣ ਦੇ ਵਿੱਚ ਮੈਨੂੰ ਕੋਈ ਅਸੁਵਿਧਾ ਤਾਂ ਨਹੀਂ ਹੋਈ। ਹੁਣ ਮੈਂ ਤੁਹਾਨੂੰ ਕਹਿਣਾ ਹੈ ਕਿ ਇੱਕ ਪਿੰਡ ਤੋਂ, ਮੰਨ ਲਓ ਮਾਇਓ ਪੱਟੀ ਤੋਂ, ਪਾਂਛਟ ਤੋਂ, ਨਰੂੜ ਤੋਂ ਜਾਂ ਕਿਸੇ ਵੀ ਮਲਕਪੁਰ ਤੋਂ, ਕਿਸੇ ਵੀ ਪਿੰਡ ਤੋਂ ਬੰਦਾ ਆ ਰਿਹਾ ਹੈ ਜਿਹੜਾ ਕਿ ਇੱਥੋਂ 15-18 ਕਿਲੋਮੀਟਰ ਦੀ ਦੂਰੀ 'ਤੇ ਆ ਰਿਹਾ, ਉਹ ਦੇਖਦਾ ਵੀ ਮੇਰੀ ਅਦਾਲਤ 'ਚ ਤਰੀਕ ਹੈ 15 ਸਤੰਬਰ, ਮੈਂ ਇੱਕ ਆਪਣੇ ਬੱਚੇ ਦਾ ਬਰਥ ਸਰਟੀਫਿਕੇਟ ਕਢਵਾਉਣਾ, ਇੱਕ ਚਾਹੁੰਦਾ ਹੈ ਕਿ ਮੇਰੀ ਬੇਟੀ ਦਾ ਵਿਆਹ ਹੋਇਆ ਉਹਦੀ ਮੈਰਿਜ ਰਜਿਸਟਰ ਕਰਵਾ ਲਿਆ, ਹੈ ਨਾ। ਕੁਛ ਇੱਦਾਂ ਦੇ ਕੰਮ ਹੁੰਦੇ ਆ। ਉਹ ਕਹਿੰਦਾ ਮੈਂ ਇੱਦਾਂ ਕਰਦੇ ਹਾਂ, ਸੁਵਿਧਾ 'ਚ ਜਾਣਾ ਅਤੇ ਆਪਾਂ 15 ਤਰੀਕ ਦਾ ਹੀ ਰੱਖਦੇ ਹਾਂ। ਉਹ ਆਪਣੇ ਪਰਿਵਾਰ ਨੂੰ ਲੈਂਦਾ, ਮੈਰਿਜ ਸਰਟੀਫਿਕੇਟ ਕਰਵਾਉਣ ਵਾਸਤੇ ਉਹ ਉੱਥੇ ਅਪਲਾਈ ਕਰੇ ਜਾਂਦਾ, ਜਿਹੜੇ ਉਹ ਹਿੰਦੂ ਮੈਰਿਜ ਰਜਿਸਟਰਾਰ ਹੁੰਦੇ ਨੇ, ਸੁਵਿਧਾ 'ਚ ਜਾ ਜਾਂਦਾ, ਬਰਥ ਸਰਟੀਫਿਕੇਟ ਲਈ ਕਰੇ ਜਾਂਦਾ। ਇੱਧਰ ਆ ਕੇ ਆਪਣੇ ਵਕੀਲ ਸਾਹਿਬ ਕੋਲ ਅਦਾਲਤ 'ਚ ਆ ਕੇ ਜੱਜ ਸਾਹਿਬ ਦੇ ਅਦਾਲਤ ਦੇ ਬਾਹਰ ਖੜ ਜਾਂਦਾ ਕਿ ਮੈਂ ਤਰੀਕ ਭੁਗਤਣੀ ਹੈ, ਗਵਾਹੀ ਦੇਣੀ ਹੈ, ਜਦੋਂ ਮੌਕਾ ਲੱਗੇ ਆ ਗਿਆ। ਜਾਂ ਚਲੋ ਉਹਨੂੰ ਪਤਾ ਲੱਗਦਾ ਕਿ ਅਦਾਲਤ ਦੇ ਵਿੱਚ ਹੋਰ ਕੇਸ ਚੱਲ ਰਹੇ ਨੇ, ਮੈਨੂੰ ਹਲੇ 1.5 ਘੰਟਾ ਲੱਗ ਜਾਣਾ, ਉਹ ਇਹਨਾਂ ਨੂੰ 1.5 ਘੰਟੇ 'ਚ ਆਪਣਾ ਕੰਮ ਨਾਲ ਦੇ ਪਾਸੇ ਹੀ 100 ਕਦਮਾਂ ਦੀ ਦੂਰੀ 'ਤੇ ਕਰਵਾ ਲੈਂਦਾ। ਤੁਸੀਂ ਸਮਝ ਰਹੇ ਹੋ ਨਾ ਮੇਰੀ ਇਹ ਸਾਰੀ ਚੀਜ਼ ਨੂੰ। ਹੁਣ ਕੀ ਹੋਏਗਾ ਜਦੋਂ ਇੱਥੋਂ ਜ਼ਿਲ੍ਹਾ ਸਬ ਡਿਵੀਜ਼ਨਲ ਜੁਡੀਸ਼ੀਅਲ ਕੋਰਟਸ ਇੱਥੋਂ ਸ਼ਿਫਟ ਹੋ ਜਾਣਗੀਆਂ, ਕੀ ਉਹ ਵਿਅਕਤੀ 3 ਕਿਲੋਮੀਟਰ ਦੇ ਫਾਸਲੇ ਤੋਂ ਇਹ ਸਾਰੇ ਕੰਮ ਕਰ ਸਕੇਗਾ? ਉੱਤਰ ਨਹੀਂ ਕਰ ਸਕੇਗਾ। ਔਰ ਆਮ ਤੌਰ 'ਤੇ ਦੇਖਿਆ ਜਾਂਦਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਰੈਵਨਿਊ ਕੋਰਟਸ ਜੇ ਕੋਈ ਮੁਕੱਦਮਾ ਚੱਲਦਾ ਹੈ ਤਾਂ ਅਮੂਮਨ ਸਿਵਲ ਕੋਰਟ 'ਚ ਵੀ ਮੁਕੱਦਮਾ ਚੱਲ ਹੀ ਪੈਂਦਾ। ਜੇ ਸਿਵਲ 'ਚ ਹੈ ਕੋਈ ਪ੍ਰਾਪਰਟੀ ਦਾ, ਰੈਵਨਿਊ ਕੋਰਟ 'ਚ ਹੁੰਦਾ ਹੀ ਹੈ। ਇਹ ਸਾਰੇ ਮਸਲੇ ਲਈ ਬਾਰ ਐਸੋਸੀਏਸ਼ਨ ਫਗਵਾੜਾ ਦੇ, ਸਾਡੀ ਵਕੀਲਾਂ ਦੀ ਬੋਡੀ ਹੈ, ਅਧਿਵਕਤਾ ਬੋਡੀ ਹੈ, ਐਡਵੋਕੇਟਸ ਨੇ, ਐਡਵੋਕੇਟਸ ਪ੍ਰੈਕਟਿਸ ਕਰਦੇ ਨੇ, ਪ੍ਰੈਕਟਿਸ ਕਰਕੇ ਨੋ ਡਾਊਟ ਉਹ ਆਪਣੀ ਆਜੀਵਿਕਾ ਚਲਾਉਂਦੇ ਨੇ। ਲੇਕਿਨ ਸਾਡਾ ਜਿਹੜਾ ਮੁੱਖ ਮੁੱਦਾ ਹੈ, ਕਿਉਂਕਿ ਦੇਖੋ ਪੈਸੇ ਕਮਾਉਣ ਲਈ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ, ਤੁਹਾਡੇ ਲਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਐਡਵੋਕੇਟ ਹੀ ਬਣੋ। ਐਡਵੋਕੇਟ ਅਸੀਂ ਕਿਉਂ ਬਣੇ ਹੋ? ਕਿਉਂਕਿ ਸਾਡਾ ਪੈਸ਼ਨ ਹੈ ਸਾਰਿਆਂ ਦਾ, ਸਾਰੇ ਐਡਵੋਕੇਟ ਕਮਿਊਨਿਟੀ ਦਾ, ਕਿ ਅਸੀਂ ਸਮਾਜ ਨੂੰ ਸਰਵ ਕਰਨਾ ਹੈ। ਅਸੀਂ ਇੰਟੈਲੈਕਚੁਅਲੀ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ, ਬੁੱਧੀ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਨਿਆਂ ਦਿਲਵਾਉਣਾ, ਅਦਾਲਤਾਂ ਨੂੰ ਮਦਦ ਕਰਨੀ ਹੈ ਨਿਆਂ ਕਰਨ ਦੇ ਵਿੱਚ, ਔਰ ਸਮਾਜ ਦੇ ਵਿੱਚ ਜਿੰਨੀਆਂ ਵਿਸ਼ਮਤਾਵਾਂ ਨੇ ਇਹਨੂੰ ਦੂਰ ਕਰਨ ਦਾ ਕੰਮ ਕਰਨਾ। ਅਤੇ ਅਸੀਂ ਲੋਕ ਬਹੁਤ ਸਾਰੇ ਕੰਮ ਬਿਨਾਂ ਪੈਸੇ ਲਏ ਵੀ ਕਰਦੇ ਹਾਂ, ਪੈਸੇ ਮਤਲਬ ਬਿਨਾਂ ਫੀਸ ਲਏ ਵੀ ਕਰਦੇ ਹਾਂ। ਉੱਦਾਂ ਤਾਂ ਅਸੀਂ ਪੈਸੇ ਲੈਂਦੇ ਹੀ ਨਹੀਂ ਕਿਸੇ ਤੋਂ, ਉਹ ਤਾਂ ਸਿਰਫ ਆਪਣੀ ਨੋਮੀਨਲ ਫੀਸ ਹੁੰਦੀ ਹੈ, ਉਹ ਕਰਕੇ ਮੁਕੱਦਮੇ ਲੜਨੇ ਹੁੰਦੇ ਜਾਂ, ਔਰ ਬਹੁਤ ਸਾਰੀਆਂ ਅਸੀਂ ਸਲਾਹਾਂ ਲੋਕਾਂ ਨੂੰ ਫ੍ਰੀ ਹੀ ਦਿੰਦੇ ਹਾਂ, ਜਿਹੜਾ ਕਿ ਨੋਰਮਲੀ ਅੱਜ ਕੱਲ੍ਹ ਸਰਕਾਰ ਨੇ ਵੀ ਉਪਰਾਲੇ ਕੀਤੇ ਆ ਫ੍ਰੀ ਲੀਗਲ ਏਡ ਦੇਣੀ। ਲੇਕਿਨ ਇਹ ਬਾਰ ਅੱਜ ਦੀ ਨਹੀਂ, ਜਦੋਂ ਦੇ ਅਸੀਂ ਵਕੀਲ ਭਾਈਚਾਰਾ ਹੋਣ ਦੇ ਵਿੱਚ ਆਇਆ, ਉਸ ਸਮੇਂ ਤੋਂ ਹੀ ਲੋਕਾਂ ਦੀ ਸਰਵਿਸ ਕਰਦੇ ਆ ਰਹੇ ਹੈ। ਔਰ ਇਸ ਮਨੁੱਖੀਪਣ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦ ਅਸੀਂ ਸਾਰਿਆਂ ਦੀ ਸਰਵਿਸ ਕਰ ਰਹੇ ਹਾਂ, ਔਰ ਉਸ ਸਮੇਂ
ਸਾਨੂੰ ਅਗਰ ਲੋਕਾਂ ਨੂੰ ਅਸੀਂ ਹੈਲਪ ਕਰਨੀ ਹੋਵੇ ਤਾਂ ਜਾਂ ਤਾਂ ਅਸੀਂ ਇੱਧਰਲੇ ਪਾਸੇ ਪ੍ਰੈਕਟਿਸ ਕਰਾਂਗੇ। ਕਾਰਨ ਕੀ ਹੈ, ਜੇ ਅਸੀਂ ਅਦਾਲਤ 'ਚ ਸਮੇਂ ਸਿਰ ਨਹੀਂ ਪਹੁੰਚਦੇ ਤਾਂ ਅਦਾਲਤ ਦੇ ਕੰਮ ਦੇ ਵਿੱਚ ਵਿਘਨ ਪੈਂਦਾ ਹੈ। ਔਰ ਅਦਾਲਤ ਚਾਹੇ ਜੁਡੀਸ਼ੀਅਲ ਹੋਵੇ ਚਾਹੇ ਰੈਵਨਿਊ ਹੋਵੇ, ਕਿਉਂਕਿ ਮੈਂ ਤੁਹਾਨੂੰ ਦੱਸ ਦੇਵਾਂ ਪੰਜਾਬ ਰੈਵਨਿਊ ਐਕਟ 1887 ਦਾ, ਜਿਹਦੇ ਤਹਿਤ ਆ ਮੈਂ ਤੁਹਾਨੂੰ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੀਆਂ ਅਦਾਲਤਾਂ ਜਿਹੜੀਆਂ ਤਹਿਸੀਲਦਾਰ ਨਾਇਬ ਤਹਿਸੀਲਦਾਰ ਚਲਾਉਂਦੇ ਨੇ, ਜਾਂ ਕਲੈਕਟਰ ਦੀ ਅਦਾਲਤ ਜਿਹੜਾ ਕਿ SDM ਚਲਾਉਂਦੇ ਨੇ, ਹੈ ਨਾ, ਜਾਂ ਉਹ ਤੋਂ ਉੱਪਰਲੀ ਜਿਹੜੀ ਅਦਾਲਤ ਹੈ ਚਾਹੇ ਡਿਪਟੀ ਕਮਿਸ਼ਨਰ ਚਲਾਉਂਦੇ ਹੋਣ ਚਾਹੇ ADC ਚਲਾਉਂਦੇ ਹੋਣ, ਇਹ ਉਹਦੇ ਤਹਿਤ ਇਹਨਾਂ ਦੇ ਜਿਹੜੇ ਫੈਸਲੇ ਹੈ ਪਾਰਟੀਸ਼ਨ ਮੁਕੱਦਮਿਆਂ ਦੇ ਵਿੱਚ ਇਹਨੂੰ ਸਿਵਲ ਕੋਰਟ ਦੀ ਡਿਕਰੀ ਦੀ ਦਰਜਾ ਪ੍ਰਾਪਤ ਹੈ। ਜੇ ਅਸੀਂ ਇੱਥੇ ਨਹੀਂ ਪੁੱਜਦੇ ਸਮੇਂ ਸਿਰ ਤਾਂ ਵੀ ਅਸੀਂ ਲੋਕਾਂ ਦੇ ਨਾਲ ਨਿਆਂ ਨਹੀਂ ਕਰ ਰਹੇ, ਅਦਾਲਤ ਦੇ ਨਾਲ ਨਿਆਂ ਨਹੀਂ ਕਰ ਰਹੇ। ਔਰ ਅਸੀਂ ਤਾਂ ਇਸੀ ਚੀਜ਼ 'ਚ ਹੋਵਾਂਗੇ, ਟੈਨਸ਼ਨ ਇੰਨੀ ਰਹੇਗੀ ਸਾਰਾ ਦਿਨ ਦੇ ਵਿੱਚ ਵੀ ਉੱਧਰਲੀ ਅਦਾਲਤ 'ਚ ਕੰਮ ਕਰਕੇ ਆਇਓ 3 ਕਿਲੋਮੀਟਰ ਲਈ ਫੇਰ ਨੱਠੋ ਔਰ ਇੰਨਾ ਟ੍ਰੈਫਿਕ ਪਾਰ ਕਰੋ। ਜਾਂ ਤਾਂ ਅਸੀਂ ਫਿਰ ਜੇ ਆਰਾਮ ਨਾਲ ਹੈਲਪ ਕਰਨੀ ਹੈ, ਅਦਾਲਤ ਨੂੰ ਵੀ ਹੈਲਪ ਕਰਨੀ ਹੈ ਕਿ ਉਹ ਆਪਣਾ ਕੰਮ ਪ੍ਰੋਪਰਲੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਦਾ ਕਰ ਸਕੇ, ਔਰ ਆਪਣੇ ਕਲਾਇੰਟਸ ਨੂੰ ਵੀ ਹੈਲਪ ਕਰਨੀ ਹੈ, ਲੋਕਾਂ ਨੂੰ ਵੀ ਹੈਲਪ ਕਰਨੀ ਹੈ। ਤਾਂ ਸਾਨੂੰ ਜਾਂ ਤਾਂ ਅਸੀਂ ਇੱਥੇ ਬੈਠੀਏ ਸਿਰਫ ਰੈਵਨਿਊ ਦੀ ਪ੍ਰੈਕਟਿਸ ਕਰੀਏ, ਜਾਂ ਫਿਰ ਅਸੀਂ ਜੁਡੀਸ਼ੀਅਲ ਪ੍ਰੈਕਟਿਸ ਕਰਨ ਵਾਸਤੇ ਜਿੱਥੇ ਨਵੀਆਂ ਅਦਾਲਤਾਂ ਬਣਨਗੀਆਂ ਸਿਰਫ ਉੱਥੇ ਹੀ ਬੈਠੀਏ। ਹੁਣ ਇਸ ਸਾਰੀ ਚੀਜ਼ ਨੂੰ ਦੇਖਦੇ ਹੋਏ, ਔਰ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਮਜ਼ੇਦਾਰ ਗੱਲ ਦੱਸਣਾ ਹੈ, ਐਡਵੋਕੇਟਸ ਅਦਾਲਤਾਂ 'ਚ ਪੇਸ਼ ਹੋਣ ਦਾ ਕੰਮ ਕਰਦੇ ਨੇ, ਦੂਜਾ ਕੰਮ ਸਲਾਹ ਦੇਣ ਦਾ ਵੀ ਕੰਮ ਕਰਦੇ ਨੇ, ਤੀਸਰਾ ਇਹ ਹੈ ਕਿ ਅਗਰ ਲੋਕਾਂ ਨੇ ਆਪਣੇ ਕੋਈ ਡੀਡਸ ਬਣਾਉਣੇ ਹੈ, ਡਾਕੂਮੈਂਟ ਬਣਾਉਣੇ ਹੈ ਤਾਂ ਕਾਨੂੰਨੀ ਸਲਾਹ ਚਾਹੀਦੀ ਹੈ। ਅਗਰ ਉਹ ਵਕੀਲ ਰਾਹੀਂ ਤੁਹਾਡੀ ਵਸੀਅਤ ਬਣੀ ਹੋਵੇ, ਤੁਹਾਡੇ ਡੀਡਸ ਬਣੀਆਂ ਹੋਣ, ਚਾਹੇ ਟਰਾਂਸਫਰ ਡੀਡਸ ਹੋਣ, ਹੋਰ ਹੋਣ, ਬੈਂਕਸ ਦੀ ਓਪੀਨੀਅਨ ਹੁੰਦੀ ਹੈ। ਤੁਹਾਨੂੰ ਪਤਾ ਬੈਂਕਸ ਕਰੋੜਾਂ ਅਰਬਾਂ ਰੁਪਇਆ ਦਾ ਕਰਜ਼ਾ ਦੇ ਦਿੰਦੇ ਆ ਲੀਗਲ ਓਪੀਨੀਅਨ ਦੇ ਬੇਸ 'ਤੇ। ਉਹ ਵਕੀਲ ਕਿੱਦਾਂ ਕਰਦੇ ਨੇ, ਲੀਗਲ ਓਪੀਨੀਅਨ ਦਿੰਦੇ ਨੇ, ਉਹ ਫਰਦ ਸੈਂਟਰ ਜਾਂਦੇ ਨੇ, ਪਟਵਾਰੀ ਕੋਲ ਜਾਂਦੇ ਨੇ, ਤਹਿਸੀਲ ਦਾ ਸਬ ਰਜਿਸਟਰਾਰ ਦਾ ਰਿਕਾਰਡ ਦੇਖਦੇ ਨੇ। ਤੁਸੀਂ ਸਮਝ ਰਹੇ ਗੱਲ ਨੂੰ, ਕਿਉਂਕਿ ਉਹ ਦੇਖਣਾ ਪੈਂਦਾ ਕਿ ਕੋਈ ਕਰਜ਼ਾ ਤਾਂ ਨਹੀਂ ਲਿਆ, ਕੋਈ ਬੇਚਤੀ ਤਾਂ ਨਹੀਂ ਹੋਈ, 30 ਸਾਲ ਦਾ ਰਿਕਾਰਡ ਦੇਖਣਾ ਪੈਂਦਾ, ਉਹ ਤੋਂ ਬਾਅਦ ਹੀ ਦੇਣੀ ਹੁੰਦੀ ਹੈ ਨਾ। ਨਹੀਂ ਤਾਂ ਅਗਰ ਐਦਾਂ ਨਹੀਂ ਕਰਦੇ ਔਰ ਅੰਧਾਧੁੰਦ ਉਹ ਦੇਈ ਲੋਨ ਸੈਂਕਸ਼ਨ ਹੋਈ ਜਾਂਦੇ ਆ, ਲੀਗਲ ਓਪੀਨੀਅਨ ਦਿੱਤੀ ਜਾਂਦੀ ਹੈ, ਤਾਂ ਉਹਦਾ ਨੁਕਸਾਨ ਕਿਹਦਾ ਹੁੰਦਾ ਹੈ? ਪਬਲਿਕ ਫੰਡ, ਬੈਂਕਾਂ ਦਾ ਪੈਸਾ ਕਿਹਦਾ ਹੈ? ਲੋਕਾਂ ਦਾ ਹੀ ਪੈਸਾ ਹੈ। ਕਰਜ਼ਾ ਕਿਉਂ ਦਿੱਤਾ ਜਾਂਦਾ ਹੈ? ਤਾਂ ਕਿ ਵਿਕਾਸ ਹੋਵੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਗਰ ਧਿਆਨ ਦੇ ਵਿੱਚ ਰੱਖੀਏ, ਇਸ ਯਾਨੀ ਕਿ ਨਿਆਇਕ ਪ੍ਰਕਿਰਿਆ ਨੂੰ ਹੀ ਢਾਹ ਲੱਗੂਗੀ ਇਹਦੇ ਨਾਲ, ਹੈ ਨਾ। ਔਰ ਇਹਦੇ ਵਾਸਤੇ ਮੇਰਾ ਇਹ ਗੁਜ਼ਾਰਿਸ਼ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸ਼੍ਰੀ ਅਮਰਿੰਦਰ ਸਿੰਘ ਜੀ ਨੂੰ ਵੀ, ਔਰ ਜਿਹੜਾ ਸੰਬੰਧਿਤ ਪੰਜਾਬ ਟਾਊਨ ਪਲਾਨਰ ਹੈ, ਔਰ ਜਿਹੜੇ PWD ਦੇ ਵੀ ਜਾਂ ਹੋਰ ਸੰਬੰਧਿਤ ਅਧਿਕਾਰੀ ਨੇ, ਆਫਿਸਰਸ ਨੇ, ਕਿ ਉਹ ਇਸ ਦੇ ਉੱਤੇ ਮੁੜ ਵਿਚਾਰ ਕਰਨ। ਔਰ ਮੁੜ ਵਿਚਾਰ ਕਰਦੇ ਹੋਏ ਜਾਂ ਤਾਂ ਜਗ੍ਹਾ ਨਵੀਂ ਐਕਵਾਇਰ ਕਰ ਲਓ। ਔਰ ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ, ਦੇਖੋ ਇਹ 35-36 ਸਾਲ ਪਹਿਲਾਂ ਬਿਲਡਿੰਗ ਬਣੀ ਹੈ, 85 ਜਾਂ 86 'ਚ, 1985 ਜਾਂ 86 'ਚ, ਮਤਲਬ ਕੀ ਹੋਏ 36 ਸਾਲ ਹੋਏ। ਔਰ ਅੱਜ ਅਸੀਂ ਇਹਨੂੰ ਅਨਫਿਟ ਪਾਉਂਦੇ ਹਾਂ। ਅਨਫਿਟ ਕੀ, ਉੱਦਾਂ ਠੀਕ ਹੈ, ਹਲੇ ਤੋੜਨ ਦੇ ਲਾਇਕ ਨਹੀਂ ਹੈ, ਲੇਕਿਨ ਅਸੀਂ ਕਹਿੰਦੇ ਹਾਂ ਵੀ ਇੱਥੇ ਆਬਾਦੀ ਇੰਨੀ ਵੱਧ ਗਈ ਹੈ, ਔਰ ਆਬਾਦੀ ਵਧਣ ਦੇ ਨਾਲ ਇੱਥੇ ਕਿਉਂਕਿ ਸਿਰਫ 2 ਅਦਾਲਤਾਂ ਦਾ ਹੀ ਸੀਗਾ, ਪਹਿਲਾਂ ਤਾਂ ਸਿਰਫ ਸਿੰਗਲ ਅਦਾਲਤ ਸੀ, ਉਹਨੂੰ ਪਾਰਟੀਸ਼ਨ ਕਰਕੇ 2 ਬਣਾਈਆਂ ਗਈਆਂ, ਫਿਰ ਇੱਕ ਕਮਰਾ ਹੋਰ ਇਸਤੇਮਾਲ ਕੀਤਾ ਗਿਆ, ਸਟਾਫ ਦਾ 3ਜੀ ਅਦਾਲਤ ਬਣਾਈ ਗਈ, ਫਿਰ ਹੁਣ 4ਥੀ ਅਦਾਲਤ ਸਾਡੇ ਕੋਲ ਆਈ ਹੈ। ਕਿਉਂਕਿ ਜਸਟਿਸ ਐਟ ਡੋਰ ਸਟੈਪ ਦਾ ਉਦੇਸ਼ ਹੀ ਇਹ ਹੈ ਕਿ ਲੋਕਾਂ ਨੂੰ ਘੱਟ ਸਮੇਂ ਦੇ ਵਿੱਚ ਨਿਆਂ ਮਿਲ ਸਕੇ। ਅਦਾਲਤਾਂ ਦਾ ਡੋਕਟ ਯਾਨੀ ਕਿ ਕੋਜ਼ ਲਿਸਟ ਵੱਡੀ ਹੁੰਦੀ ਹੈ, ਇਸ ਕਰਕੇ ਜੱਜਿਸ ਦੀ ਸੰਖਿਆ ਵਧਾਈ ਜਾ ਰਹੀ ਹੈ। ਇੱਥੇ ਇੱਕ 4ਥੇ ਜੱਜ ਸਾਹਿਬ ਵੀ ਬੈਠੇ ਨੇ, ਉਹ ਵੀ ਇੱਕ ਤਰੀਕੇ ਦਾ ਬੜੀ ਹੀ ਯਾਨੀ ਕਿ ਜਿਹੜੀ ਪੁਰਾਣੀ ਬਿਲਡਿੰਗ ਦੇ ਵਿੱਚ ਉਹਨਾਂ ਨੂੰ PWD ਦੇ ਵਿੱਚ ਸਰਕਾਰ ਨੇ ਇੰਤਜ਼ਾਮ ਕੀਤਾ ਹੈ। ਲੇਕਿਨ ਅਗਰ ਅਸੀਂ ਦੇਖੀਏ, ਇਹ ਸਾਰੇ ਪ੍ਰਬੰਧ ਵੀ ਚਾਹੀਦੇ ਨੇ, ਕਿਉਂਕਿ ਇਹ ਸਹੂਲਤਾਂ ਦਾ ਹਿੱਸਾ ਹੈ, ਨਿਆਇਕ ਪ੍ਰਕਿਰਿਆ ਦਾ ਇਹ ਹਿੱਸਾ ਹੈ। ਲੇਕਿਨ ਇਹਨਾਂ ਨੂੰ ਉਪਲਬਧ ਕਰਵਾਉਣ ਵਾਸਤੇ ਸਾਨੂੰ ਇੱਕ 100 ਸਾਲ 200 ਸਾਲ ਅੱਗੇ ਅਗਾਂਹ ਸੋਚ ਕੇ ਸਾਨੂੰ ਅੱਜ ਕਦਮ ਚੱਕਣਾ ਪੈਣਾ ਹੈ। ਜਿਹੜਾ ਸਿਰਫ ਜੁਡੀਸ਼ੀਅਲ ਕੰਪਲੈਕਸ ਬਣ ਰਿਹਾ, ਜੇ ਮੈਂ ਗਲਤ ਨਹੀਂ ਹੈ ਤਾਂ ਇਹਦਾ ਤਕਰੀਬਨ ਬਜਟ 32 ਤੋਂ 37 ਕਰੋੜ ਹੈ, ਜਿਹਦੇ ਵਿੱਚ ਰੈਜ਼ੀਡੈਂਸ ਵੀ ਨੇ, ਹੋਰ ਵੀ ਨੇ, ਇੰਨਾ ਸ਼ਾਇਦ, ਮੈਨੂੰ ਪੱਕਾ ਨਹੀਂ ਪਤਾ, ਲੇਕਿਨ ਸ਼ਾਇਦ ਇੰਨਾ ਹੈ। ਲੇਕਿਨ ਜੇ ਅਸੀਂ ਕਹੀਏ, ਜੇ ਪੁਰਾਣਾ ਜੁਡੀਸ਼ੀਅਲ ਕੰਪਲੈਕਸ ਹੈ, ਜੇ 36 ਸਾਲ ਦੇ ਵਿੱਚ, ਕਿਉਂਕਿ ਇਹ ਤੋਂ ਪਹਿਲਾਂ ਕਚਹਿਰੀਆਂ ਇੱਧਰ ਬੰਗਾ ਰੋਡ 'ਤੇ ਜਿੱਥੇ ਸਿਟੀ ਪੁਲਿਸ ਸਟੇਸ਼ਨ ਹੈ ਇੱਥੇ ਹੁੰਦੀਆਂ ਸੀ, ਹੈ ਨਾ। ਜੇ ਇਹ ਕੰਪਲੈਕਸ ਅੱਜ ਦੀ ਆਬਾਦੀ ਦੇ ਲਿਹਾਜ਼ ਦੇ ਨਾਲ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਕਰ ਸਕਦਾ,
ਤੋ ਕੱਲ ਨੂੰ 5 ਸਾਲਾਂ ਬਾਅਦ 10 ਸਾਲਾਂ ਬਾਅਦ ਜਾਂ ਹੁਣੇ ਹੀ ਜ਼ਿਲ੍ਹਾ ਬਣ ਜਾਂਦਾ ਹੈ, ਜੀ ਜੀ, ਤਾਂ ਇਹਦਾ ਮਤਲਬ ਬਹੁਤ ਸਾਰੇ ਆਫਿਸਿਸ ਹੋਰ ਆਣਗੇ, ਬਿਲਕੁਲ ਬਿਲਕੁਲ, ਉਹ ਸਾਰੀਆਂ ਚੀਜ਼ਾਂ ਆਣਗੀਆਂ। ਤੇ ਅਸੀਂ ਅੱਜ ਹੀ ਕਿਉਂ ਨਾ ਸੋਚੀਏ 30-35 ਕਿੱਲੇ ਜਗ੍ਹਾ ਕਿਤੇ ਐਕਵਾਇਰ ਕਰੇ ਗਵਰਨਮੈਂਟ, ਉੱਥੇ ਕਾਫੀ ਪ੍ਰਸ਼ਾਸਨਿਕ ਪੱਧਰ ਤੇ ਉਹ ਰੱਖੇ ਜਗ੍ਹਾ, ਬਾਕੀ ਜੁਡੀਸ਼ਰੀ ਨੂੰ ਦਵੇ 12 14 15 ਕਿੱਲੇ ਜਗ੍ਹਾ, ਜਿੱਥੇ ਜੱਜਿਸ ਦੇ ਘਰ ਵੀ ਨਾਲ ਹੀ ਬਣ ਜਾਣ, ਨਹੀਂ ਤਾਂ ਘਰ ਹਲੇ ਵੀ ਦੂਰ ਹੈ, ਜੀ ਜੀ ਜੀ, 3 ਕਿਲੋਮੀਟਰ ਦੀ ਦੂਰੀ ਤੇ, ਤਾਂ ਕਿ ਜੱਜ ਸਾਹਿਬਾਨ ਚਾਹੇ ਟਹਿਲਦੇ ਹੋਏ ਆਪਣੀ ਅਦਾਲਤ ਦੇ ਵਿੱਚ ਪਹੁੰਚ ਜਾਣ, ਆਪਣਾ ਕੰਮ ਪੂਰਾ ਕਰਨ, ਜਦੋਂ ਮਰਜ਼ੀ ਪੂਰਾ ਕਰਨ, ਔਰ ਉਹ ਤੋਂ ਬਾਅਦ ਆਪਣੇ ਘਰ ਸਮੇਂ ਸਿਰ ਚਲੇ ਜਾਣ। ਔਰ ਇਸੇ ਤਰੀਕੇ ਦੇ ਨਾਲ ਜੁਡੀਸ਼ੀਅਲ ਸਟਾਫ ਦੇ ਵੀ ਕੁਆਟਰ ਉੱਥੇ ਹੀ ਬਣ ਜਾਣ, ਤਾਂ ਲੋਕਾਂ ਨੂੰ ਵੀ ਉਹ ਹੋਏਗੀ। ਇਸੇ ਤਰੀਕੇ ਨਾਲ ਜਿਹੜੇ ਐਡਮਿਨਿਸਟ੍ਰੇਟਿਵ ਆਫਿਸਸ ਹੈ, ਆਫਿਸਰਸ ਦੇ ਘਰ ਹੈ, ਉਹ ਵੀ ਉੱਥੇ ਬਣ ਜਾਣ, ਐਡਮਿਨਿਸਟ੍ਰੇਟਿਵ ਸਟਾਫ ਦੇ ਕੁਆਟਰ ਵੀ ਉੱਥੇ ਬਣ ਜਾਣ, ਔਰ ਉੱਥੇ ਹੀ ਆਫਿਸਸ ਹੋ ਜਾਣ। ਤੁਹਾਡੇ ਕਹਿਣ ਦਾ ਮਤਲਬ ਹੈ ਲੋਕਾਂ ਲਈ ਔਰ ਸਟਾਫ ਦੇ ਲਈ ਇੱਕੋ ਹੀ ਛੱਤ ਹੋ ਜਾਏ, ਕੋਈ ਛੱਤ ਹੋ ਜਾਏ। ਔਰ ਜੇ ਅਸੀਂ ਇੰਨਾ ਲੰਬਾ ਵੀ ਨਹੀਂ ਸੋਚਣਾ, ਤਾਂ ਜਿਹੜੀ ਇਹ ਜਗ੍ਹਾ ਹੈ ਇਹਨੂੰ ਹੀ ਢਾਹ ਕੇ ਆਪਾਂ ਇਸ ਚੀਜ਼ ਨੂੰ ਦੇਖੀਏ, ਕਿਉਂਕਿ ਆੜੇ ਕੀ ਆਂਦਾ ਹੈ ਕਿ ਅਸੀਂ ਜਦੋਂ ਵੀ ਦੇਖਣਾ ਹੈ ਕਿ ਮੇਨ ਗੱਲ ਹੈ, ਮੈਂ ਜਿਹੜੀ ਬਾਰ-ਬਾਰ ਕਹਿ ਰਿਹਾ, ਸਾਡੇ ਜੂਰਿਸਪ੍ਰੂਡੈਂਸ ਹੁੰਦਾ ਹੈ, ਜੂਰਿਸਪ੍ਰੂਡੈਂਸ ਦੀ ਪੜ੍ਹਾਈ ਦੇ ਵਿੱਚ ਇਹ ਆਂਦਾ ਹੈ ਕਿ ਕਈ ਫਿਲਾਸਫਰਸ ਨੇ ਕਿਹਾ ਮੈਕਸਿਮਮ ਗੁੱਡ ਆਫ ਦਾ ਮੈਕਸਿਮਮ ਨੰਬਰ ਸ਼ੁੱਡ ਬੀ ਐਨਸ਼ੋਰਡ। It must be the objective of any administration or any law or the public policy, ਹੈ ਨਾ, ਬਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਜ਼ਿਆਦਾ ਤੋਂ ਜ਼ਿਆਦਾ ਭਲਾ ਹੋਵੇ। ਔਰ ਉਹ ਕਿਹਦੇ ਵਿੱਚ ਨਿਹਿਤ ਹੈ? ਉਹ ਸਿਰਫ ਇਸੀ ਚੀਜ਼ 'ਚ ਨਿਹਿਤ ਹੈ ਕਿ ਕੰਪਲੈਕਸ ਇੱਕਦਮ ਨਾਲ ਹੋਣ, ਉਹ ਸਾਰੀਆਂ ਸਹੂਲਤਾਂ ਉੱਥੇ ਹੀ ਅਵੇਲੇਬਲ ਹੋਣ। ਕਿਉਂਕਿ ਦੇਖੀਏ, ਅਗਰ ਆਪਾਂ ਆਮ ਤੌਰ 'ਤੇ ਕਹਿ ਦਿੰਦੇ ਗਵਰਨਮੈਂਟ ਤੋਂ ਅਸੀਂ ਸਿਰਫ ਇਹ ਭਾਵ ਲੈਂਦੇ ਹਾਂ ਜਿਹੜਾ ਕਿ ਕਾਰਜਪਾਲਿਕਾ ਹੈ, ਜਿਹਨੂੰ ਅਸੀਂ ਐਗਜ਼ੈਕਟਿਵ ਕਹਿ ਦਿੰਦੇ ਹਾਂ। ਇਹ ਗਵਰਨਮੈਂਟ ਦੇ 3 ਅੰਗ ਹੁੰਦੇ ਨੇ ਜੀ, ਇੱਕ ਐਗਜ਼ੈਕਟਿਵ ਜਿਹਨੂੰ ਕਾਰਜਪਾਲਿਕਾ ਕਹਿ ਦਿੰਦੇ ਹਾਂ, ਇੱਕ ਲੈਜਿਸਲੇਚਰ ਹੈ ਨਾ, ਜਿਹਨੂੰ ਅਸੀਂ ਵਿਧਾਨ ਮੰਡਲ ਕਹਿ ਦਿੰਦੇ ਹਾਂ ਜਾਂ ਸੰਸਦ ਕਹਿ ਦਿੰਦੇ ਹਾਂ ਕੇਂਦਰੀ ਲੈਵਲ ਤੇ, ਇੱਕ ਜੁਡੀਸ਼ਰੀ ਜਿਹਨੂੰ ਅਸੀਂ ਨਿਆਂਪਾਲਿਕਾ ਕਹਿੰਦੇ ਹਾਂ। ਇਹ ਤਿੰਨੋਂ ਜਿਹੜੇ ਅੰਗ ਹੈ, ਇਹ ਤਿੰਨੋਂ ਹੀ ਸਰਕਾਰ ਦੇ ਅੰਗ ਹੈ। ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਵੀ ਸਪਸ਼ਟੀਕਰਨ ਵੀ ਹੈ, ਔਰ ਇਹਦੇ ਉੱਤੇ ਜਿਹੜੇ ਅਲੱਗ-ਅਲੱਗ ਸਮੇਂ ਤੇ ਜਿਹੜੇ ਦਰਸ਼ਨ ਹੈ, ਇਹਦੇ ਬਾਰੇ ਜਿੰਨੀ ਵੀ ਗੱਲ ਕੀਤੀ ਗਈ ਹੈ ਉਹ ਇਹੀ ਕੀਤੀ ਗਈ ਹੈ ਕਿ ਗਵਰਨਮੈਂਟ ਦੇ 3 ਅੰਗ ਨੇ, ਐਗਜ਼ੈਕਟਿਵ, ਲੈਜਿਸਲੇਚਰ ਐਂਡ ਜੁਡੀਸ਼ਰੀ। ਠੀਕ ਹੈ ਜੀ। ਔਰ ਇਹ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਜੇ ਮਿਲ ਕੇ ਕੰਮ ਕਰਨਗੇ ਤਾਂ ਲੋਕਾਂ ਨੂੰ ਸਹੂਲਤ ਹੋਏਗੀ। ਜੇ ਇੱਕ ਵੀ ਮੰਡਲ ਦੇ ਵਿੱਚ ਕਿਸੇ ਤਰੀਕੇ ਦਾ ਖਿੱਚਤਾਨ ਰਹੇਗਾ ਤੇ ਲੋਕਾਂ ਨੂੰ ਵੀ ਅੱਛਾ ਨਹੀਂ ਹੈ, ਸਾਡੇ ਲੋਕਤੰਤਰ ਲਈ ਵੀ ਅੱਛਾ ਨਹੀਂ ਹੈ। ਔਰ ਅਗਰ ਇੱਥੇ ਕੋਈ ਖਿੱਚਤਾਨ ਵਾਲੀ ਗੱਲ ਨਹੀਂ ਹੈ, ਮੈਂ ਕਹਿੰਦਾ ਹੈ ਕਿ ਜੇ ਨੇੜੇ ਮੌਜੂਦ ਹੋਣਗੇ ਤਾਂ ਲੋਕ ਆਪਣੇ ਕੰਮ ਉਨੀ ਆਸਾਨੀ ਦੇ ਨਾਲ ਕਰਵਾ ਸਕਣਗੇ। ਹਾਂ, ਹੁਣ ਜੇ ਅਸੀਂ ਦੇਖੀਏ ਐਗਜ਼ੈਕਟਿਵ ਨੇ ਕਿੱਦਾਂ ਫੰਕਸ਼ਨ ਕਰਨਾ, ਜਿਹੜੀ ਸਟੇਟ ਦੀ ਐਗਜ਼ੈਕਟਿਵ ਨੇ, ਸਬ ਡਿਵੀਜ਼ਨ ਲੈਵਲ ਦੀ ਐਗਜ਼ੈਕਟਿਵ ਦੇ ਰਾਹੀਂ ਹੀ ਉਹਨਾਂ ਨੂੰ ਇੱਥੇ ਦੀ ਸਮੱਸਿਆਵਾਂ ਦਾ ਪਤਾ ਲੱਗੇਗਾ, ਜਾਂ ਉਹਨਾਂ ਨੇ ਜਿਹੜੇ ਦਫ਼ਤਰ ਖੋਲ੍ਹੇ ਨੇ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਨੇ। ਔਰ ਇਸੇ ਤਰੀਕੇ ਦੇ ਨਾਲ ਜਿਹੜੀ ਸਬ ਡਿਵੀਜ਼ਨਲ ਅਦਾਲਤਾਂ ਨੇ ਕਿਹਦੀ ਸਹੂਲਤ ਲਈ ਨੇ? ਇਹ ਲੋਕਾਂ ਦੀ ਸਹੂਲਤ ਲਈ ਹੈ। ਦੇਖੋ, ਇਹ ਵਕੀਲਾਂ ਦੀ ਸਹੂਲਤ ਲਈ ਨਹੀਂ ਹੈ, ਇਹ ਜੇ ਕਹਿ ਲਈਏ ਇਕੱਲੇ ਵਕੀਲਾਂ ਦੀ ਸਹੂਲਤ ਲਈ ਨਹੀਂ ਹੈ, ਇਹ ਇਕੱਲੇ ਜੱਜਿਸ ਦੀ ਜਾਂ ਸਟਾਫ ਦੀ ਸਹੂਲਤ ਲਈ ਨਹੀਂ ਹੈ, ਕਿਉਂਕਿ ਸਾਰਿਆਂ ਨੂੰ ਰੁਜ਼ਗਾਰ ਮਿਲਿਆ। ਇਹ ਰੁਜ਼ਗਾਰ ਇਸ ਕਰਕੇ ਜਨਰੇਟ ਕੀਤਾ ਗਿਆ ਕਿਉਂਕਿ ਲੋਕਾਂ 'ਚ ਇਹਦੀ ਮੰਗ ਸੀਗੀ, ਇਹ ਅਸੀਂ ਪੂਰੀ ਕਰਨੀ ਹੈ। ਅਤੇ ਉਹਨਾਂ ਲੋਕਾਂ ਨੂੰ ਹੀ ਅਗਰ ਕੋਈ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ, ਔਰ ਅਸੁਵਿਧਾ ਵੀ ਇੱਦਾਂ ਦੀ ਕਿ ਜਿਹਨੂੰ ਕਿ ਅਵੋਇਡ ਕੀਤਾ ਜਾ ਸਕਦਾ ਹੈ, ਤਾਂ ਮੇਰੀ ਪੰਜਾਬ ਟਾਊਨ ਪਲਾਨਰ ਅੱਗੇ ਅਤੇ ਅਲੱਗ-ਅਲੱਗ ਪੰਜਾਬ ਦੇ ਮਹਿਕਮੇ ਅੱਗੇ ਬੇਨਤੀ ਹੈ ਕਿ ਉਹ ਇਸ ਚੀਜ਼ ਨੂੰ ਦੇਖਣ, ਪੁਨਰ ਵਿਚਾਰ ਕਰਨ। ਔਰ ਮਾਣਯੋਗ ਬਿਲਡਿੰਗ ਕਮੇਟੀ ਜਿਹੜੀ ਸਾਡੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਹੈ, ਔਰ ਮੈਂ ਚਾਹੁੰਦਾ ਹੈ ਕਿ ਸਾਡੇ ਜਿਹੜੇ ਐਗਜ਼ੈਕਟਿਵ ਹੈੱਡ ਹੈ, ਜਿਹੜੇ ਚੀਫ ਮਿਨਿਸਟਰ ਸਾਹਿਬ ਨੇ, ਉਹ ਮਾਣਯੋਗ ਬਿਲਡਿੰਗ ਕਮੇਟੀ ਨੂੰ ਇਹ ਗੱਲ ਲਿਖਣ ਕਿ ਉਹ ਪੰਜਾਬ ਸਰਕਾਰ, ਔਰ ਮੈਂ ਸਮਝਦਾ ਕਿ ਕੇਂਦਰ ਸਰਕਾਰ ਵੀ ਆਪਣਾ ਪੂਰਾ ਯੋਗਦਾਨ ਪਾਏਗੀ ਅਗਰ ਇਹ ਸਰਕਾਰਾਂ ਮਿਲ ਕੇ ਕੰਮ ਕਰਨਗੀਆਂ, ਕਿ ਜਾਂ ਤਾਂ ਨਵੀਂ ਜਗ੍ਹਾ ਅਕਵਾਇਰ ਕਰ ਲੈਣ, ਸਰਕਾਰ ਨੂੰ ਕੰਪਨਸੇਸ਼ਨ ਦੇ ਕੇ ਜਗ੍ਹਾ ਲੈਣ ਦੇ ਵਿੱਚ, ਔਰ ਸਰਕਾਰੀ ਜਗ੍ਹਾ ਹੁੰਦੀ ਵੀ ਹੈ ਅਵੇਲੇਬਲ, ਅਲੱਗ-ਅਲੱਗ ਜਗ੍ਹਾ 'ਤੇ ਹੁੰਦੀ ਹੈ, ਉਹ ਅਕਵਾਇਰ ਕੀਤੀ ਜਾ ਸਕਦੀ ਹੈ। ਔਰ ਉਹਦੇ ਨਾਲ ਕੀ ਫਾਇਦਾ ਹੋਏਗਾ? ਉਹਦੇ ਨਾਲ ਇੱਕ ਕੰਪਲੈਕਸ ਵੱਡਾ ਬਣੇਗਾ, ਔਰ ਉੱਥੇ ਸਾਰੀ ਸੁਵਿਧਾ ਅਵੇਲੇਬਲ ਹੋ ਜਾਏਗੀ, ਔਰ ਸਾਰਾ ਤਰਤੀਬ ਦੇ ਅਨੁਸਾਰ ਸਾਰਾ ਕੰਮ ਲੋਕਾਂ ਦਾ ਇੱਕ ਹੀ ਜਗ੍ਹਾ 'ਤੇ ਹੋ ਪਾਏਗਾ। ਤਾਂ ਮੇਰਾ ਇਹਨਾਂ ਨੂੰ ਇਹ ਵਿਚਾਰ ਹੈ, ਔਰ ਪ੍ਰਾਰਥਨਾ ਵੀ ਹੈ ਕਿ ਇਹ
ਮਾਣਯੋਗ ਬਿਲਡਿੰਗ ਕਮੇਟੀ ਨੂੰ ਲਿਖਣ ਔਰ ਉਹਦੇ ਮੁਤਾਬਿਕ ਇੱਕ ਜਗ੍ਹਾ ਤੇ ਹੀ ਇਕੱਠਾ ਕੰਪਲੈਕਸ ਬਣੇ। ਕਿਉਂਕਿ ਦੇਖੋ ਜਿਹੜਾ ਐਡਮਿਨਿਸਟ੍ਰੇਟਿਵ ਕੰਪਲੈਕਸ ਹੈ, ਜਿਹਨੂੰ ਮੈਂ ਪ੍ਰਸ਼ਾਸਨਿਕ ਕੰਪਲੈਕਸ ਕਹਿ ਰਿਹਾ, ਜਿੱਥੇ ਰੈਵਨਿਊ ਕੋਰਟਸ ਵਗੈਰਾ ਜਾਂ ਦਫ਼ਤਰ ਹੋਣਗੇ, ਉਹਦਾ ਜਿਹੜਾ ਸਾਰਾ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਹੁੰਦੀ ਹੈ। ਯਾਨੀ ਕਿ ਕਹਿਣਾ ਮਤਲਬ ਇਹ ਹੈ ਕਿ ਉਹ ਐਗਜ਼ੈਕਟਿਵ ਦਾ ਫੰਕਸ਼ਨ ਹੈ ਔਰ ਜਿਹੜਾ ਜੁਡੀਸ਼ੀਅਲ ਡਿਪਾਰਟਮੈਂਟ ਹੈ, ਐਗਜ਼ੈਕਟਿਵ ਨੇ ਜੁਡੀਸ਼ੀਅਲ ਡਿਪਾਰਟਮੈਂਟ ਦੀ ਹੈਲਪ ਕਰਨੀ ਹੈ ਔਰ ਉਹ ਜੁਡੀਸ਼ੀਅਲ ਡਿਪਾਰਟਮੈਂਟ ਨੇ, ਯਾਨੀ ਕਿ ਉਹ ਮਾਣਯੋਗ ਹਾਈ ਕੋਰਟ ਦੀ ਬਿਲਡਿੰਗ ਕਮੇਟੀ ਹੈ, ਉਹ ਉਹਨਾਂ ਨੇ ਆਪਣੀ ਦੇਖ ਰੇਖ ਦੇ ਵਿੱਚ ਉਹਦਾ ਨਿਰਮਾਣ ਕਰਾਉਣਾ। ਪਰ ਐਦਾਂ ਦੀ ਕੰਪਲੈਕਸ ਜੇ ਕਪੂਰਥਲਾ ਜ਼ਿਲ੍ਹਾ ਹੈੱਡਕੁਆਟਰ ਗਏ ਹੋ, ਤੁਸੀਂ ਦੇਖੋਗੇ ਕਿ ਇੱਕ ਤਰਫ ਬਹੁਤ ਹੀ ਇੰਪੋਜ਼ਿੰਗ ਔਰ ਇੱਕ ਵਾਰ ਨੂੰ ਦੇਖ ਕੇ ਖੁਸ਼ ਹੁੰਦਾ ਹੈ ਕਿ ਅਸੀਂ ਐਦਾਂ ਦੇ ਪ੍ਰਜਾਤੰਤਰ ਦੇ ਵਿੱਚ ਰਹਿੰਦੇ ਹਾਂ ਕਿ ਜਿੱਥੇ ਐਦਾਂ ਦੇ ਸਹੂਲਤਾਂ ਸਰਕਾਰਾਂ ਦੇ ਦੁਆਰਾ ਪੈਦਾ ਕੀਤੀਆਂ ਗਈਆਂ ਹਨ ਔਰ ਉਹਦੇ ਵਿੱਚ ਵੀ ਕੇਂਦਰ ਸਰਕਾਰ, ਪੰਜਾਬ ਸਰਕਾਰ, ਮਾਣਯੋਗ ਹਾਈ ਕੋਰਟ ਸਭ ਦਾ ਪੂਰਾ ਸਹਿਯੋਗ ਹੈ। ਔਰ ਦੇਖੀਏ ਔਰ ਉੱਥੇ ਅਸੀਂ ਢੰਗ ਦੇ ਨਾਲ ਦੇਖੀਏ ਤਾਂ ਉਹਦੇ ਨਾਲ ਲਾਇਰਸ ਚੈਂਬਰ ਵੀ ਨੇ, ਲਾਇਰਸ ਚੈਂਬਰ ਬਿਲਡਿੰਗ ਦੇ ਨਾਲ ਜੁੜੇ ਹੋਏ ਨੇ, ਜੁਡੀਸ਼ੀਅਲ ਬਿਲਡਿੰਗ ਦੇ, ਔਰ ਜੁਡੀਸ਼ੀਅਲ ਬਿਲਡਿੰਗ ਦੇ ਵਿੱਚ ਔਰ ਉਹਦੀ ਥੋੜ੍ਹੀ ਦੂਰੀ 'ਤੇ ਹੀ ਨਾਲ ਹੀ ਇੱਕ ਹੀ ਕੰਪਲੈਕਸ ਦੇ ਵਿੱਚ SSP ਦਫ਼ਤਰ ਵੀ ਹੈ, DC ਦਫ਼ਤਰ ਵੀ ਹੈ, DDPO ਦੀ ਅਦਾਲਤ ਵੀ ਹੈ। ਹਰ ਤਰੀਕੇ ਦੀਆਂ ਜਿੱਦਾਂ ਜ਼ਿਲ੍ਹਾ ਲੈਵਲ ਦੀ ਪੱਧਰ 'ਤੇ ਅਦਾਲਤਾਂ ਹੁੰਦੀਆਂ ਨੇ, ਉਹ ਸਾਰੀਆਂ ਉੱਥੇ ਮੌਜੂਦ ਹੈ। ਨਾ ਮੈਂ ਇੱਕ ਆਪਣੀ ਸੰਸਥਾ ਦੀ ਬਾਰ ਐਸੋਸੀਏਸ਼ਨ ਫਗਵਾੜਾ ਰਜਿਸਟਰਡ ਦੀ ਨੁਮਾਇੰਦਗੀ ਕਰਦੇ ਹੋਏ ਬਤੌਰ ਇਸ ਦੇ ਪ੍ਰੈਜ਼ੀਡੈਂਟ ਇਹ ਗੱਲ ਕਹਿ ਰਹੇ ਹਾਂ, ਬਲਕਿ ਮੈਂ ਫਗਵਾੜੇ ਦੇ ਇੱਕ ਵਸਨੀਕ, ਇਸ ਦੇਸ਼ ਦੇ ਇਸ ਵਸਨੀਕ ਦੇ ਨਾਤੇ ਕਹਿ ਰਿਹਾ ਕਿ ਲੋਕਾਂ ਨੂੰ ਦਰਪੇਸ਼ ਆਉਣ ਵਾਲੀ ਜਿਹੜੀ ਔਕੜ ਹੈ ਆਉਣ ਵਾਲੇ ਸਮੇਂ 'ਚ, ਉਹਨੂੰ ਅਸੀਂ ਅੱਜ ਹੀ ਦੂਰ ਕਰਵਾ ਸਕਦੇ ਹਾਂ ਜੇਕਰ ਅਸੀਂ ਕੰਮ ਕਰੀਏ। ਇਹਦੇ ਵਿੱਚ ਕਸੂਰ ਕਿਸੇ ਦਾ ਨਹੀਂ ਹੈ, ਕਸੂਰ ਮੈਂ ਤੁਹਾਨੂੰ ਦੱਸਾਂ ਕਿਸੇ ਦਾ ਨਹੀਂ ਹੈ, ਕਿਉਂਕਿ ਸਾਰਿਆਂ ਨੇ ਆਪਣਾ ਜਿਹਨੂੰ ਕਹਿੰਦੇ ਅਸੀਂ ਵੀ ਆਪਣਾ ਇਨਪੁਟ ਦਿੱਤਾ ਔਰ ਉਹ ਇਸ ਇਨਪੁਟ ਨੂੰ ਕੰਸੀਡਰ ਕੀਤਾ ਗਿਆ। ਲੇਕਿਨ ਮੈਂ ਤੁਹਾਨੂੰ ਦੱਸਾਂ ਸਾਡਾ ਇਨਪੁਟ ਹੈ ਸਮਾਜਿਕ ਪੱਧਰ 'ਤੇ ਅਸੀਂ ਸੋਚ ਕੇ ਦੇ ਦਿੱਤਾ, ਲੋਕਾਂ ਦੀ ਸਹੂਲਤ ਦੇ ਪੱਧਰ 'ਤੇ ਸੋਚ ਕੇ ਦੇ ਦਿੱਤਾ। ਲੇਕਿਨ ਜੋ ਪੰਜਾਬ ਟਾਊਨ ਪਲਾਨਰ ਇਸ ਦਫ਼ਤਰ ਦਾ ਇਨਪੁਟ ਹੈ ਜਾਂ ਅਲੱਗ-ਅਲੱਗ ਸਰਕਾਰੀ ਮਹਿਕਮਿਆਂ ਦਾ ਇਨਪੁਟ ਸੀ ਮਾਣਯੋਗ ਬਿਲਡਿੰਗ ਕਮੇਟੀ ਨੂੰ, ਉਹ ਐਕਸਪਰਟ ਕਮੈਂਟ ਸੀ ਔਰ ਸਾਡੇ ਕੋਲ ਉਹ ਐਕਸਪਰਟੀਜ਼ ਨੂੰ ਲੈਣ ਦੇ ਨਾ ਤਾਂ ਸਾਧਨ ਹਨ। ਔਰ ਦੂਜੀ ਗੱਲ ਇਹ ਹੈ, ਜਿਹੜੇ ਫਗਵਾੜਾ ਜਾਂ ਇਹਦੇ ਆਸ-ਪਾਸ ਦੇ ਲੋਕ ਨੇ, ਤੁਹਾਨੂੰ ਪਤਾ ਹੀ ਹੈ ਕਿ ਲੋਕਾਂ ਨੂੰ ਦੀ ਤਾਂ ਨੁਮਾਇੰਦਗੀ ਕਰਨੀ ਪੈਂਦੀ ਹੈ, ਹੈ ਨਾ, ਔਰ ਉਹਨਾਂ ਨੂੰ ਸੰਗਠਿਤ ਕਰਨਾ ਪੈਂਦਾ ਹੈ। ਲੇਕਿਨ ਕਹਿਣ ਦਾ ਮਤਲਬ ਭਾਵ ਇੱਥੇ ਇਹ ਹੈ ਕਿ ਉਹਨਾਂ ਦੇ ਜੇ ਇਸ ਤਰੀਕੇ ਨਾਲ ਉਹ ਜਾਣੂ ਨਹੀਂ ਵੀ ਹਨ, ਤਾਂ ਵੀ ਸਾਨੂੰ ਉਹਨਾਂ ਦੀ ਸਹੂਲਤ ਦਾ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਦਰਪੇਸ਼ ਆਉਣ ਵਾਲੀ ਔਕੜਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਔਰ ਜਿਹੜੀ ਐਕਸਪਰਟੀਜ਼ ਹੈ ਉਹਨੂੰ ਸਿਰਫ ਇੰਨੀ ਗੱਲ ਦੇਖਣੀ ਚਾਹੀਦੀ ਹੈ, ਇੱਦਾਂ ਦੀ ਗੱਲ ਨਹੀਂ ਹੈ ਕਿ ਹੋਰ ਜਗ੍ਹਾ ਅਵੇਲੇਬਲ ਨਹੀਂ ਹੈ ਜਾਂ ਹੋਰ ਜਗ੍ਹਾ ਹੋਰ ਸੂਟੇਬਲ ਨਹੀਂ ਹੈ। ਸੂਟੇਬਲ ਹੈ, ਸਾਰੀ ਚੀਜ਼ ਹੈ, ਕਿਉਂਕਿ ਆ ਜਿਹੜੀ ਇਸ ਸਮੇਂ ਬਿਲਡਿੰਗ ਬਣੀ ਹੋਈ ਹੈ, ਇਹਦੇ ਨਾਲ ਹੀ BDPO ਦਾ ਦਫ਼ਤਰ ਹੈ, ਇਹਦੇ ਨਾਲ ਹੀ PWD ਦਾ ਦਫ਼ਤਰ ਹੈ, ਕਾਫੀ ਜਗ੍ਹਾ ਖਾਲੀ ਪਈ ਹੈ। PWD ਦਾ ਦਫ਼ਤਰ ਜੇ ਕਿਤੇ ਹੋਰ ਸ਼ਿਫਟ ਹੋ ਜਾਵੇ ਜਾਂ ਜਿੱਥੇ ਹੁਣ ਅਦਾਲਤਾਂ ਬਣੀਆਂ ਹੋਈਆਂ ਨੇ, ਉਹ ਅਦਾਲਤਾਂ ਦੀ ਬਿਲਡਿੰਗ ਨੂੰ ਆਪਾਂ ਰਿਮੂਵ ਕਰਕੇ ਉਹਦੀ ਥਾਂ 'ਤੇ ਮਲਟੀ ਸਟੋਰੀ ਕੰਪਲੈਕਸ ਬਣ ਜਾਵੇ ਤਾਂ ਕੋਈ ਦਿੱਕਤ ਨਹੀਂ ਹੈ। ਲੇਕਿਨ ਉਹਦੇ ਲਈ ਪੰਜਾਬ ਟਾਊਨ ਪਲਾਨਰ ਦਾ ਤਰਕ ਇਹ ਹੈ ਕਿ ਇਹ ਬਿਲਡਿੰਗ ਹਲੇ ਅਨਫਿਟ ਐਂਡ ਅਨਸੇਫ ਡਿਕਲੇਅਰ ਨਹੀਂ ਹੋਈ, ਕਿਉਂਕਿ ਉਹ ਕਹਿੰਦੇ ਕਿ ਆਪਣੇ ਆਪ ਜਦੋਂ ਬਿਲਡਿੰਗ ਆਪਣਾ ਜਿਹੜਾ ਜਿੰਨੇ ਪਰਪਸ ਲਈ ਬਣੀ ਹੁੰਦੀ ਹੈ ਨਾ ਔਰ ਜਿੰਨੇ ਪੀਰੀਅਡ ਲਈ ਬਣੀ ਹੁੰਦੀ ਹੈ, ਜਦੋਂ ਉਹ ਹੋ ਜਾਵੇ ਤਾਂ ਉਹਨੂੰ ਇਹ ਅਨਫਿਟਨੈਸ ਦਾ ਸਰਟੀਫਿਕੇਟ ਦਿੱਤਾ ਜਾ ਸਕਦਾ ਹੈ ਔਰ ਸਰਕਾਰ ਨਹੀਂ ਤਾਂ ਆਡਿਟ ਆਬਜੈਕਸ਼ਨ ਲੱਗੇਗਾ। ਹੁਣ ਸਿਰਫ ਇੱਕ ਆਡਿਟ ਆਬਜੈਕਸ਼ਨ ਨੂੰ ਬਚਣ ਲਈ ਉਹਨਾਂ ਨੇ ਇਹ ਤਜਵੀਜ਼ ਦੇ ਦਿੱਤੀ ਕਿ ਦੂਜੀ ਜਗ੍ਹਾ 'ਤੇ ਬਣਾ ਦਿਓ। ਤੁਸੀਂ ਮੇਰੀ ਗੱਲ ਸਮਝੇ? ਜਿਹਦਾ ਤਹਿਸੀਲ ਕੰਪਲੈਕਸ ਹੈ ਉਹਦੇ ਬਾਰੇ ਇਹ ਆਇਆ ਹੋਇਆ ਕਿ ਅਨਫਿਟ ਹੋ ਚੁੱਕੀ ਹੈ ਨਾ, ਤਾਂ ਤੁਸੀਂ ਦੇਖਿਆ ਹੋਣਾ ਕਿ ਉਹਦੇ ਪਿੱਛੇ ਤਹਿਸੀਲ ਕੰਪਲੈਕਸ ਦੇ ਇੱਕ ਉਹਨਾਂ ਨੇ ਬੜਾ ਭਾਰੀ ਹਾਲ ਬਣਾਤਾ, ਹਾਲ ਬਣਿਆ ਹੋਇਆ ਹੈ ਨਾ, ਲੇਕਿਨ ਉਹਨੂੰ 2 ਸਾਲ ਤੋਂ 2.5 ਸਾਲ ਤੋਂ ਉਹਦਾ ਕੋਈ ਯੂਜ਼ ਨਹੀਂ ਹੋਇਆ ਨਾ, ਨਹੀਂ ਹੋਇਆ। ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਜਦੋਂ ਆਪਾਂ ਵਿਕਾਸ ਕਰਨ ਜਾ ਰਹੇ ਹਾਂ ਤਾਂ ਅਸੀਂ ਕਿਉਂ ਨਹੀਂ ਦੇਖਦੇ ਪਏ, ਅਸੀਂ ਅੱਜ ਦੀ ਨੀਡ ਨਾ ਦੇਖੀਏ ਕੇਵਲ, ਅਸੀਂ ਆਉਣ ਵਾਲੇ 50 ਜਾਂ 100 ਸਾਲ ਦੀ ਜ਼ਰੂਰਤ ਦੇਖੀਏ। ਹਾਂ, ਉਹ ਵੀ ਇਨਵੈਸਟ ਕਰਦਾ ਹੈ, ਉਹ ਵੀ ਬਲੌਕ ਹੋ ਗਿਆ। ਹੁਣ ਇੱਥੇ ਪ੍ਰਸ਼ਾਸਨਿਕ ਜਿਹੜਾ ਕੰਪਲੈਕਸ ਹੈ ਇਸੀ ਬਿਲਡਿੰਗ 'ਚ ਨਵਾਂ ਬਣੇਗਾ,
ਜਦੋਂ ਵੀ ਉਹ ਤਜਵੀਜ਼ ਜਾਂ ਪ੍ਰਪੋਜ਼ਲ ਅਪਰੂਵ ਹੋਏਗੀ, ਮਨਜ਼ੂਰ ਹੋਏਗੀ, ਤਾਂ ਇੱਥੇ ਇੱਕ ਨਵਾਂ ਬਣੇਗਾ। ਤਾਂ ਕਿਉਂ ਨਾ ਜੁਡੀਸ਼ੀਅਲ ਕੰਪਲੈਕਸ ਵੀ ਇੱਥੇ ਬਣ ਜਾਵੇ। ਆਡਿਟ ਆਬਜੈਕਸ਼ਨ ਕਿਹਨੇ ਦੇਖਣਾ? ਆਡਿਟ ਆਬਜੈਕਸ਼ਨ ਆਡੀਟਰਸ ਨੇ ਦੇਖਣਾ। ਆਡੀਟਰਸ ਜਿੱਥੇ ਕੰਮ ਕਰਦੇ ਨੇ, ਅਗਰ ਅਸੀਂ ਉਹਨਾਂ ਨੂੰ ਕਹੀਏ ਕਿ ਪ੍ਰੈਗਮੈਟਿਕ ਅਪਰੋਚ ਲਓ, ਕਿ ਜਿਹੜੀ ਬਿਲਡਿੰਗ ਮੰਨ ਲਓ 10 ਸਾਲ ਬਾਅਦ ਇਹਦੀ 10 ਸਾਲ ਹਲੇ ਹੋਰ ਉਮਰ ਰਹਿੰਦੀ ਹੈ, ਜੋ ਇੰਜੀਨੀਅਰਿੰਗ ਦੇ ਮਾਪਦੰਡ ਹਨ, ਜੋ ਕਿਉਂਕਿ ਉਹਨਾਂ ਮਾਪਦੰਡਾਂ ਦੇ ਆਧਾਰ ਤੇ ਹੀ ਹੁੰਦੀ ਹੈ ਨਾ, ਤਾਂ 10 ਸਾਲ ਬਾਅਦ ਇਹਨੂੰ ਤੁਸੀਂ ਢਾਹ ਦੋਗੇ, ਫਿਰ ਵੀ ਤਾਂ ਜਗ੍ਹਾ ਖਾਲੀ ਹੋਣੀ ਹੈ। ਜੇ ਅਸੀਂ ਹੁਣ ਆਹ ਸਾਰੀ ਚੀਜ਼ ਨੂੰ ਹੋਏ 3 ਸਾਲ ਹੋ ਵੀ ਚੁੱਕੇ ਨੇ, ਲੇਕਿਨ ਹਲੇ ਨਵਾਂ ਕੰਪਲੈਕਸ ਸ਼ੁਰੂ ਨਹੀਂ ਹੋਇਆ। ਮੈਂ ਤੁਹਾਨੂੰ ਕਿਹਾ ਕਿ ਕੋਈ ਨਾ ਕੋਈ ਟੈਕਨੀਕਲ ਦਿੱਕਤ ਹੋਏਗੀ, ਤਾਂ ਕਿਉਂ ਨਾ ਉਸ ਆਡਿਟ ਆਬਜੈਕਸ਼ਨ ਨੂੰ ਪੰਜਾਬ ਟਾਊਨ ਪਲਾਨਰ, ਜਾਂ ਦੇਖੋ ਕੋਈ ਵੀ ਆਡਿਟ ਆਬਜੈਕਸ਼ਨ ਹੈ ਉਹ ਵਿਧਾਨ ਮੰਡਲ ਤੋਂ, ਵਿਧਾਨ ਪਰਿਸ਼ਦ ਤੋਂ ਤਾਂ ਉੱਤੇ ਨਹੀਂ, ਉਹਨੂੰ ਤਾਂ ਸਟੇਟ ਦੇ ਸੈਸ਼ਨ ਦੇ ਵਿੱਚ ਕੀਤਾ ਜਾ ਸਕਦਾ ਕਿ ਇਸ ਜਗ੍ਹਾ 'ਤੇ ਅਸੀਂ ਉੱਥੇ ਬਣਾਉਣਾ ਹੈ, ਲੇਕਿਨ 10 ਸਾਲ ਉਹ ਬਿਲਡਿੰਗ ਰਹਿੰਦੀ ਹੈ, ਇਹ ਨਵਾਂ ਕਾਨੂੰਨ ਬਣਾ ਦਿੱਤਾ ਜਾਵੇ ਕਿ ਉਹ ਬਿਲਡਿੰਗ ਨੂੰ ਢਾਹ ਕੇ ਅਸੀਂ ਉਹ ਕਰਾਂਗੇ, ਤਾਂ ਇਹਦੇ ਉੱਤੇ ਕੋਈ ਓਬਜੈਕਸ਼ਨ ਹੀ ਨਹੀਂ ਰਹਿੰਦੀ, ਕੋਈ ਇਤਰਾਜ਼ ਹੀ ਨਹੀਂ ਰਹਿੰਦਾ ਕਾਨੂੰਨੀ ਰੂਪ ਨਾਲ। ਅਸੀਂ ਉੱਥੇ ਬਿੱਲ ਵੀ ਪਾਸ ਕਰਵਾ ਸਕਦੇ ਹਾਂ ਜਿਹਨੂੰ ਐਕਟ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ, ਕਿਉਂਕਿ ਆਉਣ ਵਾਲੇ ਟਾਈਮ ਤੇ ਇਹੀ ਹੋਏਗਾ ਨਾ ਵੀ ਕਿਹੜੇ ਅਫਸਰ ਨੇ ਮਨਜ਼ੂਰੀ ਦੇ ਦਿੱਤੀ। ਆਡੀਟਰ ਕਹੇਗਾ ਕਿ ਹਲੇ ਇਹ ਬਿਲਡਿੰਗ ਰਹਿੰਦੀ ਸੀ, ਇੰਨਾ ਤੁਸੀਂ ਨੁਕਸਾਨ ਕਰਤਾ, ਹੈ ਨਾ। ਔਰ ਜੇ ਵੱਡੇ ਪੱਧਰ ਤੇ, ਪ੍ਰਸ਼ਾਸਨਿਕ ਪੱਧਰ ਤੇ ਵੀ ਚੀਫ ਮਿਨਿਸਟਰ ਲੈਵਲ ਤੇ ਫੈਸਲਾ ਲਿਆ ਜਾ ਸਕਦਾ ਹੈ। ਔਰ ਮੈਂ ਨਹੀਂ ਇਹ ਸਮਝਦਾ ਕਿ ਜਿਹੜੀ ਮੌਜੂਦਾ ਉਹ ਹੋਵੇ, ਸਰਕਾਰ ਹੋਵੇ, ਸਰਕਾਰੀ ਤੰਤਰ ਹੋਵੇ, ਉਹਨੂੰ ਮੈਂ ਫਿਰ ਬਾਰ-ਬਾਰ ਉਹ ਕਹਿ ਰਿਹਾ ਕਿ ਬਿਊਰੋਕ੍ਰੇਸੀ ਹਮੇਸ਼ਾ ਰਹਿ ਜਾਂਦੀ ਹੈ। ਔਰ ਬਿਊਰੋਕ੍ਰੇਸੀ ਦਾ ਇਹ ਪਹਿਲਾ ਫਰਜ਼ ਬਣਦਾ ਹੈ ਸੰਵਿਧਾਨ ਦੇ ਪ੍ਰਤੀ। ਔਰ ਉਸ ਸੰਵਿਧਾਨ ਦੇ ਪ੍ਰਤੀ ਫਰਜ਼ ਕੀ ਹੈ ਕਿ ਉਹਨਾਂ ਦਾ ਉੱਤਰਦਾਇਤਵ ਕੀ ਹੈ ਕਿ ਉਹ ਜਿਹੜੇ ਸਾਡੇ ਪੋਲੀਟੀਕਲ ਹੈਡਸ ਨੇ ਉਹਨਾਂ ਦੇ ਅੱਗੇ ਸਹੀ ਚੀਜ਼ਾਂ ਨੂੰ ਰੱਖਣ, ਤਾਂ ਕਿ ਉਹ ਸਹੀ ਸਮੇਂ 'ਤੇ ਸਹੀ ਫੈਸਲੇ ਲੈ ਸਕਣ। ਔਰ ਜੇ ਇਹ ਬਿਊਰੋਕਰੇਟ ਕੀ ਹੈ, ਜੇ ਇਹ ਅਮਿਸ ਹੋਣਗੇ ਆਪਣੀ ਡਿਊਟੀ 'ਤੇ, ਆਪਣੀ ਡਿਊਟੀ 'ਚ ਕੋਤਾਹੀ ਕਰਨਗੇ, ਤਾਂ ਉਹ ਪੋਲੀਟੀਕਲ ਸਾਡੀ ਲੀਡਰਸ਼ਿਪ ਸਹੀ ਫੈਸਲਾ ਨਹੀਂ ਲੈ ਪਾਏਗੀ। ਔਰ ਅੰਤ ਦੇ ਵਿੱਚ ਅਸੀਂ ਇਹ ਕਹਿ ਦਾਂਗੇ ਉਹ ਪੋਲੀਟੀਸ਼ੀਅਨਸ ਤਾਂ ਜੀ ਸਾਰੇ ਦੇ ਸਾਰੇ ਕਰਪਟ ਨੇ। ਐਦਾਂ ਨਹੀਂ ਹੁੰਦਾ। ਕਰਪਸ਼ਨ ਆਂਦੀ ਕਿੱਦਾਂ ਹੈ? ਕਰਪਸ਼ਨ ਕਿਤੇ ਨਾ ਕਿਤੇ ਐਦਾਂ ਦੀ ਕੋਤਾਹੀ ਕਰਕੇ ਆ ਜਾਂਦੀ ਹੈ ਜਿਹੜੀ ਕਿ ਕਈ ਵਾਰ ਤਾਂ ਅਸੀਂ ਚਾਹੁੰਦੇ ਹੀ ਨਹੀਂ ਹੁੰਦੇ। ਔਰ ਇਸ ਚੀਜ਼ ਨੂੰ ਅਸੀਂ ਅਗਰ ਰਿਮੂਵ ਕਰਨਾ ਹੈ ਤਾਂ ਸਾਨੂੰ ਇਹ ਸਾਰਿਆਂ ਨੂੰ ਮਿਲ ਕੇ ਉਪਰਾਲਾ ਕਰਨਾ ਪਏਗਾ। ਤਾਂ ਮੇਰੀ ਫਿਰ ਇੱਕ ਵਾਰ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨੂੰ ਇਹ ਬੇਨਤੀ ਹੈ ਕਿ ਆਪਣੇ ਸੰਬੰਧਿਤ ਮਹਿਕਮਿਆਂ ਨੂੰ ਇਹ ਕਹਿਣ ਕਿ ਅਗਰ ਫਗਵਾੜਾ ਫਿਲਹਾਲ ਸਬ ਡਿਵੀਜ਼ਨ ਵੀ ਹੈ, ਲੇਕਿਨ 50 ਜਾਂ 100 ਸਾਲ ਬਾਅਦ ਦਾ ਦੇਖਿਆ ਜਾਵੇ, ਕਿਉਂਕਿ ਇੱਕ ਦਿਨ ਇਹ ਜ਼ਿਲ੍ਹਾ ਬਣੇਗਾ ਹੀ ਬਣੇਗਾ, ਕਿਉਂ ਨਾ ਆਪਾਂ ਇੱਕ ਬੜੀ ਜਗ੍ਹਾ ਐਕਵਾਇਰ ਕਰਕੇ ਉੱਥੇ ਸਾਰੀ, ਨਾ ਕੇਵਲ ਰੈਜ਼ੀਡੈਂਸਿਸ ਉੱਥੇ ਕੰਮ ਕਰਨ ਵਾਲੇ ਬੰਦਿਆਂ ਦੇ ਵਾਸਤੇ, ਬਲਕਿ ਉਹ ਸਾਰੇ ਆਫਿਸਿਸ ਔਰ ਕਾਫੀ ਸਾਰੀ ਖੁੱਲੀ ਜਗ੍ਹਾ ਵੀ ਰੱਖ ਕੇ ਛੱਡੀਏ ਵੀ, ਤਾਂ ਕਿ ਜੇ ਕੱਲ੍ਹ ਨੂੰ ਜ਼ਿਲ੍ਹਾ ਬਣ ਜਾਂਦਾ, ਹੋਰ ਦਫ਼ਤਰ ਵੀ ਬਣਦੇ ਆ, ਤਾਂ ਉਹ ਇੱਕ ਕੰਪੈਕਟ ਬਿਲਡਿੰਗ ਦਾ ਹਿੱਸਾ ਬਣ ਸਕਣ। ਤਾਂ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ। ਸੋ ਇਹ ਸਾਡੇ ਨਾਲ ਸੀਗੇ ਐਡਵੋਕੇਟ ਹਿਮਾਂਸ਼ੂ ਪ੍ਰਾਸ਼ਰ ਜੀ, ਜਿਨ੍ਹਾਂ ਦੇ ਕੋਲ ਅਸੀਂ ਵਿਚਾਰਤਾ ਕਰਨ ਲਈ ਪਹੁੰਚੇ ਸੀਗੇ ਕਿ ਸ਼ਹਿਰ ਫਗਵਾੜਾ ਨੂੰ ਜ਼ਿਲ੍ਹਾ ਘੋਸ਼ਿਤ ਜੇ ਕੀਤਾ ਜਾਂਦਾ ਹੈ ਤੇ ਇੱਥੇ ਦੇ ਲੋਕਾਂ ਨੂੰ ਕੀ ਫਾਇਦੇ ਹੋਣਗੇ। ਪਰ ਉਹਦੇ ਨਾਲ ਹੀ ਜੋ ਉਹਨਾਂ ਨੇ ਬਿਲਕੁਲ ਵਿਸਤਾਰ ਦੇ ਵਿੱਚ ਜਿਹੜੀ ਕਿ ਚਰਚਾ, ਮੈਨੂੰ ਨਹੀਂ ਲੱਗਦਾ ਹੈ ਕਿ ਫਗਵਾੜਾ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਹਲੇ ਛਿੜੀ ਵੀ ਹੋਏਗੀ ਜਾਂ ਉਹਨਾਂ ਦਾ ਧਿਆਨ ਵੀ ਹੋਏਗਾ। ਉਹਦੇ ਵੱਲ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਆਪਣੀ ਗੱਲ ਰੱਖੀ ਹੈ ਕਿ ਜੇ ਜੁਡੀਸ਼ੀਅਲ ਕੋਰਟ ਜਿਹੜੀ ਹੈ ਉਹ ਸਾਡੇ ਸ਼ਹਿਰ ਤੋਂ ਬਾਹਰ ਜਾਂ ਇੱਥੋਂ ਸਾਡੀ ਕੋਰਟ ਹੋਣ ਵਾਲੀ ਮੌਜੂਦਾ ਕੋਰਟ ਤੋਂ 3-4 ਕਿਲੋਮੀਟਰ ਦੂਰ ਹੁੰਦੇ, ਤੇ ਆਮ ਲੋਕ ਜਿਹੜੇ ਪਿੰਡਾਂ ਦੇ ਵਿੱਚੋਂ ਆਉਂਦੇ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਕਿਸੇ ਕੰਮ ਦੇ ਲਈ, ਤੇ ਉਹ ਇੱਕ ਦਿਨ ਦੇ ਵਿੱਚ ਇੱਕ ਕੰਮ ਹੀ ਕਰਵਾ ਸਕਣਗੇ, ਜਦ ਕਿ ਹੁਣ ਉਹ ਆਉਂਦੇ ਨੇ ਤੇ ਆਪਣੇ ਨਾਲ 2 ਜਾਂ 3 ਕੰਮ ਕਰਵਾ ਕੇ ਚੱਲ ਜਾਂਦੇ ਨੇ। ਇਹਦੇ ਨਾਲ ਲੋਕਾਂ ਦਾ ਵੀ ਭਲਾ ਹੈ, ਪ੍ਰਸ਼ਾਸਨ ਦਾ ਵੀ ਭਲਾ ਹੈ, ਔਰ ਪ੍ਰਜਾਤੰਤਰ ਹੈ ਉਹ ਬੜੇ ਵਧੀਆ ਤਰੀਕੇ ਦੇ ਨਾਲ ਚੱਲ ਸਕਦਾ ਹੈ। ਸੋ ਅਸੀਂ ਬਹੁਤ ਹੀ ਧੰਨਵਾਦੀਆਂ ਐਡਵੋਕੇਟ ਹਿਮਾਂਸ਼ੂ ਪ੍ਰਾਸ਼ਰ ਜੀ ਦੇ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਹਰੇਕ ਗੱਲ ਨੂੰ ਰੱਖਿਆ ਹੈ। ਔਰ ਜੇਕਰ ਪੰਜਾਬ ਸਰਕਾਰ ਇਹ ਸਾਡੇ ਸ਼ਹਿਰ ਫਗਵਾੜਾ ਨੂੰ ਜ਼ਿਲ੍ਹਾ ਘੋਸ਼ਿਤ ਕਰਨਾ ਚਾਹੁੰਦੀ ਹੈ ਤੇ ਉਹਦੇ ਲਈ ਜਲਦੀ ਤੋਂ ਜਲਦੀ, ਕਿਉਂਕਿ ਜੋ ਐਡਵੋਕੇਟ ਸਾਹਿਬ ਨੇ ਦੱਸਿਆ ਵੀ ਕਿਹੜੀਆਂ ਸਾਨੂੰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹਦੇ ਬਿਹਾਫ ਦੇ ਉੱਤੇ ਮਲੇਰਕੋਟਲਾ ਤੋਂ ਬਾਅਦ ਜੇਕਰ ਗੱਲ ਬਟਾਲਾ ਦੀ ਚੱਲ ਰਹੀ ਹੈ ਤੇ ਨਾਲ ਦੀ ਨਾਲ ਹੀ ਜੇ ਬਟਾਲਾ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਜਾਂਦਾ ਹੈ ਤੇ ਸ਼ਹਿਰ ਫਗਵਾੜਾ ਨੂੰ ਵੀ ਜੇ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਇੱਥੇ ਦੇ ਲੋਕ ਇਹਨਾਂ ਦੇ ਬਹੁਤ ਹੀ ਧੰਨਵਾਦੀ ਹੋਣਗੇ। ਬਹੁਤ ਬਹੁਤ ਧੰਨਵਾਦ।